Hello, good morning students. ਅੱਜ ਅਸੀਂ ਇੰਪੋਰਟੈਂਟ ਕੁਐਸਚਨ ਡਿਸਕਸ ਕਰਾਂਗੇ ਹਿਸਟਰੀ 301 ਦੇ। ਇਹਦੇ ਟੌਪਿਕਸ ਹੈਗੇ ਨੇ ਨੰਬਰ 1 enlightenment of modern ideas, its social roots, humanism and spread in Europe. Number 2 reformation, origin, cause and result, the 30 years war and its significance. Number 3 origin of modern politics, American Revolution and the constitutions, French Revolution and aftermath, British democratic politics, parliamentary reformers, free traders, charities. Number 4 है industrialization, English Industrial Revolution, causes and impact on society, USA, Germany, Russia, social industrialization, Soviet and Chinese. Number 5 nationalism, rise of nationalism in the 19th century, nationalism, state building of in Germany and Italy, disintegrations of empires through the emergency of nationalities. Number 6 imperialism and free trade, the new imperialism. Number 7 revolutions and counter revolutions, 19th century European revolutions, the Russian revolutions of 1917, Italy and Germany. Number 8 opium wars, the first opium war, the second opium war. Number 9 the history of Japan, early conditions in Japan, the Meiji restorations. फर्स्ट चैप्टर है प्रबुद्धवाद एंड आधुनिक विचार, एनलाइटमेंट यानी कि पुनर्जागरण भी ਅਸੀਂ ਕਹਿ ਸਕਦੇ ਪੰਜਾਬੀ ਚ। ਇਹਦਾ ਇੰਪੋਰਟੈਂਟ ਕੁਐਸਚਨ ਆਉਂਦਾ ਵਾ ਕਿ ਪੁਨਰਜਾਗਰਨ ਤੋਂ ਕੀ ਭਾਵ ਆ, ਜਾਂ ਫਿਰ ਪੁਨਰਜਾਗਰਨ ਦਾ ਅਰਥ ਦੱਸੋ ਔਰ ਉਹਦੀਆਂ ਕਾਰਨ ਦੱਸੋ ਕਿਉਂ ਹੋਇਆ ਸੀ ਔਰ ਕਿਹੜੇ ਉਹਦੇ ਕੀ ਪ੍ਰਭਾਵ ਪਏ ਸੀ ਪੁਨਰਜਾਗਰਨ ਦੇ। ਪੁਨਰਜਾਗਰਨ ਦਾ ਮੀਨਿੰਗ ਹੁੰਦਾ ਵਾ ਕਿ ਕਿਸੇ ਦੀ ਸੋਚ ਦਾ ਜਾਗਰਤ ਹੋਣਾ, ਉਹਨੂੰ ਕਹਿੰਦੇ ਪੁਨਰਜਾਗਰਨ। ਜਾਣੀ ਕਿ ਪੁਰਾਣੇ ਵਿਚਾਰਾਂ ਦੀ ਜਗ੍ਹਾ ਤੇ ਜਦੋਂ ਨਵੇਂ ਵਿਚਾਰ ਹੋਂਦ ਵਿੱਚ ਆਏ, ਉਹਨਾਂ ਵਿਚਾਰਾਂ ਨੇ ਲੋਕਾਂ ਦੀ ਸੋਚ ਨੂੰ ਇੱਕ ਨਵੀਂ ਦਿਸ਼ਾ ਦਿੱਤੀ, ਉਹਨੂੰ ਕਹਿੰਦੇ ਆ ਪੁਨਰਜਾਗਰਨ ਜਾਂ ਪ੍ਰਬੁੱਧਵਾਦ। ਕਹਿੰਦਾ ਕਿ ਜਿਹੜਾ ਪੁਨਰਜਾਗਰਨ ਇੱਕ ਅਜਿਹੀ ਘਟਨਾ ਸੀ ਜਿਹੜੀ ਕਿ ਯੂਰਪ ਵਿੱਚ ਮੱਧ ਕਾਲ ਦਾ ਅੰਤ ਕਰਕੇ, ਉਸ ਸਮੇਂ ਤੇ ਮੱਧ ਯੁੱਗ ਨੂੰ ਦਾ ਅੰਤ ਕਰਕੇ ਇੱਕ ਨਵਾਂ ਯੁੱਗ ਜਿਹੜਾ ਸ਼ੁਰੂ ਹੋਇਆ ਸੀ। ਇਹਨੂੰ ਅਸੀਂ ਪੰਜਾਬੀ ਵਿੱਚ ਇੰਗਲਿਸ਼ ਵਿੱਚ ਰੀਨੇਸੈਂਸ ਕਹਿੰਦੇ ਆ। ਇਹ ਫ੍ਰੈਂਚ ਭਾਸ਼ਾ ਦਾ ਇੱਕ ਸ਼ਬਦ ਹੈ ਰੀਨੇਸੈਂਸ, ਜਿਸ ਦਾ ਅਰਥ ਹੈ ਦੁਬਾਰਾ ਜਨਮ ਹੋਣਾ, ਯਾਨੀ ਕਿ ਕਿਸੇ ਦੀ ਸੋਚ ਦਾ ਦੁਬਾਰਾ ਜਨਮ ਹੋਣਾ। ਕਹਿੰਦਾ ਕਿ ਇਹਦੇ ਵਿੱਚ ਇਹਦਾ ਜਿਹੜੀ ਡੈਫੀਨੇਸ਼ਨ ਹੈ, ਜੇਕਰ ਉਹਦੀ ਪਰਿਭਾਸ਼ਾ ਪੁੱਛੀ ਜਾਵੇ ਤੇ ਆਪਾਂ ਇਹ ਕਹਿ ਸਕਦੇ ਜਿਸ ਕਾਲ ਨੂੰ ਅਸੀਂ ਪੁਨਰਜਾਗਰਨ ਦਾ ਕਾਲ ਆਖਦੇ ਹਾਂ, ਉਸ ਕਾਲ ਦੌਰਾਨ ਪੱਛਮੀ ਯੂਰਪ ਦੇ ਲੋਕ ਫਿਰ ਤੋਂ ਪ੍ਰਾਚੀਨ ਯੂਨਾਨੀਆਂ ਤੇ ਰੋਮਨਾਂ ਦੀ ਸੱਭਿਅਤਾ ਵੱਲ ਪਰਤ ਆਏ। ਕਹਿੰਦਾ ਕਿ ਪੁਨਰਜਾਗਰਨ ਮੱਧ ਯੁੱਗ ਦਾ ਅੰਤ, ਵਧੀਆ ਇਹਦੀ ਪਰਿਭਾਸ਼ਾ ਕਿ ਮੱਧ ਯੁੱਗ ਦਾ ਅੰਤ ਔਰ ਨਵੇਂ ਯੁੱਗ ਦੀ ਸ਼ੁਰੂਆਤ ਹੋਈ। ਸਾਰੇ ਬੌਧਿਕ ਪਰਿਵਰਤਨ ਲਈ ਵਰਤਿਆ ਜਾਣ ਵਾਲਾ ਸਮੂਹਿਕ ਸ਼ਬਦ ਹੈਗਾ ਪੁਨਰਜਾਗਰਨ, ਯਾਨੀ ਕਿ ਜਿੰਨੇ ਵੀ ਸੋਚ ਵਿੱਚ ਪਰਿਵਰਤਨ ਹੋਏ, ਲੋਕਾਂ ਦੀ ਬੁੱਧੀ ਵਿੱਚ ਪਰਿਵਰਤਨ ਹੋਏ, ਉਹਨੂੰ ਕਹਿੰਦੇ ਆ ਪੁਨਰਜਾਗਰਨ। ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਆ, ਹਰ ਵਾਰੀ ਆਉਂਦਾ ਵਾ। ਹੁਣ ਪੁਨਰਜਾਗਰਨ ਦੇ ਆਪਾਂ ਕਰਾਂਗੇ ਕਾਰਨ ਕੀ ਸੀਗੀ, ਕਿਉਂ ਪੁਨਰਜਾਗਰਨ ਆਇਆ ਸੀਗਾ, ਲੋਕਾਂ ਦੀ ਸੋਚ ਜਿਹੜੀ ਸੀ ਚੇਂਜ ਕਿਉਂ ਹੋਈ, ਔਰ ਜਿਹੜਾ ਮੱਧ ਯੁੱਗ ਦਾ ਅੰਤ ਕਿਵੇਂ ਹੋਇਆ ਔਰ ਨਵਾਂ ਯੁੱਗ ਕਿਉਂ ਆਇਆ। ਸਭ ਤੋਂ ਪਹਿਲੇ ਧਰਮ ਯੁੱਧਾਂ ਦਾ ਪ੍ਰਭਾਵ। ਪੁਨਰਜਾਗਰਨ ਦਾ ਪਹਿਲਾ ਮੁੱਖ ਕਾਰਨ ਇਹ ਕਿ ਉਸ ਸਮੇਂ ਤੇ ਕਾਫੀ ਧਾਰਮਿਕ ਯੁੱਧ ਹੋਏ, ਜਿਨ੍ਹਾਂ ਨੇ ਸਾਡੇ ਸਾਰੇ ਯੂਰਪ ਉੱਤੇ ਬਹੁਤ ਸਾਰੇ ਸਮਾਜਿਕ ਤੇ ਆਰਥਿਕ ਤੇ ਬੌਧਿਕ ਪ੍ਰਭਾਵ ਪਾਇਆ। ਇਹਨਾਂ ਪ੍ਰਭਾਵਾਂ ਦੇ ਕਾਰਨ ਜਿਹੜਾ ਸੀ ਪੁਨਰਜਾਗਰਨ ਹੋਇਆ। ਦੂਸਰਾ ਹੈਗਾ ਸਮਾਜਿਕ ਪੱਖ ਤੋਂ। ਕਹਿੰਦਾ ਕਿ ਜ਼ਗੀਰਦਾਰੀ ਪ੍ਰਥਾ ਇਹਨਾਂ ਧਰਮ ਯੁੱਧਾਂ ਨੇ ਖਤਮ ਕਰ ਦਿੱਤੀ ਸੀ।
ਜ਼ਗੀਰਦਾਰ ਧਰਮ ਯੁੱਧਾਂ ਵਿੱਚ ਸ਼ਾਮਲ ਹੋਣ ਲਈ ਤੇ ਧਨ ਇਕੱਠਾ ਕਰਨ ਲਈ ਸ਼ਹਿਰੀ ਲੋਕਾਂ ਪਾਸੋਂ ਰੁਪਈਆ ਲੈ ਕੇ ਉਹਨਾਂ ਦੀ ਆਜ਼ਾਦੀ ਦੀ ਘੋਸ਼ਣਾ ਕਰ ਦਿੰਦੇ, ਔਰ ਜਿਸ ਕਾਰਨ ਸਾਰੇ ਮੁਜ਼ਾਰੇ ਉਹਨਾਂ ਦੇ ਪੰਜੇ ਵਿੱਚੋਂ ਨਿਕਲ ਜਾਂਦੇ, ਔਰ ਧਰਮ ਯੁੱਧਾਂ ਤੋਂ ਮੁੜ ਕੇ ਆ ਕੇ ਜ਼ਗੀਰਦਾਰ ਪਾਸ ਦੂਜੀ ਵਾਰੀ ਫੌਜੀਆਂ ਇਕੱਠੀਆਂ ਕਰਨ ਲਈ ਧਨ ਨਹੀਂ ਸੀ। ਧਰਮ ਯੁੱਧਾਂ ਨੇ ਮੱਧਕਾਲ ਦੀ ਸ਼ਕਤੀਸ਼ਾਲੀ ਸਾਮੰਤਵਾਦੀ ਪ੍ਰਥਾ ਨੂੰ ਖਤਮ ਕੀਤਾ। ਆਪਾਂ ਛੋਟਾ ਜਿਹਾ ਕਰਾਂਗੇ ਕਿ ਸ਼ਕਤੀਸ਼ਾਲੀ ਸਾਮੰਤਸ਼ਾਹੀ ਪ੍ਰਥਾ ਨੂੰ ਖਤਮ ਕੀਤਾ। ਔਰ ਆਰਥਿਕ ਪੱਖ ਤੋਂ ਕਹਿੰਦਾ ਕਿ ਧਰਮ ਯੁੱਧ ਨੇ ਵਪਾਰ ਅਤੇ ਵਣਜ ਨੂੰ ਬਹੁਤ ਉਤਸ਼ਾਹ ਕੀਤਾ, ਔਰ ਇਸ ਨਾਲ ਕਾਫੀ ਧਨ ਹੋਇਆ ਅਤੇ ਸਮਾਜ ਵਿੱਚ ਉਹਨਾਂ ਲੋਕਾਂ ਦੀ ਕਦਰ ਵਧਣ ਲੱਗੀ ਜੋ ਉਹਨਾਂ ਦਾ ਮੱਧ ਸ਼੍ਰੇਣੀ ਵਿੱਚ ਜਨਮ ਹੋਇਆ, ਇਹ ਜਿਸ ਨੇ ਪੁਨਰ ਜਾਗਰਣ ਨੂੰ ਉਤਸ਼ਾਹ ਕੀਤਾ। ਬੌਧਿਕ ਪੱਖ ਤੋਂ ਕਿ ਲੋਕਾਂ ਦੀ ਸੋਚ ਜਿਹੜੀ ਸੀ ਉਹਨੂੰ ਇੱਕ ਨਵੀਂ ਦਿਸ਼ਾ ਮਿਲੀ, ਉਹਨਾਂ ਦੀ ਸੋਚ ਚੇਂਜ ਹੋ ਗਈ। ਸਮੁੱਚਾ ਪ੍ਰਭਾਵ ਕਹਿੰਦਾ ਕਿ ਇਹਨੇ ਸਾਰੇ ਯੂਰਪ ਉੱਤੇ ਪ੍ਰਭਾਵ ਪਾਇਆ ਇਸ ਚੀਜ਼ ਨੇ, ਪੁਨਰ ਜਾਗਰਣ ਦੇ ਪਹਿਲੋਂ ਜਿਹੜੇ ਧਰਮ ਯੁੱਧ ਹੋਏ ਸੀ। ਨਵੀਆਂ ਕਾਢਾਂ, ਛਾਪਾਖਾਨਾ ਤੇ ਕਾਗਜ਼, ਪਹਿਲੋਂ ਲੋਕ ਜਿਹੜੇ ਸੀ ਉਹਨਾਂ ਦੀ ਸੋਚਣ ਸ਼ਕਤੀ ਬੜੀ ਸੀਮਤ ਸੀ, ਬਟ ਜਦੋਂ ਛਾਪਾਖਾਨਾ ਆਇਆ, ਜਦੋਂ ਉਹਨਾਂ ਨੇ ਅਖਬਾਰਾਂ ਪੱਤਰ ਇਸ ਤਰ੍ਹਾਂ ਦਾ ਕੁਝ ਪੜ੍ਹਨਾ ਸ਼ੁਰੂ ਕੀਤਾ, ਉੱਥੋਂ ਉਹਨਾਂ ਨੂੰ ਬਹੁਤ ਸਾਰਾ ਗਿਆਨ ਪ੍ਰਾਪਤ ਹੋਇਆ। ਬਾਰੂਦ ਦੀ ਖੋਜ, ਹੁਣ ਇੱਕ ਬਾਰੂਦ ਦੀ ਖੋਜ ਵੀ ਹੋ ਗਈ ਸੀ। ਵੱਡੇ ਪੱਧਰ ਤੇ ਜਿਹੜੇ ਹਥਿਆਰ ਬਣਨੇ ਸ਼ੁਰੂ ਹੋ ਗਏ ਸੀ। ਸਮਾਚਾਰ ਪੱਤਰ, ਅਖਬਾਰਾਂ ਛਪਣੀਆਂ ਸ਼ੁਰੂ ਹੋਈਆਂ, ਜਿਸ ਨਾਲ ਲੋਕਾਂ ਉਹਦੇ ਵਿੱਚ ਇਸ ਤਰ੍ਹਾਂ ਦਾ ਪ੍ਰਚਾਰ ਕੀਤਾ ਗਿਆ ਤਾਂ ਕਿ ਲੋਕਾਂ ਦਾ ਅੰਧ ਵਿਸ਼ਵਾਸ, ਜਿਹੜਾ ਧਰਮ ਦੇ ਪ੍ਰਤੀ ਅੰਧ ਵਿਸ਼ਵਾਸ ਸੀ, ਉਹ ਖਤਮ ਹੋ ਜਾਏ। ਯੂਨੀਵਰਸਿਟੀਆਂ ਖੁੱਲੀਆਂ ਬਹੁਤ ਸਾਰੀਆਂ, ਜਿਨ੍ਹਾਂ ਦੇ ਵਿੱਚ ਜਿਹੜੀ ਧਾਰਮਿਕ ਤੇ ਧਰਮ ਤੇ ਜਿਹੜਾ ਅੰਧ ਵਿਸ਼ਵਾਸ ਸੀ ਉਹਦਾ ਜਾਲ ਕੱਟਿਆ ਗਿਆ। ਕੁਝ ਵਿਦਵਾਨ ਤੇ ਲਿਖਾਰੀ, ਕਹਿੰਦਾ ਉਸ ਸਮੇਂ ਕੁਝ ਇਹੋ ਜਿਹੇ ਵਿਦਵਾਨ ਸੀ ਜਿਨ੍ਹਾਂ ਲੋਕਾਂ ਦੇ ਅੰਦਰ ਜਿਹੜੇ ਧਰਮ ਅੰਧ ਵਿਸ਼ਵਾਸ ਸੀ ਉਹਨਾਂ ਨੂੰ ਕੱਢਣ ਵਾਸਤੇ ਬਹੁਤ ਹੀ ਹੀਲਾ ਕੀਤਾ। ਹੁਣ ਇਹਦੇ ਆਪਾਂ ਕਰਾਂਗੇ ਕਾਰਨ ਤੇ ਪ੍ਰਭਾਵ। ਕੁਐਸਚਨ ਇਵੇਂ ਆਉਣਾ ਕਿ ਪੁਨਰ ਜਾਗਰਣ ਦੇ ਕਾਰਨ ਦੱਸੋ ਔਰ ਉਹਦੇ ਪ੍ਰਭਾਵ ਦੱਸੋ। ਜਿਹੜੇ ਮੈਂ ਹੁਣੇ ਪਿਛੋਕੜ ਪੜ੍ਹੇ ਆ ਨਾ, ਇਹਨੂੰ ਤੁਸੀਂ ਕਾਰਨ ਦੇ ਵਿੱਚ ਲਿਖ ਸਕਦੇ ਹੋ। ਜਦੋਂ ਉਹਨਾਂ ਨੇ ਕਾਰਨ ਪੁੱਛਣੇ ਤਾਂ ਤੁਸੀਂ ਇਹਦੇ ਪੁਨਰ ਜਾਗਰਣ ਦੀਆਂ ਜੜ੍ਹਾਂ ਤੇ ਪੁਨਰ ਜਾਗਰਣ ਦੇ ਕਾਰਨ ਸਾਡੇ ਕੋਲ 4 ਪੇਜ ਤੇ ਮੈਂ ਪੜ੍ਹ ਦਿੱਤੇ ਆ। ਅੱਗੇ ਆ ਗਿਆ ਇਹਦਾ ਪ੍ਰਭਾਵ। ਪ੍ਰਭਾਵ ਹੈਗਾ ਵਾ 16 ਪੇਜ ਤੇ। ਪਹਿਲਾ ਇਹਦਾ ਪ੍ਰਭਾਵ, ਸਭ ਤੋਂ ਪਹਿਲੇ ਸਮਾਜਿਕ ਪ੍ਰਭਾਵ ਪਏ, ਕਿਉਂਕਿ ਜਦੋਂ ਪੁਨਰ ਜਾਗਰਣ ਹੋਇਆ, ਇੱਕ ਬਹੁਤ ਵੱਡਾ ਅੰਦੋਲਨ ਸੀ ਜਿਸ ਨੇ ਲੋਕਾਂ ਦੀ ਸੋਚ ਨੂੰ ਬਿਲਕੁਲ ਬਦਲ ਕੇ ਰੱਖ ਦਿੱਤਾ। ਔਰ ਇਹਦੇ ਸਮਾਜਿਕ ਪ੍ਰਭਾਵ ਸਭ ਤੋਂ ਪਹਿਲਾਂ ਇਹ ਵੇਖਣ ਨੂੰ ਮਿਲੇ ਕਿ ਜੀਵਨ ਪ੍ਰਤੀ ਨਵਾਂ ਦ੍ਰਿਸ਼ਟੀਕੋਣ ਲੋਕਾਂ ਦਾ ਹੁਣ ਨਾ ਇਸ ਤਰ੍ਹਾਂ ਦੀ ਜਾਗਰਤੀ ਲੋਕਾਂ ਦੇ ਮਨ ਵਿੱਚ ਆ ਗਈ ਕਿ ਜਿਹੜੇ ਲੋਕ ਆਪਣੇ ਜੀਵਨ ਦੇ ਪ੍ਰਤੀ ਬੜੇ ਨਿਰਾਸ਼ ਸਨ, ਕਿਉਂਕਿ ਉਹਨਾਂ ਦੇ ਜੀਵਨ ਉੱਤੇ ਜ਼ਿਆਦਾ ਹੱਕ ਪੋਪ ਦਾ ਹੁੰਦਾ ਸੀ। ਇਸ ਕਰਕੇ ਆਪਣੇ ਜੀਵਨ ਵਿੱਚ ਉਹਨਾਂ ਨੂੰ ਸੁਤੰਤਰ ਵਿਚਾਰ ਪੇਸ਼ ਕਰਨ ਦੀ ਆਗਿਆ ਨਹੀਂ ਸੀ ਹੁੰਦੀ। ਇਸ ਤਰ੍ਹਾਂ ਇਹ ਜਿਹੜਾ ਪੁਨਰ ਜਾਗਰਣ ਨੇ ਉਹਨਾਂ ਦੀ ਸੋਚ ਨੂੰ ਚੇਂਜ ਕੀਤਾ ਔਰ ਉਹਨਾਂ ਦੇ ਵਿੱਚ ਇੱਕ ਆਪਣੀ ਜੀਵਨ ਨੂੰ ਲੈ ਕੇ ਪਿਆਰ ਦਾ ਉਤਸ਼ਾਹ ਪੈਦਾ ਕੀਤਾ, ਕਿਉਂਕਿ ਉਹ ਲੋਕ ਇਸ ਤਰ੍ਹਾਂ ਸੋਚਦੇ ਸੀ ਕਿ ਇਹ ਜ਼ਿੰਦਗੀ ਜੀਣ ਨਾਲੋਂ ਆਪਾਂ ਪਰਲੋਕ ਵਿੱਚ ਚਲੇ ਜਾਈਏ ਤੇ ਵਧੀਆ, ਕਿਉਂਕਿ ਪੌਪ ਨੇ ਉਹਨਾਂ ਦੇ ਵਿੱਚ ਮਨਾਂ ਵਿੱਚ ਵਹਿਮ ਪਾਏ ਹੋਏ ਸੀ ਕਿ ਇਸ ਲੋਕ ਨਾਲੋਂ ਪਰਲੋਕ ਜ਼ਿਆਦਾ ਵਧੀਆ, ਤੇ ਲੋਕ ਜ਼ਿੰਦਗੀ ਜੀਣਾ ਹੀ ਨਹੀਂ ਸੀ ਚਾਹੁੰਦੇ। ਜਦੋਂ ਇਹ ਪੁਨਰ ਜਾਗਰਣ ਹੋਇਆ ਤੇ ਫਿਰ ਲੋਕਾਂ ਨੇ ਮਤਲਬ ਆਪਣੀ ਜ਼ਿੰਦਗੀ ਨਾਲ ਪਿਆਰ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਇਸ ਸੋਚ ਨਾਲ ਲੋਕਾਂ ਦੀ ਸੋਚ ਬਦਲੀ ਕਿ ਅਗਲਾ ਜਨਮ ਕਿਸੇ ਨੇ ਦੇਖਿਆ ਨਹੀਂ ਆ, ਇਸ ਜ਼ਿੰਦਗੀ ਨੂੰ ਚੰਗੇ ਤਰੀਕੇ ਨਾਲ ਜੀਆ ਜਾਏ। ਨੈਕਸਟ ਹੈਗਾ ਆਲੋਚਨਾਤਮਕ ਰੁਚੀ ਦਾ ਜਨਮ। ਬਹੁਤ ਹੀ ਜ਼ਿਆਦਾ ਅੰਧ ਵਿਸ਼ਵਾਸੀ ਸੀਗੇ ਔਰ ਉਸ ਸਮੇਂ ਜਿਹੜੇ ਧਰਮ ਦੇ ਠੇਕੇਦਾਰ ਸੀ, ਜੋ ਵੀ ਉਹਨਾਂ ਨੂੰ ਦੱਸਦੇ ਉਹ ਅੱਖਾਂ ਬੰਦ ਕਰਕੇ ਉਹਦੇ ਤੇ ਵਿਸ਼ਵਾਸ ਕਰ ਲੈਂਦੇ। ਔਰ ਜਿਹੜਾ ਪੁਨਰ ਜਾਗਰਣ ਹੋਇਆ ਅੰਦੋਲਨ, ਉਹਨੇ ਲੋਕਾਂ ਦੀ ਸੋਚ ਨੂੰ ਚੇਂਜ ਕੀਤਾ, ਇੱਕ ਨਵੀਂ ਸੋਚ ਨੂੰ ਜਨਮ ਦਿੱਤਾ। ਹੁਣ ਲੋਕ ਪੋਪ ਦੀਆਂ ਗੱਲਾਂ ਤੇ ਯਕੀਨ ਨਹੀਂ ਸੀ ਕਰਦੇ, ਹੁਣ ਹਰ ਇੱਕ ਚੀਜ਼ ਦਾ ਪਹਿਲਾਂ ਤਰਕ ਕਰਦੇ ਸੀ ਫਿਰ ਵਿਸ਼ਵਾਸ ਕਰਦੇ ਸੀ। ਮੱਧ ਸ਼੍ਰੇਣੀ ਦਾ ਉਥਾਨ। ਮੱਧਕਾਲ ਦੇ ਵਿੱਚ 2 ਹੀ ਸ਼੍ਰੇਣੀਆਂ ਸੀ, ਇੱਕ ਹੈਗੀ ਸੀ ਅਮੀਰ ਲੋਕ, ਇੱਕ ਗਰੀਬ। ਬਟ ਪੁਨਰ ਜਾਗਰਣ ਦੇ ਨਾਲ ਜਿਹੜਾ ਸੀ ਉਹਦੇ ਵਿੱਚ ਇੱਕ ਮੱਧ ਸ਼੍ਰੇਣੀ ਦਾ ਉਥਾਨ ਹੋਇਆ, ਜਾਣੀ ਕਿ ਮਿਡਲ ਕਲਾਸ ਪੈਦਾ ਹੋਏ, ਜਾਣੀ ਕਿ ਮਿਡਲ ਕਲਾਸ ਵਰਗ ਪੈਦਾ ਹੋਇਆ।
ਜ਼ਮੀਨ ਦੇ ਮਾਲਕ ਸਾਮਤ ਹੁੰਦੇ ਸੀ ਤੇ ਹੌਲੀ ਹੌਲੀ ਧਰਮ ਯੁੱਧਾਂ ਕਾਰਨ ਸਾਮਤਵਾਦੀ ਸ਼ਾਹੀ ਖਤਮ ਹੋ ਗਈ। ਸ਼ਹਿਰੀ ਲੋਕ ਧਨ ਦੇ ਕੇ ਸਮਤਾ ਪਾਸੋਂ ਆਪਣੀ ਆਜ਼ਾਦੀ ਖਰੀਦਣ ਲੱਗ ਪਏ। ਇਸ ਕਰਕੇ ਮੱਧ ਸ਼੍ਰੇਣੀ ਦਾ ਜਨਮ ਹੋਇਆ। ਵਿਅਕਤੀ ਦਾ ਸਤਿਕਾਰ ਵਧਿਆ ਕਿਉਂਕਿ ਪੁਨਰ ਜਾਗਰਣ ਤੋਂ ਪਹਿਲਾਂ ਵਿਅਕਤੀ ਨੂੰ ਆਪਣੀ ਜ਼ਿੰਦਗੀ ਨਾਲ ਕੋਈ ਪਿਆਰ ਨਹੀਂ ਸੀ। ਵਿਅਕਤੀ ਦੇ ਵਿਚਾਰਾਂ ਨੂੰ ਕੋਈ ਵੀ ਖੁੱਲ੍ਹ ਨਹੀਂ ਸੀ। ਪੌਪ ਦੀ ਮਰਜ਼ੀ ਚੱਲਦੀ ਸੀ। ਔਰ ਪੁਨਰ ਜਾਗਰਣ ਦੇ ਨਾਲ ਜਿਹੜਾ ਵਿਅਕਤੀ ਆ ਉਹਦਾ ਸਤਿਕਾਰ ਵਧਿਆ। ਇਸਤਰੀ ਜਾਤੀ ਦੀ ਹਾਲਤ ਵਿੱਚ ਸੁਧਾਰ ਹੋਇਆ। ਕਹਿੰਦਾ ਕਿ ਜਿਹੜਾ ਪੁਨਰ ਜਾਗਰਣ ਤੋਂ ਪਹਿਲਾਂ ਸਮਾਜ ਵਿੱਚ ਇਸਤਰੀਆਂ ਦੀ ਹਾਲਤ ਸਹੀ ਨਹੀਂ ਸੀ। ਉਹਨਾਂ ਨੂੰ ਪੁਰਸ਼ਾਂ ਨਾਲੋਂ ਘਟੀਆ ਸਮਝਿਆ ਜਾਂਦਾ ਸੀ। ਪੁਨਰ ਜਾਗਰਣ ਦੇ ਕਾਰਨ ਇਸਤਰੀਆਂ ਪੜ੍ਹ ਲਿਖ ਗਈਆਂ। ਉਹਨਾਂ ਨੂੰ ਆਪਣੇ ਅਧਿਕਾਰਾਂ ਬਾਰੇ ਪਤਾ ਲੱਗ ਗਿਆ ਔਰ ਉਹਨਾਂ ਨੇ ਸਮਾਜਿਕ, ਆਰਥਿਕ ਤੇ ਰਾਜਨੀਤਿਕ ਕੰਮਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਔਰ ਪੁਨਰ ਜਾਗਰਣ ਦੇ ਕਾਲ ਤੋਂ ਬਾਅਦ ਜਿੰਨੀਆਂ ਇਸਤਰੀਆਂ ਆਈਆਂ ਸਾਰੀਆਂ ਬੜੀਆਂ ਤਗੜੀਆਂ, ਵਿਦਵਾਨ ਤੇ ਕਵਿਤਰੀਆਂ ਸਨ। ਔਰਤਾਂ ਜਿਹੜੀਆਂ ਸੀ ਉਹਨਾਂ ਨੇ ਆਪਣੇ ਪਹਿਰਾਵੇ ਵਿੱਚ ਬਹੁਤ ਪਰਿਵਰਤਨ ਆਇਆ ਉਹਨਾਂ ਦੇ 'ਚ। ਉਹਨਾਂ ਨੇ ਵਧੀਆ ਤੇ ਕੀਮਤੀ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ। ਕਈ ਤਰ੍ਹਾਂ ਦੇ ਗਹਿਣੇ ਪਾਉਣੇ ਸ਼ੁਰੂ ਕਰ ਦਿੱਤੇ। ਹੀਰੇ, ਮੋਤੀ, ਪਾਊਡਰ, ਕਰੀਮਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਪਹਿਲਾਂ ਔਰਤਾਂ ਨੂੰ ਇਹਨਾਂ ਚੀਜ਼ਾਂ ਦੀ ਇਜਾਜ਼ਤ ਨਹੀਂ ਸੀ। ਨੈਕਸਟ, ਨੈਤਿਕਤਾ ਦਾ ਪਤਨ। ਕਿਉਂਕਿ ਨੈਤਿਕਤਾ ਦਾ ਪਤਨ ਉਦੋਂ ਹੀ ਹੁੰਦਾ ਵਾ ਜਦੋਂ ਆਧੁਨਿਕ ਯੁੱਗ ਹੁੰਦਾ ਵਾ। ਪਹਿਲੋਂ ਲੋਕ ਜਿਹੜੇ ਸੀ ਧਰਮ ਦੇ ਬਹੁਤ ਨਜ਼ਦੀਕ ਸੀਗੇ, ਅੰਧ ਵਿਸ਼ਵਾਸੀ ਸੀਗੇ, ਧਰਮ ਤੋਂ ਡਰਦੇ ਮਾਰੇ ਕੋਈ ਗਲਤ ਕੰਮ ਨਹੀਂ ਸੀ ਕਰਦੇ। ਬਟ ਜਦੋਂ ਉਹਨਾਂ ਦਾ ਧਰਮ ਤੋਂ ਵਿਸ਼ਵਾਸ ਥੋੜਾ ਚੁੱਕਿਆ ਗਿਆ ਜਾਂ ਧਰਮ ਤੋਂ ਦੂਰ ਚਲੇ ਗਏ, ਫਿਰ ਉਹਨਾਂ ਦੇ ਵਿੱਚ ਧਨ ਕਮਾਉਣ ਦੀ ਰੁਚੀ ਵਧੀ। ਔਰ ਸਾਰਿਆਂ ਨੂੰ ਪਤਾ ਵਾ ਜਦੋਂ ਧਨ ਕਮਾਉਣ ਦੀ ਰੁਚੀ ਵੱਧਦੀ ਆ ਤੇ ਇਨਸਾਨ ਜਿਹੜਾ ਵਾ ਉਹਦੀ ਨੈਤਿਕਤਾ ਦਾ ਪਤਨ ਹੋ ਜਾਂਦਾ। ਉਹ ਧਨ ਕਮਾਉਣ ਵਾਸਤੇ ਬੇਈਮਾਨੀ ਵੀ ਕਰਦਾ ਹੈ, ਝੂਠ ਵੀ ਬੋਲਦਾ ਹੈ ਔਰ ਹੋਰ ਵੀ ਕਈ ਤਰ੍ਹਾਂ ਦੇ ਮਕਾਰੀਆਂ ਕਰਦਾ। ਚੋਰੀਆਂ ਡਾਕੇ ਵੱਧ ਗਏ, ਪਾਦਰੀ ਚਰਿੱਤਰਹੀਨ ਹੋ ਗਏ। ਮਾਨਵਵਾਦ ਦੀ ਭਾਵਨਾ ਦਾ ਵਿਕਾਸ। ਕਹਿੰਦਾ ਇਹਨੇ ਮਾਨਵਵਾਦ ਦੀ ਭਾਵਨਾ ਦਾ ਵਿਕਾਸ ਕੀਤਾ। ਇਹ ਪ੍ਰਭਾਵ ਪਿਆ ਸੀ ਪੁਨਰ ਜਾਗਰਣ ਦਾ। ਇਹ ਸੀਗੇ ਸਮਾਜਿਕ ਕਾਰਨ, ਪ੍ਰਭਾਵ। ਇਹਨਾਂ ਨੂੰ ਆਪਾਂ ਮਿਕਸ ਕਰਕੇ ਵੀ ਲਿਖ ਸਕਦੇ। ਦੂਸਰੇ ਹੈਗੇ ਆ ਧਾਰਮਿਕ ਪ੍ਰਭਾਵ। ਧਾਰਮਿਕ ਪ੍ਰਭਾਵ ਦੋ ਪਏ। ਇੱਕ ਤੇ ਧਰਮ ਸੁਧਾਰ ਅੰਦੋਲਨ ਲਈ ਰਾਹ ਬਣਾਤਾ। ਜਦੋਂ ਪੁਨਰ ਜਾਗਰਣ ਹੋਇਆ, ਲੋਕਾਂ ਦੀ ਸੋਚ ਚੇਂਜ ਹੋਈ ਤੇ ਉਸ ਤੋਂ ਬਾਅਦ ਇੱਕ ਧਰਮ ਸੁਧਾਰ ਅੰਦੋਲਨ ਵੀ ਹੋਇਆ। ਨੈਕਸਟ ਪੇਜ 'ਚ ਆਏਗਾ ਉਹ। ਕਹਿੰਦਾ ਕਿ ਇਹਨੇ ਧਰਮ ਸੁਧਾਰ ਅੰਦੋਲਨ ਦੇ ਰਾਹ ਖੋਲ ਦਿੱਤੇ। ਅੰਧ ਵਿਸ਼ਵਾਸ ਤੇ ਵਹਿਮ ਭਰਮ ਜਾਂਦੇ ਰਹੇ। ਲੋਕੀ ਜਿਹੜੇ ਅੰਧ ਵਿਸ਼ਵਾਸੀ ਸੀਗੇ ਕਿਉਂਕਿ ਉਹਨਾਂ ਨੂੰ ਗਿਆਨ ਨਹੀਂ ਸੀ ਹੈਗਾ, ਉਹਨਾਂ ਦੇ ਉਹ ਜਾਲ ਵਿੱਚ, ਅੰਧ ਵਿਸ਼ਵਾਸ ਦੇ ਜਾਲ ਵਿੱਚ ਫਸੇ ਹੋਏ ਸੀ। ਔਰ ਜਦੋਂ ਪੁਨਰ ਜਾਗਰਣ ਆਇਆ ਤੇ ਲੋਕਾਂ ਦਾ ਜੀਵਨ ਜਿਹੜਾ ਖੁਸ਼ੀਆਂ ਭਰਿਆ ਹੋ ਗਿਆ ਕਿਉਂਕਿ ਉਹਨਾਂ ਨੇ ਅੰਧ ਵਿਸ਼ਵਾਸ ਕਰਨਾ ਛੱਡ ਦਿੱਤਾ। ਆਰਥਿਕ ਪ੍ਰਭਾਵ। ਵਪਾਰ ਅਤੇ ਉਦਯੋਗਾਂ ਵਿੱਚ ਉੱਨਤੀ। ਕਹਿੰਦਾ ਕਿ ਇਸ ਅੰਦੋਲਨ ਨੇ ਯੂਰਪ ਤੇ ਏਸ਼ੀਆ ਵਿਚਕਾਰ ਵਪਾਰ ਖੋਲ੍ਹ ਦਿੱਤਾ। ਅੰਤਰਰਾਸ਼ਟਰੀ ਪੱਧਰ ਤੇ ਵਪਾਰ ਹੋਣ ਲੱਗ ਗਿਆ ਔਰ ਬਹੁਤ ਸਾਰੇ ਲੋਕਾਂ ਦੀ ਹਾਲਤ ਜਿਹੜੀ ਉਹ ਸੁਧਰ ਗਈ। ਨਵੀਆਂ ਬਸਤੀਆਂ ਨੇ ਰੂਪ ਦਿੱਤਾ। ਕਹਿੰਦਾ ਪੁਨਰ ਜਾਗਰਣ ਦੇ ਕਾਰਨ ਬਹੁਤ ਸਾਰੀਆਂ ਨਵੀਆਂ ਬਸਤੀਆਂ ਹੋਂਦ ਵਿੱਚ ਆਈਆਂ। ਯੂਰਪ ਦੇ ਲੋਕਾਂ ਨੇ ਏਸ਼ੀਆ, ਅਫਰੀਕਾ ਤੇ ਅਮਰੀਕਾ ਦੇ ਵਿੱਚ ਆਪਣੀਆਂ ਬਸਤੀਆਂ ਬਣਾਈਆਂ। ਨਵੀਆਂ ਕੰਪਨੀਆਂ ਹੋਂਦ ਵਿੱਚ ਆਈਆਂ, ਵਪਾਰਕ ਕੰਪਨੀਆਂ, ਜਿਵੇਂ ਕਿ ਈਸਟ ਇੰਡੀਆ ਕੰਪਨੀ, ਫਰਾਂਸੀਸੀ ਕੰਪਨੀ। ਇਹਨਾਂ ਕੰਪਨੀਆਂ ਨੇ ਯੂਰਪ ਨੂੰ ਮਾਲਾ ਮਾਲ ਕਰ ਦਿੱਤਾ। ਨੈਕਸਟ ਆ ਜਾਓ ਰਾਜਨੀਤਿਕ ਪ੍ਰਭਾਵ। ਰਾਸ਼ਟਰੀ ਭਾਵਨਾ ਦਾ ਵਿਕਾਸ। ਜਦੋਂ ਪੁਨਰ ਜਾਗਰਣ ਹੋਇਆ ਤੇ ਰਾਸ਼ਟਰੀ ਏਕੀਕਰਨ ਹੋਇਆ। ਲੋਕਾਂ ਦੇ ਅੰਦਰ ਰਾਸ਼ਟਰ ਦੇ ਵਾਸਤੇ ਭਾਵਨਾ ਪੈਦਾ ਹੋਈ। ਲੋਕਾਂ ਦੀ ਦੇਸ਼ ਦੇ ਪ੍ਰਬੰਧ ਵਿੱਚ ਅਧਿਕ ਹਿੱਸਾ ਲੈਣ ਦੀ ਮੰਗ। ਕਿਉਂਕਿ ਪੁਨਰ ਜਾਗਰਣ ਤੋਂ ਪਹਿਲਾਂ ਲੋਕ ਜਿਹੜੇ ਸੀ ਦੇਸ਼ ਦੇ ਰਾਜਨੀਤਿਕ ਕੰਮਾਂ 'ਚ ਹਿੱਸਾ ਨਹੀਂ ਸੀ ਲੈਂਦੇ। ਬਾਅਦ ਵਿੱਚ ਉਹਨਾਂ ਨੇ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਰਾਜਤੰਤਰ ਨਿਰੰਕੁਸ਼ਵਾਦ ਦਾ ਜਨਮ। ਉਸ ਤੋਂ ਬਾਅਦ ਫਿਰ ਰਾਜਿਆਂ ਦਾ ਰਾਜ ਆਇਆ ਔਰ ਉਹਨਾਂ ਨੇ ਨਿਰੰਕੁਸ਼ ਰਾਜ ਦੀ ਸਥਾਪਨਾ ਕੀਤੀ। ਸਾਮਤਵਾਦ ਨੂੰ ਧੱਕਾ। ਪੁਨਰ ਜਾਗਰਣ ਤੋਂ ਪਹਿਲਾਂ ਸਾਮਤਵਾਦ ਦਾ ਬਹੁਤ ਬੋਲਬਾਲਾ ਸੀ ਕਿਉਂਕਿ ਧਰਮ ਨੂੰ ਰਾਜ ਤੋਂ ਉੱਪਰ ਸਮਝਿਆ ਜਾਂਦਾ ਸੀ ਤੇ ਇਸ ਕਰਕੇ ਰਾਜੇ ਦੀ ਸ਼ਕਤੀ ਘੱਟ ਹੁੰਦੀ ਸੀ ਔਰ ਪੌਪ ਦੀ ਸ਼ਕਤੀ ਜ਼ਿਆਦਾ ਹੁੰਦੀ ਸੀ। ਇਹ ਚੀਜ਼ ਖਤਮ ਹੋ ਗਈ। ਯੁੱਧ ਕਲਾ ਵਿੱਚ ਪਰਿਵਰਤਨ। ਪੁਨਰ ਜਾਗਰਣ ਤੋਂ ਪਹਿਲਾਂ ਯੁੱਧ ਜਿਹੜਾ ਸੀ ਨੇਜੇ, ਭਾਲਿਆਂ, ਤਲਵਾਰਾਂ ਨਾਲ ਖੇਡਿਆ ਜਾਂਦਾ ਸੀ। ਬਟ ਬਾਅਦ ਵਿੱਚ
ਜਿਹੜਾ ਗੋਲਾ ਬਰੂਦ ਆਉਣ ਦੇ ਨਾਲ ਜਾਂ ਉਹਦੀਆਂ ਕਾਢਾਂ ਦੇ ਨਾਲ ਯੁੱਧ ਜਿਹੜਾ ਕਰਨ ਦਾ ਤਰੀਕਾ ਬਦਲ ਗਿਆ। ਸੱਭਿਆਚਾਰਕ ਪ੍ਰਭਾਵ ਕੁਆਲਿਟੀ ਇਕੱਲੇ ਪੜ੍ਹੂੰਗੀ। ਸਿੱਖਿਆ ਨੂੰ ਤਾਂ ਉਤਸ਼ਾਹ, ਲੋਕਾਂ ਨੇ ਸਕੂਲਾਂ ਵਿੱਚ ਜਾਣਾ ਸ਼ੁਰੂ ਕੀਤਾ। ਸਾਹਿਤ ਦਾ ਵਿਕਾਸ, ਬਹੁਤ ਜ਼ਿਆਦਾ ਸਾਹਿਤ ਲਿਖਿਆ ਗਿਆ। ਕਲਾ ਨੂੰ ਉਤਸ਼ਾਹ, ਬਹੁਤ ਜ਼ਿਆਦਾ ਲੋਕਾਂ ਨੇ ਚਿੱਤਰਕਾਰੀ ਕਲਾ ਵਿਖਾਉਣੀ ਸ਼ੁਰੂ ਕਰ ਦਿੱਤੀ। ਸੁੰਦਰ ਸੁੰਦਰ ਵਸਤੂਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਨਰ ਜਾਗਰਣ ਤੇ ਮੂਰਤੀ ਕਲਾ ਭਵਨ ਨਿਰਮਾਣ ਉੱਤੇ ਬਹੁਤ ਪ੍ਰਭਾਵ ਪਿਆ। ਕਹਿੰਦਾ ਇਸ ਤੋਂ ਪਹਿਲਾਂ ਪੁਨਰ ਜਾਗਰਣ ਤੋਂ ਪਹਿਲਾਂ ਨਾ ਪੌਪ ਨੇ ਇੱਕ ਪਾਬੰਦੀ ਲਗਾਈ ਹੁੰਦੀ ਸੀ ਚਿੱਤਰਕਲਾ ਵਾਲਿਆਂ ਤੇ, ਮੂਰਤੀ ਬਣਾਉਣ ਵਾਲਿਆਂ ਤੇ, ਕਿ ਤੁਸੀਂ ਜੀਸਸ ਤੇ ਮਰੀਅਮ ਤੋਂ ਬਿਨਾਂ ਕਿਸੇ ਦੀ ਮੂਰਤੀ ਨਹੀਂ ਬਣਾਉਣੀ। ਬਟ ਇਸ ਤੋਂ ਬਾਅਦ ਬਹੁਤ ਸੁੰਦਰ ਸੁੰਦਰ ਹੋਰ ਵੀ ਇਨਸਾਨਾਂ ਦੀਆਂ ਮੂਰਤੀਆਂ ਬਣਨੀਆਂ ਸ਼ੁਰੂ ਹੋ ਗਈਆਂ। ਵਿਗਿਆਨ ਨੂੰ ਉਤਸ਼ਾਹ ਮਿਲਿਆ। ਭੂਗੋਲਿਕ ਖੋਜਾਂ, ਇਹ ਸੀਗਾ ਕੁਐਸਚਨ ਤੁਹਾਡਾ ਇੰਪੋਰਟੈਂਟ, ਇੱਕ ਹੀ ਕੁਐਸਚਨ ਇਹਦੇ 'ਚ। ਨੈਕਸਟ ਹੈਗਾ ਤੁਹਾਡਾ ਸੈਕਿੰਡ ਚੈਪਟਰ, ਧਰਮ ਸੁਧਾਰ ਅੰਦੋਲਨ ਕੀ ਆ। ਧਰਮ ਸੁਧਾਰ ਅੰਦੋਲਨ ਤੋਂ ਭਾਵ ਕਿ ਧਰਮ ਦੇ ਵਿੱਚ ਸੁਧਾਰ ਕਰਨ ਵਾਸਤੇ ਜੋ ਵੀ ਉਸ ਸਮੇਂ ਤੇ ਯੁੱਧ ਹੋਇਆ, ਉਹਨੂੰ ਅਸੀਂ ਅੰਦੋਲਨ ਹੋਏ, ਉਹਨੂੰ ਕਹਿੰਦੇ ਆ ਧਰਮ ਸੁਧਾਰ ਅੰਦੋਲਨ। ਕਿਉਂਕਿ ਧਰਮ ਸੁਧਾਰ ਅੰਦੋਲਨ ਇਸ ਕਰਕੇ ਆ ਸੀ ਕਿ ਜਿਹੜੇ ਕੈਥੋਲਿਕ ਚਰਚ ਦੇ ਪਾਦਰੀ ਸੀ ਉਹ ਬਹੁਤ ਜ਼ਿਆਦਾ ਭ੍ਰਿਸ਼ਟ ਹੋ ਗਏ ਸੀ, ਚਰਿੱਤਰਹੀਨ ਹੋ ਗਏ ਸੀ, ਔਰ ਲੋਕਾਂ ਉੱਤੇ ਬਹੁਤ ਜ਼ਿਆਦਾ ਤਸ਼ੱਦਦ ਕਰਦੇ ਸੀ, ਜ਼ੁਲਮ ਕਰਦੇ ਸੀ, ਔਰ ਉਹਦੇ ਕਰਕੇ ਫਿਰ ਇੱਕ ਧਰਮ ਸੁਧਾਰ ਅੰਦੋਲਨ ਹੋਇਆ। ਇਹਦੇ ਵਿੱਚ ਨਾ ਇੱਕ ਕੁਐਸਚਨ ਹੁੰਦਾ ਮਾਰਟਨ ਲੂਥਰ ਕੌਣ ਸੀਗਾ। ਮਾਰਟਨ ਲੂਥਰ ਹੀ ਇੱਕ ਉਹ ਇਨਸਾਨ ਸੀ ਜਿਹਨੇ ਧਰਮ ਸੁਧਾਰ ਅੰਦੋਲਨ ਸ਼ੁਰੂ ਕੀਤਾ ਸੀ। ਇਹ ਜਰਮਨੀ ਦਾ ਰਹਿਣ ਵਾਲਾ ਸੀ ਔਰ ਇੱਕ ਗਰੀਬ ਪਰਿਵਾਰ ਦਾ ਸੰਬੰਧ ਰੱਖਦਾ। ਇਹਦਾ ਪਿਤਾ ਜਿਹੜਾ ਮਾਰਟਨ ਲੂਥਰ ਦੀ ਚੰਗੀ ਸਿੱਖਿਆ ਦਾ ਪ੍ਰਬੰਧ ਕੀਤਾ। ਮਾਰਟਨ ਲੂਥਰ ਨੇ ਜਿਹੜੀ ਆਪਣੀ ਉੱਚ ਸਿੱਖਿਆ ਸੀ ਬ੍ਰਿਟੇਨਬਰਗ ਵਿਸ਼ਵ ਵਿਦਿਆਲਿਆ ਵਿੱਚ, ਇਹ ਧਰਮ ਸ਼ਾਸਤਰ ਦਾ ਅਧਿਆਪਕ ਨਿਯੁਕਤ ਹੋ ਗਿਆ। ਉਹਨਾਂ ਦਿਨਾਂ ਵਿੱਚ ਕਹਿੰਦਾ ਜਿਹੜਾ ਪੌਪ ਸੀ ਨਾ, ਉਹਦੇ ਜਿਹੜੇ ਪ੍ਰਤੀਨਿਧੀ ਸੀ ਅੱਗੋਂ, ਜਾਣੀ ਕਿ ਉਹਦੇ ਏਜੰਟ, ਉਹ ਇੰਡਲਜਸ ਨਾਂ ਦੇ ਇੱਕ ਨਾ ਮਾਫੀਨਾਮੇ ਵੇਚਦੇ ਹੁੰਦੇ ਸੀ, ਖਿਮਾ ਪੱਤਰ। ਉਹਦੇ ਵਿੱਚ ਉਹ ਕੀ ਲੋਕਾਂ ਨੂੰ ਵਹਿਮ ਪਾਇਆ ਸੀ ਕਿ ਜਿਹੜੇ ਇਨਸਾਨ ਨੇ ਕੋਈ ਪਾਪ ਕੀਤਾ ਵਾ ਉਹ ਇਹ ਖਿਮਾ ਪੱਤਰ ਖਰੀਦ ਸਕਦੇ ਨੇ ਆਪਣੀ ਸਾਰੀ ਦੌਲਤ ਚਰਚ ਦੇ ਨਾਂ ਲਗਾ ਕੇ। ਤੇ ਇਹ ਮਾਰਟਨ ਲੂਥਰ ਨੂੰ ਸਹੀ ਨਹੀਂ ਲੱਗਾ। ਇਹਨੇ ਲੋਕਾਂ ਦੀ ਸੋਚ ਨੂੰ ਚੇਂਜ ਕੀਤਾ ਕਿ ਨਹੀਂ, ਇਹ ਬਿਲਕੁਲ ਗਲਤ ਆ, ਇਸ ਤਰ੍ਹਾਂ ਦਾ ਕੋਈ ਮਾਫੀਨਾਮਾ ਨਹੀਂ ਹੁੰਦਾ, ਤੁਸੀਂ ਆਪਣੀ ਜ਼ਮੀਨ ਜਾਇਦਾਦ ਤੇ ਕਿਸ ਤਰ੍ਹਾਂ ਦੇ ਖਿਮਾ ਪੱਤਰ ਨਾ ਲਵੋ। ਉਹਨਾਂ ਨੇ ਇਹ ਵਹਿਮ ਪਾਇਆ ਸੀ ਕਿ ਜਿਹੜਾ ਵੀ ਖਿਮਾ ਪੱਤਰ ਖਰੀਦੂਗਾ ਉਹਦੇ ਸਾਰੇ ਅਪਰਾਧ ਮਾਫ ਹੋ ਜਾਂਦੇ ਆ। ਲੂਥਰ ਨੇ ਇਹਨਾਂ ਖਿਮਾ ਪੱਤਰਾਂ ਦਾ ਵਿਰੋਧ ਕੀਤਾ, ਲੋਕਾਂ ਨੂੰ ਦੱਸਿਆ ਕਿ ਖਿਮਾ ਪੱਤਰ ਦੀ ਖਰੀਦ ਨਾਲ ਮਨੁੱਖ ਆਪਣੇ ਪਾਪਾਂ ਤੇ ਅਪਰਾਧਾਂ ਤੋਂ ਮੁਕਤ ਨਹੀਂ ਹੋ ਸਕਦਾ। ਇਸ ਕਰਕੇ ਲੋਕ ਹੀ ਇਕੱਲੇ ਪਾਪੀ ਨਹੀਂ ਹੁੰਦੇ, ਪੌਪ ਵੀ ਪਾਪੀ ਹੁੰਦੇ ਨੇ। ਉਹਨੇ ਪੌਪ ਦੇ ਵਿਰੁੱਧ ਪ੍ਰਚਾਰ ਦੇਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਕਹਿੰਦਾ ਇਹ ਝਗੜਾ ਜਿਹੜਾ ਸੀ ਇਹ ਧਰਮ ਸੁਧਾਰ ਅੰਦੋਲਨ ਦਾ ਕਾਰਨ ਬਣਿਆ। ਇਹਦੇ ਵਿੱਚ ਅਸੀਂ ਕਾਰਨ ਤੇ ਪ੍ਰਭਾਵ ਪੜ੍ਹਨੇ ਆ। ਪਹਿਲਾ ਕਾਰਨ ਇਹੀ ਹੈ ਇਹਦਾ ਕਿ ਮਾਰਟਨ ਲੂਥਰ, ਤਤਕਾਲੀਨ ਕਾਰਨ ਤੇ ਇਹੀ ਆ ਰਾਸ਼ਟਰੀ ਭਾਵਨਾ ਦਾ ਵਿਕਾਸ। ਲੋਕਾਂ ਦੇ ਮਨ ਵਿੱਚ ਰਾਸ਼ਟਰੀ ਭਾਵਨਾ ਦਾ ਵਿਕਾਸ ਆਇਆ। ਇੰਗਲੈਂਡ ਵਿੱਚ ਜੌਨ ਵਾਈਕਲਿਫ ਦੇ ਯਤਨ। ਇੰਗਲੈਂਡ ਵਿੱਚ ਜੌਨ ਵਾਈਕਲਿਫ ਨਾਮ ਦਾ ਇੱਕ ਇਨਸਾਨ ਸੀ ਜਿਹਨੇ ਧਰਮ ਸੁਧਾਰ ਅੰਦੋਲਨ ਵਿੱਚ ਯੋਗਤਾ ਪਾਈ। ਨੈਕਸਟ ਹੈਗਾ ਇਹਦਾ ਕਾਰਨ ਵਰਮਸ, ਕਿਸਾਨਾਂ ਦਾ ਵਿਦਰੋਹ, ਪ੍ਰੋਟੈਸਟ ਚਰਚ ਦਾ ਜਨਮ। ਹੁਣ ਕੀ ਆ, ਪਹਿਲੇ ਇੱਕ ਹੀ ਚਰਚ ਹੁੰਦੀ ਸੀ, ਕੈਥੋਲਿਕ ਚਰਚ। ਜਦੋਂ ਕੈਥੋਲਿਕ ਚਰਚ ਦੇ ਜਿਹੜੇ ਪਾਦਰੀ ਸੀਗੇ ਉਹ ਚਰਿੱਤਰਹੀਨ ਹੋ ਗਏ, ਸ਼ੋਸ਼ਣ ਕਰਦੇ ਸੀ ਲੋਕਾਂ ਦਾ ਔਰ ਅਤਿਆਚਾਰ ਕਰਦੇ ਸੀ, ਸਾਰੀ ਜ਼ਮੀਨ ਜਾਇਦਾਦ ਲੋਕਾਂ ਕੋਲੋਂ ਖੋਹ ਲੈਂਦੇ ਸੀਗੇ ਮਾਫੀਨਾਮੇ ਦੇ ਕੇ। ਉਹਦੇ ਵਿਰੋਧ ਦੇ ਵਿੱਚ, ਪ੍ਰੋਟੈਸਟ ਦਾ ਮਤਲਬ ਹੁੰਦਾ ਵਿਰੋਧ ਕਰਨਾ, ਉਹਦੇ ਵਿਰੋਧ ਵਿੱਚ ਲੋਕ ਉੱਤਰ ਆਏ ਔਰ ਉਹਨਾਂ ਨੇ ਇੱਕ ਆਪਣੀ ਨਵੀਂ ਚਰਚ ਬਣਾਈ, ਪ੍ਰੋਟੈਸਟੈਂਟ ਚਰਚ। ਇਹ 1526 ਈਸਵੀ ਵਿੱਚ ਬਣੀ ਔਰ ਇਹ ਚਰਚ ਦੇ ਲੋਕ ਜਿਹੜੇ ਸੀ ਮਾਰਟਨ ਲੂਥਰ ਦੇ ਨਾਲ ਰਲ ਕੇ ਕੈਥੋਲਿਕ ਚਰਚ ਦਾ ਵਿਰੋਧ ਕਰਨ ਲੱਗ ਪਏ। ਇਸ ਵਿੱਚ ਸਾਰੇ ਪ੍ਰੋਟੈਸਟੈਂਟ ਰਾਜਾਂ ਨੇ ਮਿਲ ਕੇ ਆਪਣੀ ਸੁਰੱਖਿਆ ਦਾ ਪ੍ਰਬੰਧ ਕਰ ਲਿਆ ਔਰ ਲੂਥਰਵਾਦ ਜਿਹੜਾ ਹੈ ਲੂਥਰ ਦੇ ਵਿਚਾਰਾਂ ਨੂੰ ਦਾ ਪ੍ਰਚਾਰ ਕੀਤਾ। ਅੱਗੇ ਆ ਗਿਆ
ਜਿਹੜਾ ਜਰਮਨੀ ਵਿੱਚ ਲੂਥਰਵਾਦ ਦੀ ਸਫਲਤਾ ਦੇ ਕਾਰਨ ਜਿਹੜਾ ਲੂਥਰਵਾਦ ਨੇ ਆਪਣਾ ਪ੍ਰਚਾਰ ਕੀਤਾ ਸੀ ਨਾ ਪੌਪ ਦੇ ਵਿਰੁੱਧ, ਉਹ ਜਿਹੜਾ ਸਾਰੀ ਜਰਮਨੀ ਵਿੱਚ ਫੈਲ ਗਿਆ। ਔਰ ਇੰਗਲੈਂਡ ਦੇ ਵਿੱਚ ਧਰਮ ਸੁਧਾਰ ਅੰਦੋਲਨ ਜਿਹੜਾ ਸੀ ਉਹ ਇੰਗਲੈਂਡ ਦੇ ਵਿੱਚ ਮਾਰਟਨ ਲੂਥਰ ਨੇ ਕਰਵਾਇਆ। ਕਹਿੰਦਾ ਕਿ ਜਿਹੜਾ ਮਾਰਟਨ ਲੂਥਰ ਦੇ ਵਿਚਾਰਾਂ ਦਾ ਜਿਹੜਾ ਪ੍ਰਭਾਵ ਸੀ ਇੰਗਲੈਂਡ ਵਿੱਚ ਬਹੁਤ ਜ਼ਿਆਦਾ ਪਿਆ, ਪਰ ਲੋਕ ਰਾਜੇ ਤੋਂ ਡਰਦੇ ਸਨ ਕਿਉਂਕਿ ਜਿਹੜਾ ਰਾਜਾ ਸੀਗਾ ਮਾਰਟਨ ਲੂਥਰ ਦੇ ਵਿਰੁੱਧ ਸੀ, ਉਸਨੇ ਉਸਦੇ ਵਿਰੁੱਧ ਇੱਕ ਪੁਸਤਕ ਵੀ ਲਿਖੀ, ਜਿਸ ਕਰਕੇ ਪੋਪ ਨੇ ਹੈਨਰੀ 8ਵੇਂ ਨੂੰ ਧਰਮ ਰੱਖਿਅਕ ਦਾ ਖਿਤਾਬ ਦਿੱਤਾ। ਪਰ ਮਾਰਟਨ ਲੂਥਰ ਦੀ ਬਗਾਵਤ ਦਾ ਇੰਗਲੈਂਡ ਉੱਤੇ ਪ੍ਰਭਾਵ ਪਿਆ ਅਤੇ ਇਸ ਤਰ੍ਹਾਂ ਇੰਗਲੈਂਡ ਦੇ ਵਿੱਚ ਧਰਮ ਸੁਧਾਰ ਅੰਦੋਲਨ ਜਿਹੜਾ ਸਾਰੇ ਯੂਰਪ ਵਿੱਚ ਹੌਲੀ ਹੌਲੀ ਫੈਲ ਗਿਆ। ਹੁਣ ਇੱਕ ਕੁਐਸਚਨ ਇਵੇਂ ਹੁੰਦਾ ਕੈਥੋਲਿਕ ਚਰਚ ਅਤੇ ਪ੍ਰੋਟੈਸਟੈਂਟ ਚਰਚ ਬਾਰੇ ਦੱਸੋ। ਕੈਥੋਲਿਕ ਚਰਚ ਜਿਹੜੀ ਸੀ ਉਹ ਪੁਰਾਣੀ ਸੀ, ਈਸੋਜੀਆ ਤੇ ਪੈਲੇਸਟਾਈਨ ਦੇ ਵਿੱਚ ਰਹਿੰਦਾ ਸੀ। ਉਹਦਾ ਰੋਮਨਾਂ ਤੇ ਅਧਿਕਾਰ ਸੀ। ਰੋਮ ਇਹਨਾਂ ਦਾ ਵੱਡਾ ਸ਼ਹਿਰ ਸੀ। ਜਦੋਂ ਈਸਾਈ ਧਰਮ ਫੈਲਣ ਲੱਗਾ ਤਾਂ ਇਸ ਨੂੰ ਰੋਮ ਲੈ ਗਏ। ਕੁਝ ਪਿੱਛੋਂ ਜਿਹੜੇ ਮੁਖੀ ਪਾਦਰੀ ਬਿਸ਼ਪ ਜਿਹੜਾ ਸੀ ਈਸਾਈ ਧਰਮ ਦਾ ਮੁਖੀਆ ਬਣਿਆ, ਔਰ ਪੋਪ ਦੇ ਆਖਿਆਂ ਹੀ ਸਾਰੇ ਲੋਕ ਈਸਾਈ ਧਰਮ ਨੂੰ ਮੰਨਣ ਲੱਗ ਪਏ। ਔਰ ਬਾਈਬਲ ਜਿਹੜੀ ਸੀ ਉਸ ਸਮੇਂ ਬਾਈਬਲ ਜਿਹੜੀ ਸੀ ਉਹ ਈਸਾਈਆਂ ਦਾ ਪਵਿੱਤਰ ਗ੍ਰੰਥ ਸੀ, ਸਿਰਫ ਹੈਬਰੀਓ ਭਾਸ਼ਾ ਵਿੱਚ ਸੀ ਔਰ ਉਹਨੂੰ ਕਿਸੇ ਹੋਰ ਭਾਸ਼ਾ ਵਿੱਚ ਟਰਾਂਸਲੇਟ ਕਰਨ ਦੀ ਮਨਾਹੀ ਸੀ। ਇਸ ਕਰਕੇ ਪਾਦਰੀ ਜੋ ਮਰਜ਼ੀ ਉਹਦੇ ਤੋਂ ਪੜ੍ਹ ਕੇ ਲੋਕਾਂ ਨੂੰ ਦੱਸ ਦਿੰਦੇ, ਲੋਕ ਉਹਦੇ ਉੱਤੇ ਵਿਸ਼ਵਾਸ ਕਰ ਲੈਂਦੇ ਸੀ। ਜਦੋਂ ਲੋਕਾਂ ਨੂੰ ਲੱਗਾ, ਮਾਰਟਨ ਲੂਥਰ ਨੂੰ ਹੀ ਲੱਗਾ ਕਿ ਇਹ ਪੋਪ ਜਿਹੜੇ ਹੁਣ ਲੋਕਾਂ ਦਾ ਸ਼ੋਸ਼ਣ ਕਰਦੇ, ਉਹਦੇ ਵਿਰੋਧ ਵਿੱਚ ਪ੍ਰੋਟੈਸਟ ਹੋਇਆ ਔਰ ਪ੍ਰੋਟੈਸਟ ਕਰਨ ਵਾਲੇ ਲੋਕਾਂ ਨੇ ਆਪਣੀ ਇੱਕ ਵੱਖਰੀ ਚਰਚ ਬਣਾਈ ਜਿਹਦਾ ਨਾਮ ਪ੍ਰੋਟੈਸਟੈਂਟ ਰੱਖ ਦਿੱਤਾ, ਕਿਉਂਕਿ ਕੈਥੋਲਿਕ ਚਰਚ ਵਿੱਚ ਬਹੁਤ ਸਾਰੀਆਂ ਬੁਰਾਈਆਂ ਆ ਗਈਆਂ ਸੀ। ਉਹਨਾਂ ਦੀਆਂ ਬੁਰਾਈਆਂ ਨੂੰ ਦੂਰ ਕਰਨ ਵਾਸਤੇ ਇਹ ਜਿਹੜੀ ਚਰਚ ਬਣਾਈ ਗਈ। ਇਹਦੇ ਵਿੱਚ ਪੌਪ ਦੇ ਵਿਰੁੱਧ ਆਵਾਜ਼ ਉਠਾਉਣ ਦੀ ਹਿੰਮਤ ਕੀਤੀ ਵਾਈਕਲਿਫ ਨੇ ਔਰ ਮਾਰਟਨ ਲੂਥਰ ਨੇ। ਨੈਕਸਟ ਇੱਕ ਕੁਐਸਚਨ ਹੁੰਦਾ 30 ਸਾਲਾਂ ਯੁੱਧ ਤੋਂ ਕੀ ਭਾਵ ਹੈ। 30 ਸਾਲ ਯੁੱਧ ਜਿਹੜਾ 1618 ਈਸਵੀ ਵਿੱਚ ਮੱਧ ਯੂਰਪ ਵਿੱਚ ਆਰੰਭ ਹੋਇਆ ਔਰ ਇਹ 30 ਸਾਲ ਤੱਕ ਚੱਲਿਆ। 1948 ਤੱਕ 1648 ਤੱਕ 1618 ਨੂੰ ਸ਼ੁਰੂ ਹੋਇਆ ਔਰ 1648 ਤੱਕ ਚੱਲਿਆ। ਇਸ ਕਰਕੇ ਇਹਨੂੰ 30 ਸਾਲਾਂ ਯੁੱਧ ਕਹਿੰਦੇ ਆ। ਔਰ ਇਹ ਯੁੱਧ ਜਿਹੜਾ ਸੀ ਬੋਹੀਆ ਧਾਰਮਿਕ ਰੋਮਨ ਸ਼ਾਸਕ ਫਰਡੀਨੈਂਡ ਦੂਜੇ ਨੇ ਪ੍ਰੋਟੈਸਟਾਂ ਦੇ ਖਿਲਾਫ ਕੀਤਾ ਸੀ ਔਰ ਇਹਦੇ ਵਿੱਚ ਬਹੁਤ ਵੱਡੀਆਂ ਤਾਕਤਾਂ ਨੇ ਹਿੱਸਾ ਲਿਆ, ਜਿਵੇਂ ਫਰਾਂਸ, ਸਵੀਡਨ ਨੇ ਵੀ ਇਹਦੇ ਵਿੱਚ ਭਾਗ ਲਿਆ। ਇਹ ਯੁੱਧ ਦਾ परिणाम ਇਹ ਹੋਇਆ ਕਿ ਇਸ ਯੁੱਧ ਦੇ ਵਿੱਚ ਬਹੁਤ ਜ਼ਿਆਦਾ ਜਾਨ ਮਾਲ ਦਾ ਨੁਕਸਾਨ ਹੋਇਆ। ਜਰਮਨ ਦੇ ਹਰ ਕੋਨੇ ਵਿੱਚ ਇਹ ਯੁੱਧ ਹੋਇਆ। ਨਾਗਰਿਕ ਕੀ ਕਰਦੇ ਸੀ, ਲੋਕ ਇੱਕ ਦੂਜੇ ਨਾਲ ਲੜਨ ਦਾ ਬਹਾਨਾ ਲੱਭਦੇ ਸੀ, ਸਿਰਫ ਇੱਕ ਆਪਣੇ ਧਰਮ ਬਦਲੇ। ਪ੍ਰੋਟੈਸਟ ਧਰਮ ਦੇ ਲੋਕ, ਕੈਥੋਲਿਕ ਚਰਚ ਦੇ ਲੋਕ ਔਰ ਪ੍ਰੋਟੈਸਟ ਚਰਚ ਦੇ ਲੋਕ ਇੱਕ ਦੂਜੇ ਨਾਲ ਲੜਦੇ ਸੀ। ਇੰਨਾ ਜ਼ਿਆਦਾ ਨੁਕਸਾਨ ਹੋਣ ਦੇ ਬਾਵਜੂਦ ਲੋਕਾਂ ਨੇ ਫਿਰ ਥੋੜਾ ਜਿਹਾ ਯੁੱਧ ਤੋਂ ਪਰੇ ਹੋਣਾ ਸ਼ੁਰੂ ਕਰਤਾ। ਉਹਨਾਂ ਨੇ ਸੋਚਿਆ ਕਿ ਇਸ ਤਰ੍ਹਾਂ ਸਾਡੀ ਆਰਥਿਕ ਤਰੱਕੀ ਰੁਕਦੀ ਆ। ਫਿਰ ਇਹ ਯੁੱਧ 1648 ਵਿੱਚ ਖਤਮ ਹੋ ਗਿਆ। ਹੁਣ ਇਹਦੇ ਧਰਮਿਕ ਸੁਧਾਰ ਅੰਦੋਲਨ ਦੇ ਆਪਾਂ ਕਾਰਨ ਪੜ੍ਹ ਲਏ ਸੀ, ਪ੍ਰਭਾਵ ਪੜਾਂਗੇ। ਇਹਦੇ ਪ੍ਰਭਾਵ ਕੀ ਪਏ। ਸਭ ਤੋਂ ਪਹਿਲੇ ਰਾਸ਼ਟਰੀ ਰਾਜਾਂ ਦੀ ਸ਼ਕਤੀ ਵਿੱਚ ਵਾਧਾ। ਜਦੋਂ ਧਰਮ ਸੁਧਾਰ ਅੰਦੋਲਨ ਹੋਇਆ ਉਸ ਤੋਂ ਬਾਅਦ ਧਰਮ ਦੀ ਸ਼ਕਤੀ ਜਾਂਦੀ ਰਹੀ, ਰਾਜਿਆਂ ਦੀ ਸ਼ਕਤੀ ਵਿੱਚ ਵਾਧਾ ਹੋ ਗਿਆ। ਕਿਉਂਕਿ ਕੈਥੋਲਿਕ ਚਰਚ ਦੀ ਸ਼ਕਤੀ ਜਿਹੜੀ ਉਹਦਾ ਅੰਤ ਹੋ ਗਿਆ। ਹੁਣ ਸ਼ਕਤੀ ਰਾਜਿਆਂ ਦੇ ਹੱਥ ਵਿੱਚ ਆ ਗਈ। ਧਰਮ ਦੇ ਆਧਾਰ ਤੇ ਯੂਰਪ ਦੇਸ਼ਾਂ ਵਿਚਕਾਰ ਲੜਾਈਆਂ। ਕਹਿੰਦਾ ਧਰਮ ਦੇ ਆਧਾਰ ਤੇ ਯੂਰਪ ਦੇ ਸਾਰੇ ਦੇਸ਼ਾਂ ਵਿੱਚ ਲੜਾਈਆਂ ਹੋਈਆਂ। ਧਰਮ ਦੀ ਨੀਤੀ ਵੱਖ-ਵੱਖ। ਪਹਿਲੋਂ ਕਹਿੰਦਾ ਕਿ ਰਾਜ ਅਤੇ ਧਰਮ ਦੋਨੋਂ ਮਿਲ ਕੇ ਕੰਮ ਕਰਦੇ ਸੀ, ਬਟ ਹੁਣ ਧਰਮ ਜਿਹੜਾ ਸੀ ਉਹ ਰਾਜ ਨਾਲੋਂ ਵੱਖਰਾ ਹੋ ਗਿਆ, ਕਿਉਂਕਿ ਕੈਥੋਲਿਕ ਪਾਦਰੀਆਂ ਦੇ ਜਿਹੜੇ ਸ਼ਕਤੀਆਂ ਸੀ ਖੋਹ ਲਈਆਂ ਗਈਆਂ। ਇਸ ਕਰਕੇ ਰਾਜੇ ਸ਼ਕਤੀ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਗਈ। ਨਵੀਆਂ ਰਾਜਨੀਤਿਕ ਵਿਚਾਰਾਂ ਦਾ ਉਥਾਨ। ਕਹਿੰਦਾ ਇਸ ਤੋਂ ਬਾਅਦ ਬਹੁਤ ਸਾਰੀਆਂ ਰਾਜਨੀਤਿਕ ਵਿਚਾਰਧਾਰਾ ਹੋਂਦ ਵਿੱਚ ਆਈ, ਜਿਵੇਂ ਸਮਾਜਵਾਦ, ਸਾਮਵਾਦ, ਵਿਅਕਤੀਵਾਦ, ਨਾਜ਼ੀਵਾਦ, ਫਾਸਿਸਟਵਾਦ। ਰਾਜਿਆਂ ਦੇ ਨਿਰਕੁੰਠ ਸ਼ਕਤੀਆਂ ਵਿੱਚ ਵਾਧਾ। ਹੁਣ ਰਾਜੇ ਜਿਹੜੇ ਸੀ ਉਹ ਸ਼ਕਤੀ ਦਾ ਸਾਧਨ ਸੀਗੇ, ਉਹਨਾਂ ਕੋਲ ਸ਼ਕਤੀ ਹੁੰਦੀ ਸੀ, ਇਸ ਕਰਕੇ ਉਹ ਹੁਣ ਨਿਰਕੁੰਠ ਸ਼ਕਤੀ ਦੇ ਮਾਲਕ ਹੋ ਗਏ ਸੀ। ਔਰ ਚਰਚ ਦੀ ਸਾਰੀ ਸੰਪਤੀ ਜਿਹੜੀ ਸੀ ਉਹ ਰਾਸ਼ਟਰ ਦੇ ਨਾਂ ਤੇ ਲੱਗ ਗਈ। ਆਰਥਿਕ ਪ੍ਰਭਾਵ ਕਿਹੜੇ ਪਏ।
ਧਰਮ ਸੁਧਾਰ ਅੰਦੋਲਨ ਨਾਲ ਖੇਤੀਬਾੜੀ ਦਾ ਵਿਕਾਸ ਹੋਇਆ, ਨਵੇਂ ਯੰਤਰ ਆ ਗਏ, ਵਿਗਿਆਨਿਕ ਕਾਢਾਂ ਵਣਜ ਤੇ ਵਪਾਰ ਵਿੱਚ ਉੱਨਤੀ, ਬਹੁਤ ਸਾਰਾ ਵਪਾਰ ਹੋਣ ਲੱਗ ਪਿਆ। ਕਹਿੰਦਾ ਕਿ ਪਹਿਲੋਂ ਕੈਥੋਲਿਕ ਚਰਚ ਵਿੱਚ ਇਹ ਸੀਗਾ ਕਿ ਕੋਈ ਵਿਆਜੀ ਪੈਸੇ ਨਹੀਂ ਸੀ ਲੈਂਦਾ ਜਾਂ ਦਿੰਦਾ ਨਹੀਂ ਸੀ, ਬਟ ਪ੍ਰੋਟੈਸਟ ਧਰਮ ਦੇ ਨਾਲ ਇਸ ਵਿਚਾਰਧਾਰਾ ਨੂੰ ਬਦਲਤਾ। ਹੁਣ ਲੋਕ ਆਪਣਾ ਵਪਾਰ ਕਰਨ ਵਾਸਤੇ ਵਿਆਜੀ ਪੈਸੇ ਲੈਂਦੇ ਵੀ ਸੀ ਤੇ ਦਿੰਦੇ ਵੀ ਸੀ। ਲੋਕਾਂ ਦੇ ਵਿੱਚ ਧਨ ਕਮਾਉਣ ਦਾ ਉਤਸ਼ਾਹ ਜਿਹੜਾ ਵੱਧ ਗਿਆ। ਕਿਸਾਨਾਂ ਦੀ ਆਰਥਿਕ ਹਾਲਤ ਤੇ ਮੰਦਾ ਪ੍ਰਭਾਵ। ਕਹਿੰਦਾ ਕਿ ਧਰਮ ਸੁਧਾਰ ਅੰਦੋਲਨ ਨੇ ਕਿਸਾਨਾਂ ਦੀ ਹਾਲਤ ਨੂੰ ਬਹੁਤ ਮਾੜਾ ਕੀਤਾ। ਕਹਿੰਦਾ ਕਿ ਜਦੋਂ ਜਰਮਨੀ ਦੇ ਕਿਸਾਨਾਂ 'ਚ ਮਾਰਟਨ ਲੂਥਰ ਦੇ ਪ੍ਰਚਾਰ ਨਾਲ ਕਾਫੀ ਜਾਗ੍ਰਿਤੀ ਆਈ ਤੇ ਕਿਸਾਨਾਂ ਨੇ ਆਪਣੇ ਕੁਲੀਨਾਂ ਦੇ ਵਿਰੁੱਧ ਹਥਿਆਰ ਚੁੱਕ ਲਏ, ਪਰ ਕਿਸਾਨਾਂ ਨੇ ਇਸ ਵਿਦਰੋਹ ਦੀ ਸ਼ਕਤੀ ਨੂੰ ਨਾ ਕੁਚਲ ਸਕੇ, ਜਿਸ ਕਰਕੇ ਮਾਰਟਨ ਲੂਥਰ ਨੇ ਕਿਸਾਨਾਂ ਦਾ ਸਮਰਥਨ ਨਹੀਂ ਕੀਤਾ ਔਰ ਧਰਮ ਸੁਧਾਰ ਅੰਦੋਲਨ ਕਾਰਨ ਕਿਸਾਨਾਂ ਤੇ ਧਾਰਮਿਕ ਕਰ ਵੱਧ ਗਏ, ਜਾਣੀ ਕਿ ਟੈਕਸ ਜ਼ਿਆਦਾ ਵਧਾਤਾ ਗੁੱਸੇ ਵਿੱਚ। ਧਾਰਮਿਕ ਪ੍ਰਭਾਵ, ਕੈਥੋਲਿਕ ਧਰਮ ਵਿੱਚ ਪਵਿੱਤਰਤਾ। ਕਹਿੰਦਾ ਜਦੋਂ ਇਹ ਧਰਮ ਸੁਧਾਰ ਅੰਦੋਲਨ ਹੋਇਆ, ਜਿਹੜੇ ਕੈਥੋਲਿਕ ਧਰਮ ਦੀ ਪਵਿੱਤਰਤਾ ਹੋ ਗਈ ਸੀ, ਪਾਦਰੀ ਜਿਹੜੇ ਸ਼ੋਸ਼ਣ ਕਰਦੇ ਸੀ ਔਰ ਬਦਨਾਮ ਸੀ ਆਪਣੇ ਕਰੈਕਟਰ ਨੂੰ ਲੈ ਕੇ, ਉਹਦੇ ਵਿੱਚ ਪਵਿੱਤਰਤਾ ਆ ਗਈ, ਅਤਿਆਚਾਰ ਖਤਮ ਹੋ ਗਏ ਜਿਹੜੇ ਲੋਕਾਂ ਤੇ ਹੁੰਦੇ ਸੀ। ਧਰਮ ਸੁਧਾਰ ਅੰਦੋਲਨ ਨੇ ਚਰਚ ਦੀ ਸ਼ਕਤੀ ਘਟਾਤੀ, ਰਾਜੇ ਦੀ ਸ਼ਕਤੀ ਵਧਾਤੀ, ਰਾਸ਼ਟਰੀ ਚਰਚ ਦੀ ਸਥਾਪਨਾ ਹੋ ਗਈ। ਇੰਗਲੈਂਡ ਵਿੱਚ ਐਕਟ ਆਫ ਸੁਪਰਮੇਸੀ ਤੇ ਜਰਮਨੀ ਵਿੱਚ ਆਗਸਬਰਗ ਦੀ ਸ਼ਾਂਤੀ ਨੇ ਰਾਸ਼ਟਰੀ ਚਰਚ ਦੀ ਸਥਾਪਨਾ ਕੀਤੀ। ਯੂਰਪ ਦੇ ਦੇਸ਼ਾਂ ਵਿਚਕਾਰ ਧਾਰਮਿਕ ਯੁੱਧ, ਬੌਧਿਕ ਸੁਤੰਤਰਤਾ ਨੂੰ ਵਿਅਕਤੀਤਾ ਦਾ ਵਿਕਾਸ, ਕੈਥੋਲਿਕ ਧਰਮ ਸੁਧਾਰ ਅੰਦੋਲਨ। ਸੰਸਕ੍ਰਿਤਿਕ ਪ੍ਰਭਾਵ, ਸਿੱਖਿਆ ਦਾ ਵਿਕਾਸ ਹੋਇਆ, ਦੇਸ਼ੀ ਭਾਸ਼ਾਵਾਂ ਦਾ ਵਿਕਾਸ ਹੋਇਆ, ਕਿਉਂਕਿ ਪਹਿਲਾਂ ਇਹ ਜਿਹੜੇ ਕੈਥੋਲਿਕ ਚਰਚ ਵਾਲੇ ਸੀ ਇਹ ਆਪਣੇ ਬਾਈਬਲ ਨੂੰ ਕਿਸੇ ਹੋਰ ਭਾਸ਼ਾ ਵਿੱਚ ਨਹੀਂ ਸੀ ਛਪਣ ਦਿੰਦੇ, ਬਾਅਦ ਵਿੱਚ ਸਾਰੀਆਂ ਭਾਸ਼ਾਵਾਂ ਵਿੱਚ ਬਾਈਬਲ ਛਪੀ। ਕਲਾ ਤੇ ਸਾਹਿਤ ਦਾ ਵਿਕਾਸ ਹੋਇਆ। ਸਮਾਜਿਕ ਪ੍ਰਭਾਵ ਵਿੱਚ ਆਪਾਂ ਸੇਮ ਹੀ ਲਿਖ ਦਾਂਗੇ ਕਿ ਇਹਦੇ ਵਿੱਚ ਬਹੁਤ ਸਾਰੇ ਸਮਾਜਿਕ ਪ੍ਰਭਾਵ ਵੀ ਪਏ। ਨੈਕਸਟ ਹੈਗਾ ਵਾ ਅਮਰੀਕਾ ਦੀ। ਸਭ ਤੋਂ ਪਹਿਲਾਂ ਇੰਗਲੈਂਡ ਦੇ ਖਿਲਾਫ ਅਮਰੀਕਾ ਨੇ ਕ੍ਰਾਂਤੀ ਕੀਤੀ। ਔਰ ਇਹਦੇ ਕਾਰਨ, ਅਮਰੀਕਾ ਦੀ ਕ੍ਰਾਂਤੀ ਦੇ ਕਾਰਨ ਤੇ ਪ੍ਰਭਾਵ, ਇਹ ਵੀ ਕੁਐਸਚਨ ਇਸ ਤਰ੍ਹਾਂ ਹੀ ਆਉਂਦਾ ਵਾ, ਕਾਰਨ ਔਰ ਪ੍ਰਭਾਵ। ਥਰਡ ਚੈਪਟਰ ਅਮਰੀਕਾ ਦੀ ਕ੍ਰਾਂਤੀ, ਵੈਰੀ ਇੰਪੋਰਟੈਂਟ ਕੁਐਸਚਨ। ਸਭ ਤੋਂ ਪਹਿਲਾਂ ਜਿਹੜੀ ਅਮਰੀਕਾ ਦੀਆਂ ਬਸਤੀਆਂ ਨੇ ਆਜ਼ਾਦੀ ਦੀ ਲੜਾਈ ਲੜੀ ਸੀ, ਜਿਹੜੀ ਕਿ ਇੰਗਲੈਂਡ ਦੇ ਖਿਲਾਫ ਸੀ। ਔਰ ਅਮਰੀਕਾ ਦੀ ਕ੍ਰਾਂਤੀ ਜਿਹੜੀ ਆ ਉਹ ਅਮਰੀਕਾ ਵੱਲ ਦੇਖ ਕੇ ਬਾਅਦ ਵਿੱਚ ਫਰਾਂਸ ਨੇ ਕ੍ਰਾਂਤੀ ਕੀਤੀ ਸੀ। ਔਰ ਇਹਦਾ ਵੀ ਇੱਕ ਹੀ ਕੁਐਸਚਨ ਹੁੰਦਾ, ਅਮਰੀਕਾ ਦੀ ਕ੍ਰਾਂਤੀ ਦੇ ਕਾਰਨ ਤੇ ਉਹਦੇ ਪ੍ਰਭਾਵ ਲਿਖੋ। ਅਮਰੀਕਾ ਦੀਆਂ ਜਿਹੜੀਆਂ ਬਸਤੀਆਂ ਦੀ ਆਜ਼ਾਦੀ, ਜਾਣੀ ਕਿ ਇੰਗਲੈਂਡ ਨੇ ਨਾ ਜਦੋਂ ਉਦਯੋਗਿਕ ਕ੍ਰਾਂਤੀ, ਉਸ ਤੋਂ ਬਾਅਦ ਸਾਰੀਆਂ ਬਸਤੀਆਂ ਜਿਹੜੀਆਂ ਬਾਕੀ ਦੇਸ਼ਾਂ ਦੇ ਵਿੱਚ ਆਪਣੀਆਂ ਆਰੰਭ ਕੀਤੀਆਂ ਸੀਗੀਆਂ, ਮਤਲਬ ਕਿ ਵਸਾਈਆਂ ਹੋਈਆਂ ਸੀ, ਜਿਹਦੇ ਤੋਂ ਇੰਗਲੈਂਡ ਨੂੰ ਬਹੁਤ ਫਾਇਦਾ ਹੁੰਦਾ ਸੀ। ਕਹਿੰਦਾ ਕਿ ਅਮਰੀਕਾ ਦੀਆਂ ਬਸਤੀਆਂ ਦੀ ਆਜ਼ਾਦੀ ਤੋਂ ਲਈ ਜਿਹੜੀ ਲੜਾਈ 1775 ਵਿੱਚ ਸ਼ੁਰੂ ਹੋਈ ਸੀ ਔਰ 1785 10 ਸਾਲ ਤੱਕ ਇਹ ਚੱਲਦੀ ਰਹੀ। ਇਸ ਲੜਾਈ ਵਿੱਚ ਬਸਤੀਆਂ ਦੇ ਲੋਕਾਂ ਨੂੰ ਸ਼ਾਨਦਾਰ ਜਿੱਤ ਪ੍ਰਾਪਤ ਹੋਈ ਔਰ ਜਿਨ੍ਹਾਂ ਕਾਰਨਾਂ ਕਰਕੇ ਇਹ ਕ੍ਰਾਂਤੀ ਹੋਈ ਸੀ। ਇਹ ਜਿਹੜੀਆਂ ਲੜਾਈਆਂ ਕਹਿੰਦੇ ਇਸ ਕ੍ਰਾਂਤੀ ਦੇ ਦੌਰਾਨ ਹੋਈਆਂ ਸੀਗੀਆਂ, ਉਹਨਾਂ ਦੇ ਕਾਰਨ ਲਿਖੇ। ਪਹਿਲਾਂ ਕਾਰਨ ਪੁੱਛਣੇ ਔਰ ਪ੍ਰਭਾਵ ਪੁੱਛਣੇ। ਕਾਰਨ ਇਹਦੇ ਵਿੱਚ ਕਾਫੀ ਸਾਰੇ ਦਿੱਤੇ ਆ, ਬਟ ਆਪਾਂ ਜੇਕਰ ਦੋਨੋਂ ਚੀਜ਼ਾਂ ਪੁੱਛਦੇ ਆਪਾਂ 6 ਹੀ ਕਾਰਨ ਦੇ ਦੇਣੇ, 6 ਹੀ ਇਹਦੇ ਪ੍ਰਭਾਵ ਦੇ ਦਾਂਗੇ। ਕਰਨੇ ਤੁਸੀਂ 10 ਹੈ, ਕਈ ਵਾਰੀ ਇਕੱਲੇ ਕਾਰਨ ਪੁੱਛਦੇ ਆ। ਸਭ ਤੋਂ ਪਹਿਲਾਂ ਹੈਗਾ ਵਾ ਕਿ ਅਮਰੀਕਾ ਦੀ ਕ੍ਰਾਂਤੀ ਦਾ ਮੁੱਖ ਤੇ ਮਹੱਤਵਪੂਰਨ ਕਾਰਨ ਅਮਰੀਕਾ ਦੇ ਲੋਕਾਂ ਦੇ ਦ੍ਰਿਸ਼ਟੀਕੋਣ, ਜਿਹੜਾ ਉਹਨਾਂ ਦਾ ਨਜ਼ਰੀਆ ਸੀ, ਉਹਦੇ ਵਿੱਚ ਪਰਿਵਰਤਨ ਆਇਆ। ਔਰ ਇੱਕ ਆਧੁਨਿਕ ਯੁੱਗ ਦੇ ਪ੍ਰਭਾਵ ਕਾਰਨ ਲੋਕ ਜਿਹੜੇ ਸੀ ਉਹ ਪਰਿਵਰਤਨ, ਉਹਨਾਂ ਦੀ ਸੋਚ ਵਿੱਚ ਪਰਿਵਰਤਨ ਆਇਆ। ਉਹਨਾਂ ਨੇ ਆਪਣੀ ਜਿੱਤ ਵਾਸਤੇ ਜਾਂ ਆਪਣੇ ਉਦੇਸ਼ ਦੀ ਪ੍ਰਾਪਤੀ ਵਾਸਤੇ ਹੱਥ ਪੈਰ ਮਾਰਨੇ ਸ਼ੁਰੂ ਕੀਤੇ। ਔਰ ਇਹ ਨੀਚੇ ਲਿਖੇ ਕਾਰਨ ਹੈ। ਸਭ ਤੋਂ ਪਹਿਲਾ ਕਾਰਨ ਆ ਉਪਨਿਵੇਸ਼ਾਂ ਵਿੱਚ ਇੰਗਲੈਂਡ ਦੇ ਪ੍ਰਤੀ ਘ੍ਰਿਣਾ। ਜਿਹੜੇ ਅਮਰੀਕਾ ਵਿੱਚ ਸਾਰੇ ਬ੍ਰਿਟਿਸ਼ ਜਿੰਨੇ ਵੀ ਉਪਨਿਵੇਸ਼ ਸੀਗੇ, ਜਿਹੜੇ ਆਪਣੀ ਪੂੰਜੀ ਲਾਉਂਦੇ ਸੀ ਉੱਥੇ ਜਾਂ ਬਸਤੀਆਂ ਸਥਾਪਿਤ ਕਰਦੇ ਸੀ,
ਲੋਕਾਂ ਦੇ ਦਿਲਾਂ ਵਿੱਚ ਨਾ ਨਫ਼ਰਤ ਪੈਦਾ ਹੋ ਗਈ ਉਹਨਾਂ ਦੇ ਪ੍ਰਤੀ, ਬ੍ਰਿਟਿਸ਼ ਸਰਕਾਰ ਦੇ ਪ੍ਰਤੀ। ਕਹਿੰਦਾ ਉਹਨਾਂ ਦੇ ਦਿਲ ਵਿੱਚ ਬ੍ਰਿਟਿਸ਼ ਸਰਕਾਰ ਦਾ ਵਿਰੋਧ ਬਦਲੇ ਦੀ ਭਾਵਨਾ ਕੁੱਟ-ਕੁੱਟ ਕੇ ਭਰ ਗਈ ਤੇ ਉਹਨਾਂ ਨੇ ਧਾਰਮਿਕ ਅਤਿਆਚਾਰਾਂ ਤੋਂ ਤੰਗ ਆ ਕੇ ਅੰਗਰੇਜ਼ ਅਮਰੀਕਾ ਦੇ ਉੱਪਰ ਨਿਵੇਸ਼ ਦੇ ਵਸਨੀਕ ਬਣ ਗਏ। ਉਹਨਾਂ ਦੇ ਦਿਲਾਂ ਵਿੱਚ ਇੰਗਲੈਂਡ ਦੀ ਸਰਕਾਰ ਤੇ ਉੱਥੋਂ ਦੇ ਚਰਚ ਪ੍ਰਤੀ ਘਿਰਣਾ ਭਰ ਗਈ, ਜਿਸ ਕਰਕੇ ਉਹਨਾਂ ਨੇ ਇਸ ਕ੍ਰਾਂਤੀ ਨੂੰ ਭੜਕਾ ਦਿੱਤਾ। ਸੁਤੰਤਰਤਾ ਲਈ ਪਿਆਰ ਅਤੇ ਉੱਨਤੀ ਦੀ ਇੱਛਾ, ਕਿਉਂਕਿ ਹਰ ਕੋਈ ਸੁਤੰਤਰ ਰਹਿਣਾ ਚਾਹੁੰਦਾ, ਇਸ ਕਰਕੇ ਜਿਹੜੇ ਅਮਰੀਕਾ ਦੇ ਉੱਪਰ ਨਿਵਾਸੀ ਸੀਗੇ ਉਹਨਾਂ ਦੇ ਅੰਦਰ ਸੁਤੰਤਰਤਾ ਦੀ ਲਹਿਰ ਜਾਗੀ ਔਰ ਆਪਣੇ ਦੇਸ਼ ਨਾਲ ਆਪਣੇ ਦੇਸ਼ ਨਾਲ ਪਿਆਰ ਦਾ ਉਤਸ਼ਾਹ ਜਾਗ ਗਿਆ। ਇਸ ਕਰਕੇ ਵੀ ਇਹ ਵੀ ਇੱਕ ਕਾਰਨ ਸੀ ਕਿ ਉਹ ਬ੍ਰਿਟੇਨ ਦਾ ਸਾਮਰਾਜਵਾਦ ਖਤਮ ਕਰਨਾ ਚਾਹੁੰਦੇ ਸੀ, ਕਿਉਂਕਿ ਬ੍ਰਿਟਿਸ਼ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਸੀ ਉਹਨਾਂ ਨੂੰ ਅੱਗੇ ਨਹੀਂ ਸੀ ਵਧਣ ਦਿੰਦੀਆਂ। ਇਹਦੇ ਵਿੱਚੋਂ ਮੈਂ ਮੇਨ ਚੁੱਕੂੰਗੀ ਪੁਆਇੰਟ। ਦੂਸਰਾ ਹੈਗਾ 7 ਸਾਲਾ ਯੁੱਧ ਦਾ ਪ੍ਰਭਾਵ। ਫਰਾਂਸ ਦੇ ਉਪਨਿਵੇਸ਼ ਕੈਨੇਡਾ ਵਿੱਚ ਸਨ, ਇਸ ਲਈ ਅਮਰੀਕਾ ਦੀ ਜਨਤਾ ਨੂੰ ਇਹ ਡਰ ਲੱਗਾ ਰਹਿੰਦਾ ਸੀ ਕਿ ਫਰਾਂਸ ਉਹਨਾਂ ਉੱਤੇ ਹਮਲਾ ਨਾ ਕਰਦੇ ਕਰਕੇ ਆਪਣਾ ਪ੍ਰਭਾਵ ਨਾ ਜਮਾ ਲਵੇ। ਇਸ ਤਰ੍ਹਾਂ ਦੀ ਹਾਲਤ ਵਿੱਚ ਉਹਨਾਂ ਨੂੰ ਬ੍ਰਿਟਿਸ਼ ਸਰਕਾਰ ਦੀ ਸਹਾਇਤਾ ਉੱਤੇ ਨਿਰਭਰ ਹੋਣਾ ਪੈਣਾ ਸੀ। ਇਸੇ ਲਈ ਉਹ ਬ੍ਰਿਟਿਸ਼ ਸਰਕਾਰ ਦਾ ਵਿਰੋਧ ਨਹੀਂ ਕਰਦੇ ਸੀ, ਕਿਉਂਕਿ ਇਹਨਾਂ ਨੂੰ ਇਹ ਲੱਗਦਾ ਸੀ ਜੇਕਰ ਅਸੀਂ ਇੰਗਲੈਂਡ ਦਾ ਵਿਰੋਧ ਕੀਤਾ ਤੇ ਫਰਾਂਸ ਸਾਡੇ ਤੇ ਹਮਲਾ ਨਾ ਕਰਦੇ। ਪਰ 7 ਸਾਲਾ ਯੁੱਧ ਵਿੱਚ ਜਦੋਂ ਫਰਾਂਸ ਕਿਸੇ ਹੋਰ ਦੇਸ਼ ਨਾਲ ਯੁੱਧ ਕਰ ਰਿਹਾ ਸੀ ਇੰਗਲੈਂਡ ਨਾਲ, ਤਾਂ ਫਰਾਂਸ ਜਿਹੜਾ ਹਾਰ ਗਿਆ, ਜਿਹਦੇ ਕਰਕੇ ਕੈਨੇਡਾ ਤੇ ਇੰਗਲੈਂਡ ਦਾ ਅਧਿਕਾਰ ਹੋ ਗਿਆ ਤੇ ਇਸ ਕਰਕੇ ਉਹਨਾਂ ਲੋਕਾਂ ਦੇ ਮਨ ਵਿੱਚ ਇਹ ਡਰ ਨਿਕਲ ਗਿਆ। ਅਮਰੀਕਾ ਦੇ ਵਾਸੀਆਂ ਨੂੰ ਫਰਾਂਸ ਦਾ ਡਰ ਜਾਂਦਾ ਰਿਹਾ ਤੇ ਉਹਨਾਂ ਦੇ ਵਿੱਚ ਉਤਸ਼ਾਹ ਵਧਿਆ ਤੇ ਉਹਨਾਂ ਨੇ ਇੰਗਲੈਂਡ ਦੇ ਵਿਰੁੱਧ ਕ੍ਰਾਂਤੀ ਕੀਤੀ। ਅੱਗੇ ਆਪਾਂ ਕਰਾਂਗੇ ਫਰਾਂਸੀਸੀਆਂ ਦੁਆਰਾ ਅਮਰੀਕੀ ਬਸਤੀਆਂ ਨੂੰ ਉਕਸਾਉਣਾ। ਹੁਣ ਫਰਾਂਸ ਕਿਉਂਕਿ ਇੰਗਲੈਂਡ ਕੋ ਹਾਰ ਗਿਆ ਸੀ, ਇਸ ਕਰਕੇ ਇੰਗਲੈਂਡ ਤੋਂ ਬਦਲਾ ਲੈਣਾ ਚਾਹੁੰਦਾ ਸੀ। ਉਹਨੇ ਅਮਰੀਕਾ ਦੇ ਲੋਕਾਂ ਨੂੰ ਭੜਕਾਉਣਾ ਸ਼ੁਰੂ ਕਰਤਾ। ਉਹ ਬਸਤੀਆਂ ਵਸਾਉਣ ਵਾਲੇ ਲੋਕਾਂ ਨੂੰ ਭੜਕਾਉਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਆਜ਼ਾਦੀ ਲਓ। ਨੈਕਸਟ ਆਪਾਂ ਪੁਆਇੰਟ ਲਵਾਂਗੇ ਇਹਦਾ ਇੰਗਲੈਂਡ ਦੇ ਪ੍ਰਤੀ ਵਫਾਦਾਰੀ ਦੀ ਘਾਟ। ਕਹਿੰਦਾ ਜਿਹੜਾ ਅਮਰੀਕਾ ਦੇ ਉਪਨਿਵੇਸ਼ ਸੀਗੇ ਵਸਨੀਕਾਂ ਦੀ ਇੰਗਲੈਂਡ ਪ੍ਰਤੀ ਕੋਈ ਵਫਾਦਾਰੀ ਨਹੀਂ ਸੀ ਦੇ, ਉਹਨਾਂ ਦਾ ਇੰਗਲੈਂਡ ਪ੍ਰਤੀ ਕੋਈ ਪਿਆਰ ਨਹੀਂ ਸੀ, ਲਗਾਓ ਨਹੀਂ ਸੀ। ਇਹੀ ਕਾਰਨ ਸੀ ਕਿ ਉਹ ਇੰਗਲੈਂਡ ਦੇ ਵਿਰੁੱਧ ਹੋ ਗਏ। ਉਹ ਕਿਉਂਕਿ ਇੰਗਲੈਂਡ ਦੇ ਅਤਿਆਚਾਰ ਦੇ ਸ਼ਿਕਾਰ ਸੀ ਔਰ ਉਹ ਕਥੋਲਿਕਾਂ ਉੱਤੇ ਅਤਿਆਚਾਰ ਹੁੰਦੇ ਸਨ, ਇਸੇ ਕਰਕੇ ਉਹ ਆਪਣੇ ਅਤਿਆਚਾਰਾਂ ਤੋਂ ਦਾ ਅੰਤ ਪਾਉਣ ਵਾਸਤੇ ਉਹਨਾਂ ਨੇ ਕ੍ਰਾਂਤੀ ਕੀਤੀ। ਅੱਗੇ ਆ ਗਿਆ ਸਮਾਜਿਕ ਕਾਰਨ। ਸਮਾਜਿਕ ਕਾਰਨ ਆਪਾਂ 2-3 ਲਾਈਨਾਂ 'ਚ ਲਿਖਾਂਗੇ। ਆਰਥਿਕ ਕਾਰਨ, ਆਰਥਿਕ ਲੁੱਟ। ਹੁਣ ਇੰਗਲੈਂਡ ਜਿਹੜੀ ਸੀ ਉਹ ਉਪਨਿਵੇਸ਼ਾਂ ਦੀ ਬਹੁਤ ਜ਼ਿਆਦਾ ਲੁੱਟ ਕਰਦੀ ਸੀ, ਬਹੁਤ ਜ਼ਿਆਦਾ ਟੈਕਸ ਲਗਾਉਂਦੀ ਸੀ, ਜਿਹਦੇ ਕਰਕੇ ਲੋਕ ਉਹਦੇ ਖਿਲਾਫ ਹੋ ਗਏ। ਭੂਮੀ ਭੱਟੇ ਤੇ ਸੰਬੰਧੀ ਨੀਤੀ। ਅੱਗੇ ਹੈਗਾ ਨੈਕਸਟ ਪੁਆਇੰਟ ਆਪਾਂ ਕਰਾਂਗੇ ਤਤਕਾਲੀਨ ਕਾਰਨ। ਤਤਕਾਲੀਨ ਕਾਰਨ ਜ਼ਰੂਰ ਲਿਖਾਂਗੇ। ਗ੍ਰੇਨਵਿਲ ਦੀ ਨੀਤੀ। ਕਹਿੰਦਾ ਕਿ ਜਿਹੜਾ ਗ੍ਰੇਨਵਿਲ ਸੀ ਜਾਰਜ ਤੀਜੇ ਤੇ ਉਸਦੇ ਮੰਤਰੀ ਮੂਰਖਤਾ ਭਰੀ ਤੇ ਦੂਰਦਰਸ਼ਾਹੀਨ ਨੀਤੀ ਅਮਰੀਕਾ ਦਾ ਤਤਕਾਲੀਨ ਕਾਰਨ ਬਣੀ। ਕਿਉਂਕਿ ਉਹਦੇ ਜਿਹੜਾ ਗ੍ਰੇਨਵਿਲ ਸੀ ਉਹਦੇ ਸਾਹਮਣੇ ਜਦੋਂ ਆਰਥਿਕ ਕਠਿਨਾਈਆਂ ਸਾਹਮਣੇ ਆਈਆਂ ਪਰ ਉਸਨੇ ਉਹਨਾਂ ਦੇ ਹੱਲ ਲਈ ਕੋਈ ਉਪਰਾਲੇ ਨਹੀਂ ਕੀਤੇ। ਉਹਦੇ ਕੋਲ ਸੂਝ-ਬੂਝ ਦੀ ਘਾਟ ਸੀ, ਇਸ ਕਰਕੇ ਕ੍ਰਾਂਤੀ ਹੋਣੀ ਸੁਭਾਵਿਕ ਸੀ। ਇੱਕ ਇਹਦੇ ਵਿੱਚ ਕੁਐਸਚਨ ਹੁੰਦਾ ਜੇ ਸਟੈਂਪ ਐਕਟ ਕੀ ਹੁੰਦਾ ਸੀ, 2 ਮਾਰਕਸ ਦਾ। ਕਹਿੰਦਾ ਕਿ ਬ੍ਰਿਟਿਸ਼ ਸਰਕਾਰ ਆਪਣੇ ਸਾਮਰਾਜ ਦੇ ਖਰਚੇ ਲਈ ਅਮਰੀਕਾ ਦੇ ਉਪਨਿਵੇਸ਼ਾਂ ਦੀ ਜਨਤਾ ਪਾਸੋਂ ਇੱਕ ਧਨ ਇਕੱਠਾ ਕਰਦੀ ਸੀ, ਪਰ ਅਮਰੀਕਾ ਦੇ ਲੋਕ ਸਰਕਾਰ ਨੂੰ ਕੋਈ ਵੀ ਆਰਥਿਕ ਸਹਾਇਤਾ ਨਹੀਂ ਸੀ ਦੇਣਾ ਚਾਹੁੰਦੇ। ਇਸ ਲਈ ਪ੍ਰਧਾਨ ਮੰਤਰੀ ਗ੍ਰੇਨਵਿਲ ਨੇ 1765 ਨੂੰ ਇੱਕ ਸਟੈਂਪ ਐਕਟ ਸੰਸਦ ਵਿੱਚ ਪਾਸ ਕੀਤਾ। ਇਸ ਐਕਟ ਦੇ ਅਨੁਸਾਰ ਅਮਰੀਕਾ ਵਿੱਚ ਸਰਕਾਰੀ ਕਾਗਜ਼ਾਂ ਤੇ ਨਿਰਧਾਰਿਤ ਫੀਸ ਦਾ ਸਟੈਂਪ ਲਗਾਉਣਾ ਜ਼ਰੂਰੀ ਕਰ ਦਿੱਤਾ। ਇਸ ਐਕਟ ਨਾਲ ਸਰਕਾਰ ਆਪਣੀ ਆਮਦਨ ਵਿੱਚ ਵਾਧਾ ਕਰਨਾ ਚਾਹੁੰਦੀ ਸੀ, ਪਰ ਅਮਰੀਕਾ ਦੇ ਲੋਕਾਂ ਪਾਸੋਂ ਕਿਸੇ ਰੂਪ ਵਿੱਚ ਵੀ ਬ੍ਰਿਟਿਸ਼ ਸਰਕਾਰ ਲਈ ਧਨ ਇਕੱਠਾ ਕਰਨਾ ਕੋਈ ਸੌਖੀ ਗੱਲ ਨਹੀਂ ਸੀ। ਅਮਰੀਕਾ ਦੇ ਲੋਕਾਂ ਨੇ ਇਕਮੁੱਠ ਹੋ ਕੇ ਇੱਕੋ ਸ਼ਕਤੀਸ਼ਾਲੀ ਆਵਾਜ਼ ਨਾਲ ਸਟੈਂਪ ਐਕਟ ਦਾ ਵਿਰੋਧ ਕੀਤਾ। ਸਾਰੇ ਉਪਨਿਵੇਸ਼ਾਂ ਵਿੱਚ ਲੋਕ ਬ੍ਰਿਟਿਸ਼ ਸਰਕਾਰ ਵਿਰੁੱਧ ਭੜਕ ਗਏ ਔਰ ਬ੍ਰਿਟਿਸ਼ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ। ਇੱਕੋ ਆਵਾਜ਼ ਵਿੱਚ ਉਹਨਾਂ ਨੇ ਬੋਲਿਆ ਕਿ ਪ੍ਰਤੀਨਿਧਤਾ ਤੋਂ ਬਿਨਾਂ ਕੋਈ ਟੈਕਸ ਨਹੀਂ। ਅਮਰੀਕਾ ਦੇ ਲੋਕਾਂ ਦਾ ਸੰਗਠਨ, ਏਕਤਾ ਅਤੇ ਜੋਸ਼ ਦੇਖ ਕੇ ਬ੍ਰਿਟਿਸ਼ ਸਰਕਾਰ ਨੇ ਮਜਬੂਰੀ ਵਿੱਚ ਸਟੈਂਪ ਐਕਟ ਜਿਹੜਾ ਸੀ ਰੱਦ ਕਰ ਦਿੱਤਾ। ਜਦੋਂ ਉਹਨਾਂ ਨੇ ਸਟੈਂਪ ਐਕਟ ਰੱਦ ਕੀਤਾ ਤੇ ਲੋਕਾਂ ਦਾ ਹੌਸਲਾ ਵੱਧ ਗਿਆ। ਉਹਨਾਂ ਨੇ ਹੋਰ ਵੀ ਕਈ ਤਰ੍ਹਾਂ ਨਾਲ ਆਪਣੀਆਂ ਗੱਲਾਂ ਮਨਾਉਣੀਆਂ ਸ਼ੁਰੂ ਕੀਤੀਆਂ।
ਇੱਕ ਇਹਦੇ ਵਿੱਚ ਕੁਐਸਚਨ ਹੈਗਾ ਇੰਪੋਰਟੈਂਟ ਟੂ ਮਾਦਾ ਬੋਸਟਨ ਦਾ ਹੱਤਿਆਕਾਂਡ, ਵੈਰੀ ਵੈਰੀ ਇੰਪੋਰਟੈਂਟ ਕੁਐਸਚਨ। ਔਰ ਉਸ ਤੋਂ ਨੀਚੇ ਇੱਕ ਪੁਆਇੰਟ ਹੈਗਾ ਲਾਰਡ ਨਾਰਥ ਦਾ ਚਾਹ ਐਕਟ, ਬੋਸਟਨ ਚਾਹ ਪਾਰਟੀ। ਕਹਿੰਦਾ ਟਾਊਨ ਸ਼ੈਡ ਦੇ ਐਕਟਾਂ ਦੇ ਵਿਰੋਧ ਵਿੱਚ ਉਪਨਿਵੇਸ਼ ਵਾਸੀਆਂ ਨੇ ਬ੍ਰਿਟਿਸ਼ ਮਾਲ ਦਾ ਬਾਈਕਾਟ ਕਰਨਾ ਸ਼ੁਰੂ ਕਰਤਾ, ਜਿਵੇਂ ਭਾਰਤ ਵਿੱਚ ਕੀਤਾ ਸੀ ਕਿ ਇਹਨਾਂ ਦੀ ਕੋਈ ਚੀਜ਼ ਨਹੀਂ ਖਰੀਦਣੀ। ਉਹਨਾਂ ਨੇ ਕਈ ਥਾਵਾਂ ਤੇ ਬ੍ਰਿਟਿਸ਼ ਸਰਕਾਰ ਵਿਰੁੱਧ ਪ੍ਰਦਰਸ਼ਨ ਵੀ ਕੀਤੇ ਔਰ ਬ੍ਰਿਟਿਸ਼ ਸਰਕਾਰ ਨੇ ਟਾਊਨ ਸ਼ੈਡ ਐਕਟ ਲਾਗੂ ਕਰਨ ਲਈ ਅਮਰੀਕਾ ਵਿੱਚ ਸੈਨਾ ਭੇਜਤੀ। ਕਿੰਨੀ ਦੇਰ ਤਾਈਂ ਸੈਨਾ ਅਤੇ ਉਪਨਿਵੇਸ਼ ਵਾਸੀਆਂ ਵਿਚਕਾਰ ਸੰਘਰਸ਼ ਚੱਲਦਾ ਰਿਹਾ। ਇੱਕ ਦਿਨ ਬੋਸਟਨ ਨਗਰ, ਇਹ ਨਾ ਸ਼ਹਿਰ ਦਾ ਨਾਮ ਆ, ਨਗਰ ਦੇ ਕੁਝ ਲੋਕਾਂ ਨੇ ਅੰਗਰੇਜ਼ੀ ਸੈਨਿਕਾਂ ਨਾਲ ਦੁਰਵਿਵਹਾਰ ਕੀਤਾ ਤੇ ਉਹਨਾਂ ਨੂੰ ਬੁਰਾ ਭਲਾ ਆਖਿਆ। ਅੰਗਰੇਜ਼ੀ ਸੈਨਿਕਾਂ ਨੇ ਗੁੱਸੇ ਵਿੱਚ ਆ ਕੇ ਗੋਲੀ ਚਲਾ ਦਿੱਤੀ, ਜਿਸ ਨਾਲ 4 ਵਿਅਕਤੀਆਂ ਦੀ ਮੌਤ ਹੋ ਗਈ ਔਰ ਇਸ ਘਟਨਾ ਨੂੰ ਇਤਿਹਾਸ ਵਿੱਚ ਬੋਸਟਨ ਹੱਤਿਆਕਾਂਡ ਦਾ ਨਾਂ ਦਿੱਤਾ ਗਿਆ। ਇਸ ਘਟਨਾ ਨਾਲ ਲੋਕਾਂ ਦਾ ਸਬਰ ਟੁੱਟ ਗਿਆ, ਲੋਕ ਜਿਹੜੇ ਕ੍ਰਾਂਤੀ ਵਾਸਤੇ ਤਿਆਰ ਹੋ ਗਏ। ਇੱਕ ਕਹਿੰਦਾ ਚਰਚ ਦੀ ਸਭਾ ਵੀ ਬੁਲਾਈ ਗਈ। ਨੈਕਸਟ ਹੈਗਾ ਵਾ ਲਾਰਡ ਨਾਰਥ ਦਾ ਚਾਹ ਐਕਟ, ਬੋਸਟਨ ਚਾਹ ਪਾਰਟੀ। ਕਹਿੰਦਾ 1770 ਈਸਵੀ ਨੂੰ ਲਾਰਡ ਨਾਰਥ ਨੂੰ ਜਦੋਂ ਪ੍ਰਧਾਨ ਮੰਤਰੀ ਦੇ ਪਦ ਤੇ ਨਿਯੁਕਤ ਕੀਤਾ ਗਿਆ ਤਾਂ ਉਹਨੇ ਟਾਊਨ ਸ਼ੈਡ ਦੁਆਰਾ ਲਗਾਏ ਗਏ ਕਰ ਹਟਾ ਦਿੱਤੇ, ਪਰ ਇੱਕ ਕਰ ਰਹਿਤਾ ਚਾਹ ਦਾ ਕਰ, ਚਾਹ ਦੇ ਉੱਤੇ ਟੈਕਸ ਰਹਿਣ ਦਿੱਤਾ। ਬ੍ਰਿਟਿਸ਼ ਸਰਕਾਰ ਨੇ ਚਾਹ ਦਾ ਕਰ ਇਸ ਲਈ ਲਗਾਏ ਰੱਖਿਆ ਤਾਂ ਜੋ ਉਪਨਿਵੇਸ਼ ਵਾਲਿਆਂ ਦੀ ਭਾਵਨਾ ਬਣੀ ਰਹੇ ਕਿ ਬ੍ਰਿਟਿਸ਼ ਸੰਸਦ ਉਹਨਾਂ ਦਾ ਕਰ ਲਗਾਉਣ ਦਾ ਅਧਿਕਾਰ ਰੱਖਦੀ ਹੈ। ਲਾਰਡ ਨਾਰਥ ਨੀਤੀ ਨਾਲ ਉਪਨਿਵੇਸ਼ ਵਾਲਿਆਂ ਨੂੰ ਸ਼ਾਂਤ ਰੱਖਣਾ ਚਾਹੁੰਦੀ ਸੀ। ਉਸਨੇ ਈਸਟ ਇੰਡੀਆ ਕੰਪਨੀ ਨੂੰ ਭਾਰਤ ਤੋਂ ਸਿੱਧਾ ਅਮਰੀਕਾ ਚਾਹ ਭੇਜਣ ਦੀ ਆਗਿਆ ਦੇ ਦਿੱਤੀ। ਇਸ ਨਾਲ ਚਾਹ ਉੱਤੇ ਕਰ ਲੱਗਣ ਨਾਲ ਵੀ ਅਮਰੀਕਾ ਵਿੱਚ ਚਾਹ ਪਹਿਲਾਂ ਨਾਲੋਂ ਬਹੁਤ ਸਸਤੀ ਵਿਕਦੀ ਸੀ। ਕਹਿੰਦਾ ਇਹ ਪ੍ਰਬੰਧ ਸਫਲ ਨਾ ਹੋਇਆ। ਅਮਰੀਕਾ ਵਾਲੇ ਸਸਤੀ ਚਾਹ ਨੂੰ ਆਪਣੀ ਸੁਤੰਤਰਤਾ ਦੇ ਵਿਰੁੱਧ ਸਮਝਦੇ ਸੀ, ਜਿਸ ਕਰਕੇ ਚਾਹ ਦੇ ਕਰ ਦੇਣ ਨਾਲੋਂ ਜਿਹੜੇ ਉਪਨਿਵੇਸ਼ ਨਾਰਾਜ਼ ਹੋ ਗਏ ਅਤੇ ਉਹਨਾਂ ਨੇ ਸਰਕਾਰ ਨੂੰ ਕਰ ਲਗਾਉਣ ਤੇ ਅਧਿਕਾਰ ਨਾਲ ਨਾਰਾਜ਼ ਸੀਗੇ। ਉਹਨਾਂ ਨੇ ਕੀ ਕੀਤਾ ਕਿ 3 ਜਹਾਜ਼ ਭਰੇ ਹੀ ਚਾਹ ਨਾਲ ਉਪਨਿਵੇਸ਼ੀਆਂ ਨੇ ਰੈੱਡ ਇੰਡੀਅਨ ਦਾ ਭੇਸ ਬਦਲ ਕੇ ਉਹਨਾਂ ਜਹਾਜ਼ਾਂ ਨੂੰ ਲੁੱਟ ਲਿਆ ਤੇ ਚਾਹ ਦੀਆਂ 340 ਪੇਟੀਆਂ ਜਿਹੜੀਆਂ ਸਮੁੰਦਰ 'ਚ ਸੁੱਟ ਦਿੱਤੀਆਂ। ਇਸ ਕਰਕੇ ਇਹਨੂੰ ਬੋਸਟਨ ਚਾਹ ਪਾਰਟੀ ਦੇ ਨਾਂ ਨਾਲ ਜਾਣਿਆ ਜਾਂਦਾ। ਇਹ ਕਾਰਨ ਵਿੱਚ ਵੀ ਆਪਾਂ ਲਿਖ ਸਕਦੇ ਹਾਂ। ਨੈਕਸਟ ਆ ਜਾਓ ਤੁਸੀਂ, ਕ੍ਰਾਂਤੀ ਦੇ ਕੀ ਨਤੀਜੇ ਨਿਕਲੇ, ਕਿਉਂਕਿ ਕਾਰਨ ਅਸੀਂ ਕਰ ਲਏ ਆ, ਹੁਣ ਨਤੀਜੇ ਕਰਾਂਗੇ। ਪਹਿਲਾ ਨਤੀਜਾ ਇਹ ਸੀ ਕਿ ਸੁਤੰਤਰ ਰਾਜ ਦੀ ਸਥਾਪਨਾ, ਅਮਰੀਕਾ ਹਮੇਸ਼ਾ ਵਾਸਤੇ ਇੰਗਲੈਂਡ ਕੋਲੋਂ ਸੁਤੰਤਰ ਹੋ ਗਿਆ ਔਰ ਬ੍ਰਿਟਿਸ਼ ਸਰਕਾਰ ਨੇ ਉਹਨੂੰ ਮਾਨਤਾ ਦੇ ਦਿੱਤੀ। ਇਸ ਤਰ੍ਹਾਂ ਅਮਰੀਕਾ ਹੁਣ ਜਿਹੜਾ ਬਹੁਤ ਹੀ ਅਮੀਰ ਦੇਸ਼ ਬਣ ਗਿਆ। ਅੱਜ ਸਾਰਾ ਸੰਸਾਰ ਉਹਦੇ ਵੱਲ ਦੇਖਦਾ। ਲਿਖਤੀ ਸੰਵਿਧਾਨ, ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਅਮਰੀਕਾ ਨੇ ਆਪਣਾ ਇੱਕ ਲਿਖਤੀ ਸੰਵਿਧਾਨ ਤਿਆਰ ਕੀਤਾ ਔਰ ਇੱਕ ਸੰਘੀ ਸਰਕਾਰ ਦਾ ਨਿਰਮਾਣ ਕੀਤਾ ਔਰ ਉਹਨੇ ਇਹ ਸੰਵਿਧਾਨ ਲਿਖ ਕੇ ਦੁਨੀਆ ਦੇ ਸਾਹਮਣੇ ਤਜਰਬਾ ਪੇਸ਼ ਕੀਤਾ। ਸ਼ਕਤੀਸ਼ਾਲੀ ਸੰਘੀ ਸਰਕਾਰ ਦਾ ਨਿਰਮਾਣ, ਇਸ ਤੋਂ ਬਾਅਦ ਉਹਨੇ ਇੱਕ ਸ਼ਕਤੀਸ਼ਾਲੀ ਸੰਘੀ ਸਰਕਾਰ ਦਾ ਨਿਰਮਾਣ ਕੀਤਾ, ਜਿਹਦੇ ਵਿੱਚ ਇੱਕ ਸੈਂਟਰ ਗੌਰਮੈਂਟ ਸੀ ਔਰ ਉਹਦੇ ਅੱਗੋਂ ਪ੍ਰਤੀਨਿਧੀ ਸੀਗੇ ਔਰ ਦੇਸ਼ ਦੇ ਸਾਂਝੇ ਕੰਮ ਲਈ 13 ਰਾਜ ਸੀ, ਉਹਦੇ 13 ਸੂਬੇ ਸੀਗੇ ਜਿਨ੍ਹਾਂ ਨੇ ਉਹਦੀ ਸ਼ਕਤੀ ਨੂੰ ਪ੍ਰਵਾਨ ਕਰ ਲਿਆ ਔਰ ਉਹਨਾਂ ਨੇ ਨਾਲ ਹਰੇਕ ਰਾਜ ਦਾ ਇੱਕ ਵੱਖਰਾ ਸੰਵਿਧਾਨ ਵੀ ਬਣ ਗਿਆ। ਨੈਕਸਟ ਹੈਗਾ ਲੋਕ ਰਾਜ ਦੀ ਸਥਾਪਨਾ। ਅਮਰੀਕਾ ਵਿੱਚ ਲੋਕ ਰਾਜ ਦੀ ਸਥਾਪਨਾ ਯਾਨੀ ਕਿ ਡੈਮੋਕ੍ਰੈਟਿਕ ਗਵਰਨਮੈਂਟ ਹੋਂਦ ਵਿੱਚ ਆਈ। ਅਮਰੀਕਾ ਦੀ ਕ੍ਰਾਂਤੀ ਦੇ ਫਲਸਰੂਪ ਜਿਹੜੀ ਉੱਥੋਂ ਦੀ ਸਰਕਾਰ ਦੀ ਸਥਾਪਨਾ ਹੋਈ, ਉਹਦਾ ਸਰੂਪ ਲੋਕਤੰਤਰ ਸੀ, ਜਿਹੜਾ ਕਿ ਲੋਕਾਂ ਲਈ, ਲੋਕਾਂ ਦੁਆਰਾ ਅਤੇ ਲੋਕਾਂ ਦੀ ਸਰਕਾਰ ਸੀ। ਸਾਰੇ ਲੋਕ ਕਾਨੂੰਨ ਦੇ ਸਾਹਮਣੇ ਸਮਾਨ ਸੀਗੇ। ਸਪੇਨ ਦੇ ਪ੍ਰਭਾਵ ਦਾ ਅੰਤ, 7 ਸਾਲਾਂ ਯੁੱਧ ਪਿੱਛੋਂ ਅਮਰੀਕਾ ਨੂੰ ਫਰਾਂਸ ਦਾ ਡਰ ਜਾਂਦਾ ਰਿਹਾ। ਕ੍ਰਾਂਤੀ ਪਿੱਛੋਂ ਅਮਰੀਕਾ ਨੂੰ ਇੰਗਲੈਂਡ ਦਾ ਡਰ ਵੀ ਖਤਮ ਹੋ ਗਿਆ ਔਰ ਸਪੇਨ ਨੇ ਅਜੇ ਵੀ ਅਮਰੀਕਾ ਦੇ ਪ੍ਰਭਾਵ ਨੂੰ ਖਤਮ ਨਹੀਂ ਕੀਤਾ ਸੀ। ਅਮਰੀਕਾ ਵਾਸੀਆਂ ਨੇ ਆਪਣੇ ਦੇਸ਼ ਉੱਤੇ ਸਪੈਨਿਸ਼ ਪ੍ਰਭਾਵ ਨੂੰ ਖਤਮ ਕਰਕੇ ਆਪਣੀ ਸ਼ਕਤੀ ਦੀ ਧਾਕ ਜਮਾ ਦਿੱਤੀ। ਗੁਲਾਮ ਪ੍ਰਥਾ, ਗ੍ਰਹਿ ਯੁੱਧ। ਕਹਿੰਦਾ ਜਦੋਂ ਅਮਰੀਕਾ ਆਜ਼ਾਦ ਹੋਇਆ, ਜਦੋਂ ਉਹਨੇ ਸੁਤੰਤਰਤਾ ਪ੍ਰਾਪਤ ਕੀਤੀ ਤਾਂ ਉਹਦੇ ਅੰਦਰ ਇੱਕ ਗ੍ਰਹਿ ਯੁੱਧ ਲੱਗ ਗਿਆ। ਉਹ ਯੁੱਧ ਸੀ ਗੁਲਾਮਾਂ ਦਾ, ਕਿ ਅਮਰੀਕਾ ਦੇ ਵਿੱਚ ਇੱਕ ਰਿਵਾਜ ਸੀ ਗੁਲਾਮ ਪ੍ਰਥਾ ਦਾ ਕਿ ਆਦਮੀਆਂ ਨੂੰ ਵੇਚਿਆ ਤੇ ਖਰੀਦਿਆ ਜਾਂਦਾ ਸੀ। ਇਸ ਕਲੰਕ ਤੋਂ ਛੁਟਕਾਰਾ ਪਾਉਣ ਵਾਸਤੇ ਅੰਦਰੂਨੀ ਇੱਕ ਯੁੱਧ ਹੋਇਆ, ਜਿਹਦੇ ਵਿੱਚ ਹਮੇਸ਼ਾ ਲਈ ਦਾਸ ਪ੍ਰਥਾ ਨੂੰ ਖਤਮ ਕਰ ਦਿੱਤਾ ਗਿਆ ਔਰ ਇਹ ਜਿਹੜਾ ਸੀ ਇਹ ਯੁੱਧ ਵੀ ਖਤਮ ਹੋ ਗਿਆ।
ਰਾਸ਼ਟਰਵਾਦ ਨੂੰ ਉਤਸ਼ਾਹ, ਸਾਰੇ ਲੋਕ ਜਿਹੜੇ ਸੀ ਅਮਰੀਕਾ ਦੇ ਰਾਸ਼ਟਰ ਨੂੰ ਪਿਆਰ ਕਰਨ ਲੱਗ ਪਏ, ਸਾਰੇ ਰਾਸ਼ਟਰਵਾਦੀ ਬਣ ਗਏ ਔਰ ਉਹਨਾਂ ਦੇ ਵਿੱਚ ਦੇਸ਼ ਦੇ ਪ੍ਰਤੀ ਭਾਵਨਾ ਪੈਦਾ ਹੋ ਗਈ, ਦੇਸ਼ ਦੇ ਪਿਆਰ ਪ੍ਰਤੀ, ਕਿਉਂਕਿ ਉਹਨਾਂ ਨੂੰ ਇਹ ਸਮਝ ਲੱਗ ਗਈ ਸੀ ਕਿ ਉਹਨਾਂ ਨੇ ਬਹੁਤ ਮੁਸ਼ਕਲ ਨਾਲ ਗੁਲਾਮੀ ਦੀਆਂ ਜੰਜੀਰਾਂ ਕੱਟੀਆਂ ਨੇ, ਹੁਣ ਉਹਨਾਂ ਆਜ਼ਾਦੀ ਉਹਨਾਂ ਦਾ ਜਮਾਂਦਰੂ ਹੱਕ ਆ। ਇਸ ਕ੍ਰਾਂਤੀ ਨੇ ਲੋਕਾਂ ਦੇ ਕ੍ਰਾਂਤੀ ਦੇ ਅਧਿਕਾਰ ਤੇ ਲੋਕਾਂ ਦੇ ਅਤਿਆਚਾਰੀ ਸਰਕਾਰ ਵਗਾ ਕੇ ਮਾਰੀ, ਜਾਣੀ ਕਿ ਇੰਗਲੈਂਡ ਸਰਕਾਰ ਨੂੰ, ਔਰ ਪੂਰੀ ਤਰ੍ਹਾਂ ਲੋਕਾਂ ਦੇ ਤੱਚ ਸ਼ਕਤੀ ਦਿੱਤੀ। ਉਦਯੋਗਿਕ ਵਿਕਾਸ, ਕ੍ਰਾਂਤੀ ਦੇ ਪ੍ਰਭਾਵ ਨਾਲ ਅਮਰੀਕਾ ਦੇ ਵਿੱਚ ਵੱਧ ਤੋਂ ਵੱਧ ਫੈਕਟਰੀਆਂ ਲੱਗਣੀਆਂ ਸ਼ੁਰੂ ਹੋ ਗਈਆਂ, ਜਿਹਦੇ ਕਰਕੇ ਉਹਨਾਂ ਦਾ ਉਦਯੋਗਿਕ ਵਿਕਾਸ ਹੋਇਆ। ਸਮਾਜਿਕ ਪਰਿਵਰਤਨ, ਸਮਾਜ ਵਿੱਚ ਬਹੁਤ ਸਾਰੇ ਪਰਿਵਰਤਨ ਆਏ। ਸਭ ਤੋਂ ਪਹਿਲੇ ਦਾਸ ਪ੍ਰਥਾ ਖਤਮ ਹੋਈ, ਉਸ ਤੋਂ ਬਾਅਦ ਪਹਿਲੋਂ ਕੀ ਹੁੰਦਾ ਸੀ ਕਿ ਜਦੋਂ ਅਮਰੀਕਾ ਦੇ ਵਿੱਚ ਕਿਸੇ ਜ਼ਮੀਂਦਾਰ ਦੀ ਮੌਤ ਹੋ ਜਾਂਦੀ ਸੀ ਤੇ ਪ੍ਰਾਪਰਟੀ ਦਾ ਮਾਲਕ ਉਹਦਾ ਵੱਡਾ ਪੁੱਤਰ ਹੁੰਦਾ ਸੀ, ਪਰ ਇਹ ਚੀਜ਼ ਖਤਮ ਕਰ ਦਿੱਤੀ ਗਈ। ਹੁਣ ਸਾਰੇ ਬੱਚੇ ਉਹਦੇ ਮਾਲਕ ਹੁੰਦੇ ਸੀਗੇ। ਪੂੰਜੀਵਾਦੀ ਵਿਵਸਥਾ ਦਾ ਉਭਾਰ, ਕਿਉਂਕਿ ਅਮਰੀਕਾ ਇੱਕ ਪੂੰਜੀਵਾਦੀ ਦੇਸ਼ ਆ, ਇਸ ਕਰਕੇ ਉੱਥੇ ਵੱਧ ਤੋਂ ਵੱਧ ਫੈਕਟਰੀਆਂ ਲਗਾਈਆਂ ਗਿਆ। ਪੂੰਜੀਪਤੀਆਂ ਨੇ ਆਪਣਾ ਪੈਸਾ ਜਿਹੜਾ ਫੈਕਟਰੀਆਂ 'ਚ ਲਗਾਇਆ। ਧਾਰਮਿਕ ਪ੍ਰਭਾਵ, ਅਮਰੀਕਾ ਦੇ ਵਿੱਚ ਧਾਰਮਿਕ ਪ੍ਰਭਾਵ ਵੀ ਪਿਆ। ਇੰਗਲੈਂਡ ਦੇ ਸ਼ਾਸਨ ਦੀ ਸਮਾਪਤੀ ਦੇ ਨਾਲ ਅਮਰੀਕਾ ਵਿੱਚ ਐਂਗਲੀਕਨ ਚਰਚ ਵੀ ਖਤਮ ਹੋ ਗਈ। ਅਮਰੀਕੀ ਲੋਕਾਂ ਨੂੰ ਧਾਰਮਿਕ ਸੁਤੰਤਰਤਾ ਮਿਲ ਗਈ ਤੇ ਸੰਯੁਕਤ ਰਾਜ ਅਮਰੀਕਾ ਤੋਂ ਆਜ਼ਾਦੀ ਪਿੱਛੋਂ ਬੇਗਿਣਤ ਅੰਗਰੇਜ਼ ਕੈਨੇਡਾ ਚਲੇ ਗਏ। ਉੱਥੇ ਉਹਨਾਂ ਨੇ ਫਰਾਂਸੀਸੀ ਕੈਥੋਲਿਕਾਂ ਨਾਲ ਕਾਫੀ ਚਰਪਾਈਆਂ ਤੇ ਅੰਤ ਕੈਨੇਡਾ ਦੇ 2 ਭਾਗ ਕਰ ਦਿੱਤੇ ਗਏ। ਇੰਗਲੈਂਡ ਉੱਤੇ ਪ੍ਰਭਾਵ ਨਹੀਂ ਆਪਾਂ ਲਿਖਾਂਗੇ, ਸਿਰਫ ਆਪਾਂ ਇਹਦੇ ਮਿਲੇ ਜੁਲੇ ਪ੍ਰਭਾਵ ਲਿਖਾਂਗੇ। ਨੈਕਸਟ ਆ ਜਾਓ ਤੁਸੀਂ ਇਕਾਈ 4। ਜਦੋਂ ਅਮਰੀਕਾ ਨੇ ਸੁਤੰਤਰਤਾ ਪ੍ਰਾਪਤ ਕੀਤੀ, ਉਹਦੇ ਵੱਲ ਵੇਖ ਕੇ ਫਰਾਂਸ ਦੇ ਮਨ 'ਚ ਵੀ ਆਇਆ ਕਿ ਕਿਉਂਕਿ ਫਰਾਂਸ ਵੀ ਇੰਗਲੈਂਡ ਦੇ ਅਧੀਨ ਸੀਗਾ, ਹਾਰ ਗਿਆ ਸੀ। ਯੁੱਧ ਹੋਇਆ ਜੀ ਜਿਹੜਾ ਇਹਨਾਂ ਦਾ 7 ਸਾਲ, ਉਹਦੇ ਵਿੱਚ ਫਰਾਂਸ ਹਾਰ ਗਿਆ ਸੀ ਤੇ ਅਮਰੀਕਾ ਦਾ ਇੰਗਲੈਂਡ ਦਾ ਤੇ ਕਬਜ਼ਾ ਹੋ ਗਿਆ। ਇਸ ਕਰਕੇ ਫਰਾਂਸੀਆਂ ਨੇ ਵੀ ਇੱਕ ਕ੍ਰਾਂਤੀ ਕੀਤੀ। ਇਹਨਾਂ ਨੇ ਕ੍ਰਾਂਤੀ ਜਿਹੜੀ ਸੀ 1799 ਈਸਵੀ ਵਿੱਚ ਕੀਤੀ ਔਰ ਜਿਹੜੇ ਫਰਾਂਸ ਦੇ ਬਾਦਸ਼ਾਹ ਸੀ ਉਹਨਾਂ ਦੀ ਨਿਰਕੁੰਸ਼ਤਾ ਨੂੰ ਦੂਰ ਕਰਨ ਵਾਸਤੇ ਕੀਤੀ ਸੀ, ਕਿਉਂਕਿ ਇਹਦੇ ਜਿਹੜੇ ਬਾਦਸ਼ਾਹ ਸੀ ਉਹ ਇੰਗਲੈਂਡ ਨਾਲ ਹਾਮੀ ਭਰਦੇ ਸੀ। ਇਸ ਕਰਕੇ ਇਹਨਾਂ ਨੇ ਆਪਣੇ ਦੋਸ਼ਪੂਰਨ ਸ਼ਾਸਨ ਪ੍ਰਣਾਲੀ ਨੂੰ ਖਤਮ ਕਰਨ ਵਾਸਤੇ ਜਿਹੜੀ ਆਜ਼ਾਦੀ ਜਿਹੜੀ ਸੀ ਕ੍ਰਾਂਤੀ ਕੀਤੀ। ਇਹਦੇ ਉੱਤੇ ਇੰਗਲੈਂਡ ਦਾ ਨਹੀਂ ਸੀ ਕੋਈ ਕਬਜ਼ਾ, ਬਸ ਇਹਨਾਂ ਦੇ ਰਾਜੇ ਬੜੇ ਮਤਲਬ ਕਿ ਸ਼ੋਸ਼ਣ ਕਰਦੇ ਸੀ ਲੋਕਾਂ ਦੇ, ਨਿਰਕੁੰਸ਼ ਸੀਗੇ। ਸਭ ਤੋਂ ਪਹਿਲੇ ਰਾਜਨੀਤਿਕ ਕਾਰਨ ਕੀ ਸੀ? ਲੂਈ 14ਵਾਂ ਤੇ ਉਸਦੇ ਉੱਤਰਾਧਿਕਾਰੀ। ਹੁਣ ਜਿਹੜਾ ਲੂਈ 14ਵਾਂ, 15ਵਾਂ ਤੇ 16ਵਾਂ, ਇਹ ਤਿੰਨੋਂ ਹੀ ਬੜੇ ਅਤਿਆਚਾਰੀ ਸੀਗੇ। ਇਹ ਲੋਕਾਂ ਤੇ ਬਹੁਤ ਜ਼ਿਆਦਾ ਅਤਿਆਚਾਰ ਕਰਦੇ ਸੀ। ਇਹ ਆਪਣੇ ਆਪ ਨੂੰ ਦੇਵਤੇ ਦਾ ਰੂਪ ਮੰਨਦੇ ਸੀ ਔਰ ਲੋਕਾਂ ਨੂੰ ਕਹਿੰਦੇ ਸੀ ਕਿ ਅਸੀਂ ਤੁਹਾਡੇ ਦੇਵਤਾ, ਤੁਸੀਂ ਸਾਡੇ ਮੁਤਾਬਕ ਧਰਮ ਅਪਣਾਉਣਾ ਹੈ। ਲੂਈ 14ਵਾਂ ਬਹੁਤ ਹੀ ਜ਼ਿਆਦਾ ਨਿਰਕੁੰਸ਼ ਸ਼ਾਸਕ ਸੀ। ਉਹ ਦੇਵੀ ਅਧਿਕਾਰਾਂ ਦੇ ਸਿਧਾਂਤਾਂ ਉੱਤੇ ਵਿਸ਼ਵਾਸ ਰੱਖਦਾ ਸੀ ਔਰ ਆਪਣੇ ਆਪ ਨੂੰ ਲੋਕਾਂ ਦਾ ਪ੍ਰਭੂ ਬਣਦਾ ਸੀ। ਉਹ ਰਾਜ ਦੇ ਸਾਰੇ ਕੰਮ ਆਪਣੀ ਇੱਛਾ ਅਨੁਸਾਰ ਕਰਦਾ ਔਰ ਉਸਦੀ ਇੱਛਾ ਹੀ ਕਾਨੂੰਨ ਹੁੰਦੀ ਸੀ। ਉਹ ਆਪਣੇ ਆਪ ਨੂੰ ਕਹਿੰਦਾ ਸੀ ਮੈਂ ਹੀ ਸ਼ਾਸਨ ਹਾਂ ਔਰ ਉਹ ਆਪਣੇ ਮਹਿਲਾਂ ਉੱਤੇ ਬਹੁਤ ਠਾੜ ਬਾੜਨਾ ਰਹਿੰਦਾ ਸੀ। ਆਪਣੇ ਮਹਿਲਾਂ ਉੱਤੇ ਬਹੁਤ ਜ਼ਿਆਦਾ ਖਰਚ ਕਰਦਾ ਸੀ। ਉਹ ਕੈਥੋਲਿਕ ਚਰਚ ਨੂੰ ਮੰਨਦਾ ਸੀ ਔਰ ਪ੍ਰੋਟੈਸਟ ਧਰਮ ਦੇ ਲੋਕਾਂ ਉੱਤੇ ਅਤਿਆਚਾਰ ਕਰਦਾ ਸੀ। ਉਹਨੇ ਕਿਸਾਨਾਂ ਦੀ ਹਾਲਤ ਸੁਧਾਰਨ ਦਾ ਕੋਈ ਯਤਨ ਨਹੀਂ ਕੀਤਾ, ਜਿਸ ਕਰਕੇ ਇੱਕ ਦੂਸਰੇ ਪਾਸੇ ਇਹ ਸੀ ਕਿ ਫਰਾਂਸ ਜਿਹੜੀਆਂ ਲੰਬੀਆਂ ਲੜਾਈਆਂ ਕਰ ਰਿਹਾ ਸੀ, ਉਹਦੀ ਆਰਥਿਕਤਾ ਜਿਹੜੀ ਤੋੜ ਦਿੱਤੀ, ਖਜ਼ਾਨਾ ਖਾਲੀ ਹੋ ਗਿਆ, ਜਿਹਦੇ ਕਰਕੇ ਲੋਕ ਭੜਕ ਉੱਠੇ। ਲੂਈ 14ਵੇਂ ਨੇ ਫਰਾਂਸ ਨੂੰ ਗਰੀਬ ਕਰਤਾ, ਉਸਦੀ ਆਰਥਿਕ ਹਾਲਤ ਨੂੰ ਵਿਗਾੜ ਦਿੱਤਾ, ਉਸਦੀ ਜਨਸੰਖਿਆ ਨੂੰ ਲੜਾਈਆਂ ਦੁਆਰਾ ਘਟਾ ਦਿੱਤਾ। ਉਸਨੇ ਸਭ ਤੋਂ ਮਿਹਨਤੀ ਕਾਰੀਗਰਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ। ਉਸਨੇ ਕਿਸਾਨਾਂ ਨੂੰ ਆਰਥਿਕ ਭਾਰ ਦੇ ਅਧੀਨ ਭੁੱਖ ਕਾਰਨ ਵਿਦਰੋਹ ਕਰਨ ਲਈ ਤਿਆਰ ਕਰ ਦਿੱਤਾ, ਕਿਉਂਕਿ ਉਹ ਇੰਨਾ ਜ਼ਿਆਦਾ ਟੈਕਸ ਲਗਾਉਂਦਾ ਸੀ ਕਿ ਕਿਸਾਨ ਭੁੱਖੇ ਮਰਨੇ ਸ਼ੁਰੂ ਹੋ ਗਏ। ਹੁਣ ਨੈਕਸਟ ਆ ਜਾਓ ਉਹਦਾ ਅੱਗੋਂ ਪੁੱਤਰ ਲੂਈ 15ਵਾਂ। ਕਹਿੰਦਾ ਕਿ ਉਹਦਾ ਪੜਪੋਤਾ ਸੀ, ਲੂਈ 14ਵੇਂ ਦਾ ਪੜਪੋਤਾ ਸੀ ਲੂਈ 15ਵਾਂ। ਉਹਦੀ ਉਮਰ 5 ਸਾਲ ਦੀ ਸੀ ਜਦੋਂ ਲੂਈ 14ਵੇਂ ਦੀ ਮੌਤ ਹੋ ਗਈ। ਜਵਾਨ ਹੋਣ ਤੱਕ ਜਿਹੜੇ ਉਹਦੇ ਫੈਸਲੇ ਸੀ ਉਹ ਉਹਦਾ ਮੰਤਰੀ ਲੈਂਦਾ ਸੀ ਔਰ ਬਾਅਦ ਵਿੱਚ ਜਦੋਂ ਉਹ ਗੱਦੀ ਤੇ ਬੈਠਿਆ ਤਾਂ ਉਹਨੂੰ ਗੱਦੀ ਇੰਨੀ ਚੰਗੀ ਤਰ੍ਹਾਂ ਸੰਭਾਲਣੀ ਨਹੀਂ ਆਈ। ਦਿਨੋਂ ਬ ਦਿਨ ਜਿਹੜਾ ਸੀ
ਉਹ ਧਨ ਦਾ ਨੁਕਸਾਨ ਹੋ ਰਿਹਾ ਸੀ, ਆਰਥਿਕ ਹਾਲਤ ਫਰਾਂਸ ਦੀ ਵਿਗੜਦੀ ਜਾ ਰਹੀ ਸੀ। ਨੈਕਸਟ ਲੂਈ 16ਵਾਂ ਤੇ ਇਹਨਾਂ ਨਾਲੋਂ ਵੀ ਨਿਕੰਮਾ ਸੀ, ਕਿਉਂਕਿ ਲੂਈ 16ਵਾਂ ਜਿਹੜਾ ਸੀ ਆਪਣੇ ਦਾਦੇ ਦੀ ਮੌਤ ਪਿੱਛੋਂ 1774 ਈਸਵੀ ਫਰਾਂਸ ਦਾ ਬਾਦਸ਼ਾਹ ਬਣਿਆ। ਉਹ 20 ਸਾਲਾਂ ਦਾ ਸੀ, ਹੈਗਾ ਤੇ ਚੰਗੇ ਸੁਭਾਅ ਦਾ ਸੀ, ਉਹਦਾ ਕਰੈਕਟਰ ਵੀ ਸਹੀ ਸੀ, ਉਹਦੇ ਕੋਲ ਪਰ ਉਹ ਪ੍ਰਸ਼ਾਸਨ ਕਰਨ ਵਿੱਚ ਬਹੁਤ ਨਿਕੰਮਾ ਸੀ, ਕਿਉਂਕਿ ਉਹਦੀ ਜਿਹੜੀ ਵਾਈਫ ਬਹੁਤ ਸੋਹਣੀ ਸੀਗੀ ਔਰ ਉਹਦੇ ਮਗਰ ਲੱਗਾ ਸੀ, ਜੋ ਉਹ ਕਹਿੰਦੀ ਸੀ ਉਹੀ ਕੰਮ ਕਰਦਾ ਸੀ। ਉਹ ਇੱਕ ਉਹਦਾ ਸਾਲਾ ਅੱਤ ਦਰਜੇ ਦਾ ਮੂਰਖ ਸੀਗਾ, ਉਹ ਜੋ ਆਪਣੀ ਭੈਣ ਨੂੰ ਕਹਿੰਦਾ ਸੀ ਉਹਦੀ ਭੈਣ ਰਾਜੇ ਨੂੰ ਕਹਿੰਦੀ ਸੀ, ਤੇ ਰਾਜਾ ਉਹੀ ਕੰਮ ਕਰਦਾ ਸੀ ਲੂਈ 16ਵਾਂ। ਤੇ ਇਸ ਕਰਕੇ ਉਹਨੂੰ ਫਰਾਂਸ ਦੀ ਗੱਦੀ ਸੰਭਾਲਣੀ ਨਹੀਂ ਆਈ। ਔਰ ਦੂਸਰਾ ਉਹਦੇ ਵਿੱਚ ਇਹ ਘਾਟ ਸੀ ਕਿ ਉਹਦੇ ਵਿੱਚ ਕੋਈ ਪੱਕਾ ਇਰਾਦੇ ਦਾ ਗੁਣ ਨਹੀਂ ਸੀ ਹੈਗਾ, ਉਹ ਖਾਣ ਪੀਣ ਦਾ ਇੰਨਾ ਸ਼ੌਕੀਨ ਸੀ। ਇਤਿਹਾਸਕਾਰ ਕਹਿੰਦੇ ਕਿ ਉਹ ਖਾ ਪੀ ਕੇ ਸੌਂ ਜਾਂਦਾ ਸੀ ਤੇ ਕਈ ਵਾਰੀ ਜਾਗਦਾ ਵੀ ਉਂਘਦਾ ਰਹਿੰਦਾ ਸੀ, ਜ਼ਿਆਦਾ ਖਾ ਲੈਂਦਾ ਸੀ। ਉਹਦੀ ਪਤਨੀ ਹੈਗੀ ਤੇ ਬਹੁਤ ਸੁੰਦਰ ਸੀ ਪਰ ਬੇਸਮਝ ਸੀ, ਉਹਦਾ ਨਾਂ ਐਂਤੀਓਨੇਟ ਸੀ। ਔਰ ਇਹਦਾ ਕੁਐਸਚਨ ਵੀ ਆਉਂਦਾ ਹੁੰਦਾ ਸੀ, ਮੇਰੀ ਐਂਤੀਓਨੇਟ ਦਾ ਬੁਰਾ ਪ੍ਰਭਾਵ ਦੱਸੋ। ਤਾਂ ਉਹ ਆਪਣੇ ਮਨ ਮਰਜ਼ੀ ਨਾਲ ਲੂਈ 16ਵੇਂ ਕੋਲ ਫੈਸਲੇ ਕਰਵਾਉਂਦੀ। ਉਹ ਜੂਆ ਖੇਡਦੀ ਸੀ, ਸ਼ਰਾਬਾਂ ਪੀਂਦੀ ਸੀ, ਸ਼ਿਕਾਰ ਖੇਡਦੀ ਸੀ। ਉਹਦੇ ਕਾਰਨ ਹੀ ਉਹਦੀ ਇਸ ਤਰ੍ਹਾਂ ਦੀ ਚਰਿੱਤਰ ਦੇਖ ਕੇ ਲੋਕਾਂ ਦੇ ਮਨ ਵਿੱਚ ਕ੍ਰਾਂਤੀ ਜਾਗੀ ਕਿ ਕਿਉਂ ਨਾ ਇਸ ਤਰ੍ਹਾਂ ਦੇ ਜਿਹੜਾ ਰਾਜੇ ਉਹਦੇ ਤੋਂ ਛੁਟਕਾਰਾ ਪਾਇਆ ਜਾਏ। ਅੱਗੇ ਨੈਕਸਟ ਪੁਆਇੰਟ, ਮੇਰੀ ਐਂਤੋਨੇਟ ਦਾ ਪੂਰਾ ਪ੍ਰਭਾਵ ਸੇਮ ਉੱਪਰਲੇ ਪੁਆਇੰਟ ਹੀ ਆ ਜਾਣੇ ਆ ਕਿ ਉਹ ਜੂਆ ਖੇਡਦੀ ਸੀ, ਫਜ਼ੂਲ ਖਰਚ ਕਰਦੀ ਸੀ, ਰਾਜਾ ਉਹਦੇ ਹੱਥ ਦੀ ਕਠਪੁਤਲੀ ਸੀ। ਨਿਰਕੁੰਠ ਸਰਕਾਰ, ਰਾਜੇ ਦੀ ਨਿਰਕੁੰਠ ਸਰਕਾਰ ਲੋਕਾਂ ਤੇ ਜ਼ੁਲਮ ਕਰਦੀ, ਇਸ ਕਰਕੇ ਲੋਕ ਵਿਦਰੋਹੀ ਹੋ ਗਏ। ਸੰਵਿਧਾਨ ਤੇ ਪ੍ਰਤੀਨਿਧੀ ਸੰਸਥਾ ਦੇ ਅਣਹੋਂਦ, ਉਸ ਸਮੇਂ ਤੇ ਕੋਈ ਸੰਵਿਧਾਨ ਨਹੀਂ ਸੀ ਹੈਗਾ ਜਿਹੜਾ ਸਰਕਾਰ ਨੂੰ ਚਲਾ ਸਕੇ, ਕਿਉਂਕਿ ਸੰਵਿਧਾਨ ਦੇ ਵਿੱਚ ਸਰਕਾਰ ਦੇ ਕਾਰਜਪਾਲਿਕਾ, ਵਿਧਾਨਪਾਲਿਕਾ, ਨਿਆਂਪਾਲਿਕਾ ਜਿਹੜੇ ਅੰਗ ਨਹੀਂ ਸੀ ਹੈਗੇ। ਸ਼ਾਹੀ ਦਰਬਾਰ ਦੀ ਫਜ਼ੂਲ ਖਰਚੀ, ਰਾਜੇ ਜਿਹੜੇ ਸੀ ਫਜ਼ੂਲ ਖਰਚਾ ਕਰਦੇ ਸੀ। ਲੋਕਾਂ ਨੂੰ ਸੁਤੰਤਰਤਾ ਉੱਤੇ ਰੁਕਾਵਟ ਸੀ, ਇਹ ਸੀਗੇ ਕਾਰਨ। ਅੱਗੇ ਇਹਦੇ ਸਮਾਜਿਕ ਕਾਰਨ ਵੀ ਆਉਣੇ ਆ, ਉਹਦੇ ਵਿੱਚ ਮੈਂ ਇੰਪੋਰਟੈਂਟ ਪੁਆਇੰਟ ਦੱਸ ਦਿੰਦੀ ਹਾਂ। ਸਮਾਜਿਕ ਕਾਰਨ ਵਿੱਚ ਪਹਿਲੀ ਸ਼੍ਰੇਣੀ ਦੇ ਪਾਦਰੇ ਹੀ ਜਿਹੜੇ ਉੱਚੇ ਦਰਜੇ ਦੇ ਹੁੰਦੇ ਸੀ। ਸਭ ਤੋਂ ਉੱਚੇ ਬਿਸ਼ਪ ਹੁੰਦਾ ਸੀ, ਉਹਦੇ ਨੀਚੇ ਪਾਦਰੀ ਜਿਹੜੇ ਨੀਵੇਂ ਦਰਜੇ ਦੇ ਸੀ ਉਹ ਫਟੇ ਪੁਰਾਣੇ ਕੱਪੜੇ ਪਾਉਂਦੇ ਸੀ ਔਰ ਉਹ ਇਮਾਨਦਾਰ ਹੁੰਦੇ ਸੀ। ਉੱਚੇ ਦਰਜੇ ਦੇ ਪਾਦਰੀ ਜਿਹੜੇ ਬੇਈਮਾਨ ਹੁੰਦੇ ਸੀ। ਇੱਥੇ ਇੱਕ ਕੁਐਸਚਨ ਹੋਣਾ, ਕੁਲੀਨ, ਤਲਵਾਰ ਦੇ ਕੁਲੀਨ ਜਾਂ ਪੁਰਾਣੇ ਕੁਲੀਨ ਕੌਣ ਸਨ। 64 ਤੇ 2 ਮਾਰਕਸ। ਕਹਿੰਦਾ ਫਰਾਂਸ ਦੇ ਪੁਰਾਣੇ ਕੁਲੀਨਾਂ ਨੂੰ ਹੀ ਤਲਵਾਰ ਦੇ ਕੁਲੀਨ ਆਖਿਆ ਜਾਂਦਾ। ਸਾਰੇ ਫਰਾਂਸ ਦੀ ਭੂਮੀ ਦਾ 5ਵਾਂ ਹਿੱਸਾ ਉਹਨਾਂ ਦੀ ਮਲਕੀਅਤ ਹੁੰਦੀ ਸੀ। ਉਹਨਾਂ ਦਾ ਕੁਲੀਨ ਦਾ ਦਰਜਾ ਜੱਦੀ ਹੋਇਆ ਕਰਦਾ ਸੀ। ਇਹਨਾਂ ਕੁਲੀਨਾਂ ਨੂੰ ਉੱਤਮ ਕੁਲੀਨ ਹੁੰਦੇ ਬਹੁਤ ਅਮੀਰ ਲੋਕਾਂ ਨੂੰ ਕੁਲੀਨ ਕਹਿੰਦੇ ਸੀ ਔਰ ਉਹ ਪਾਦਰੀ ਹੁੰਦੇ ਸੀ। ਕਹਿੰਦਾ ਕਿ ਕੁਲੀਨ ਜਿਹੜੇ ਸੀਗੇ ਦਰਬਾਰੀ ਕੁਲੀਨ ਵੀ ਇਹਨਾਂ ਨੂੰ ਆਖਿਆ ਜਾਂਦਾ ਸੀ, ਕਿਉਂਕਿ ਇਹ ਦਰਬਾਰ ਵਿੱਚ ਰਹਿੰਦੇ ਸੀ, ਰਾਜ ਦੇ ਮਹਿਲ 'ਚ ਰਹਿੰਦੇ ਸੀ, ਐਸ਼ਾ ਭਰਿਆ ਜੀਵਨ ਬਤੀਤ ਕਰਦੇ ਸੀ, ਭੋਗ ਵਿਲਾਸੀ ਸੀਗੇ, ਜੂਆ ਖੇਡਦੇ, ਸ਼ਰਾਬਾਂ ਪੀਂਦੇ ਸੀ, ਬਹੁਤ ਜ਼ਿਆਦਾ ਧਨ ਖਰਚ ਕਰਦੇ ਸੀ। ਔਰ ਬਹੁਤ ਸਾਰੇ ਕੁਲੀਨ ਪਿੰਡਾਂ ਵਿੱਚ ਵੀ ਰਹਿੰਦੇ ਸੀ, ਉਹਨਾਂ ਨੂੰ ਪੇਂਡੂ ਕੁਲੀਨ ਆਖਿਆ ਜਾਂਦਾ। ਹੁਣ ਇਹਦੇ ਵਿੱਚ ਦੂਸਰਾ ਆਉਣਾ ਕੁਐਸਚਨ ਇੰਪੋਰਟੈਂਟ, ਬਸਤਰ ਦੇ ਕੁਲੀਨ ਜਾਂ ਨਵੇਂ ਕੁਲੀਨ ਕੌਣ ਸੀਗੇ। ਬਸਤਰ ਦੇ ਕੁਲੀਨ, ਪੇਜ ਨੰਬਰ 65। ਬਸਤਰ ਦੇ ਕੁਲੀਨ ਜਾਂ ਨਵੇਂ ਕੁਲੀਨ ਲੂਈ 14ਵੇਂ ਦੇ ਰਾਜਕਾਲ ਵਿੱਚ ਪੈਦਾ ਹੋਏ। ਇਹਨਾਂ ਦੇ ਵਿਸ਼ੇਸ਼ ਕਿਸਮ ਦੇ ਬਸਤਰ ਹੁੰਦੇ ਸਨ, ਇੱਕ ਕੱਪੜੇ ਪਾਉਣ ਦਾ ਢੰਗ ਤਰੀਕਾ ਵੱਖਰਾ ਸੀਗਾ, ਇਸ ਕਰਕੇ ਇਹਨਾਂ ਨੂੰ ਬਸਤਰਾਂ ਦੇ ਕੁਲੀਨ ਆਖਿਆ ਜਾਂਦਾ ਸੀ। ਇਹ ਕੁਲੀਨ ਇਸ ਕਰਕੇ ਪੈਦਾ ਹੋਏ ਕਿ ਬਾਦਸ਼ਾਹ ਨੂੰ ਧਨ ਦੀ ਜ਼ਰੂਰਤ ਸੀ, ਇਸ ਲਈ ਉਸਨੇ ਉੱਚੀਆਂ ਪਦਵੀਆਂ ਮੱਧ ਸ਼੍ਰੇਣੀ ਦੇ ਲੋਕਾਂ ਨੂੰ ਵੇਚ ਦਿੱਤੀਆਂ। ਪੁਰਾਣੇ ਸਮੇਂ 'ਚ ਪਤਾ ਕੀ ਕਰਦੇ ਸੀ, ਯੋਗਤਾ ਦੇ ਅਨੁਸਾਰ ਨਾਲ, ਯੋਗਤਾ ਦੇ ਮੁਤਾਬਕ ਜਾਂ ਕੁਆਲੀਫਿਕੇਸ਼ਨ ਦੇ ਮੁਤਾਬਕ ਉਹਨਾਂ ਨੂੰ ਰੈਂਕ ਨਹੀਂ ਸੀ ਦਿੱਤੇ ਜਾਂਦੇ, ਪੈਸੇ ਲੈ ਕੇ ਰੈਂਕ ਦਿੱਤੇ ਜਾਂਦੇ ਸੀ, ਯਾਨੀ ਕਿ ਸ਼ਰੇਆਮ ਰਿਸ਼ਵਤਖੋਰੀ ਸੀ।
ਔਰ ਇਸ ਲਈ ਉਸਨੇ ਉੱਚੀਆਂ ਪਦਵੀਆਂ ਮੱਧ ਸ਼੍ਰੇਣੀ ਦੇ ਲੋਕਾਂ ਨੂੰ ਵੇਚ ਦਿੱਤੀਆਂ। ਉਹਨਾਂ ਨੂੰ ਕੁਲੀਨ ਵਾਲੇ ਸਾਰੇ ਅਧਿਕਾਰ ਵੀ ਮਿਲ ਗਏ। ਨਵੇਂ ਕੁਲੀਨਾਂ ਨੇ ਜ਼ਮੀਨਾਂ ਵੀ ਖਰੀਦ ਲਈਆਂ। ਉਹ ਹੌਲੀ ਜੱਦੀ ਕੁਲੀਨ ਬਣ ਗਏ। ਇਹਨਾਂ ਨਵੇਂ ਜਾਂ ਬਸਤਰ ਦੇ ਕੁਲੀਨਾਂ ਵਿੱਚ ਪੈਰਿਸ ਦੀਆਂ ਪਾਰਲੇਮਾਂ ਤੇ 12 ਪ੍ਰਾਂਤਾਂ ਵਿੱਚ ਦੂਜੀਆਂ ਪਾਰਲੇਮਾਂ ਦੇ ਨਿਆਂਧੀਸ਼ ਇਹਨਾਂ ਨੂੰ ਬਣਾ ਦਿੱਤਾ ਗਿਆ, ਜਾਣੀ ਕਿ ਜੱਜ ਬਣਾ ਦਿੱਤਾ ਗਿਆ, ਭਾਵੇਂ ਇਹਨਾਂ ਨੇ ਕਾਨੂੰਨੀ ਪੜ੍ਹਾਈ ਨਹੀਂ ਵੀ ਸੀ ਕੀਤੀ। ਇਹ ਸੀਗੇ ਬਸਤਰ ਦੇ ਕੁਲੀਨ। ਇਹ ਕਾਰਨ ਕਾਫੀ ਹੋ ਗਏ ਨੇ। ਅੱਗੇ ਆ ਗਿਆ ਆਰਥਿਕ ਕਾਰਨ। ਖੇਤੀਬਾੜੀ ਦੀ ਦੁਰਦਸ਼ਾ ਹੋ ਗਈ। ਵਪਾਰ ਤੇ ਰੁਕਾਵਟਾਂ ਲਾ ਦਿੱਤੀਆਂ ਗਈਆਂ। ਸੰਘ ਜਾਂ ਗਿਲਡ ਪ੍ਰਣਾਲੀਆਂ ਵਿੱਚ ਘਾਟਾ। ਹੁਣ ਸੰਘ ਜਾਂ ਗਿਲਡ ਪ੍ਰਣਾਲੀਆਂ 'ਚ ਘਾਟਾ ਤਾਂ ਪਿਆ ਕਿਉਂਕਿ ਜਿਹੜੇ ਜਿੰਨੇ ਵੀ ਦਸਤਕਾਰੀ ਸੀ ਉਹਨਾਂ ਨੂੰ ਨਵੇਂ ਨਮੂਨੇ ਦੀਆਂ ਚੀਜ਼ਾਂ ਬਣਾਉਣ ਉੱਤੇ ਕੰਟਰੋਲ ਸੀ। ਉਹ ਨਹੀਂ ਸੀ ਬਣਾ ਸਕਦੇ ਆਪਣੀ ਮਰਜ਼ੀ ਨਾਲ। ਕੌਮੀ ਕਰਜ਼ੇ ਦਾ ਵੱਧ ਜਾਣਾ। ਫਰਾਂਸ ਉੱਤੇ ਬਹੁਤ ਜ਼ਿਆਦਾ ਕਰਜ਼ਾ ਚੜ ਗਿਆ। ਫਰਾਂਸ ਵਿੱਚ ਗਰੀਬੀ ਤੇ ਵੱਧ ਰਹੀ ਮਹਿੰਗਾਈ, ਦੋਸ਼ਪੂਰਨ ਕਰ ਵਿਵਸਥਾ ਔਰ ਇੱਕ ਭਿਆਨਕ ਕਾਲ ਆਇਆ। ਫਰਾਂਸ ਦੇ ਵਿੱਚ ਇੱਕ ਭਿਆਨਕ ਕਾਲ ਆਇਆ ਜਿਹਦੇ ਨਾਲ ਫਰਾਂਸ ਦੇ ਵਿੱਚ ਬਹੁਤ ਜ਼ਿਆਦਾ ਬਰਬਾਦੀ ਹੋਈ। ਲੋਕ ਭੁੱਖੇ ਮਰਨੇ ਸ਼ੁਰੂ ਹੋ ਗਏ ਔਰ ਲੋਕਾਂ ਨੇ ਦੁਕਾਨਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਇਹ ਇੱਕ ਤਤਕਾਲੀਨ ਕਾਰਨ ਸੀ ਉਸ ਸਮੇਂ ਦਾ। ਧਾਰਮਿਕ ਕਾਰਨ ਇਕੱਲੇ ਪੁਆਇੰਟ ਹੀ ਪੜੂੰਗੀ। ਚਰਚ ਦੀ ਸੰਪਤੀ ਅਤੇ ਸ਼ਕਤੀ। ਸਾਰੀ ਸੰਪਤੀ ਤੇ ਸ਼ਕਤੀ ਜਿਹੜੀ ਚਰਚ ਦੇ ਕੋਲ ਸੀ। ਪਾਦਰੀਆਂ ਦੇ ਚਰਿੱਤਰ ਵਿੱਚ ਗਿਰਾਵਟ। ਪਾਦਰੀ ਜਿਹੜੇ ਸੀ ਕਰੈਕਟਰਲੈਸ ਹੋ ਗਏ। ਲੋਕ ਪਾਦਰੀਆਂ ਦੇ ਚਰਿੱਤਰ ਵੇਖ ਕੇ, ਕਿਉਂਕਿ ਉਹ ਸ਼ਰਾਬਾਂ ਪੀਂਦੇ, ਜੂਆ ਖੇਡਦੇ ਸੀ ਔਰ ਇਸਤਰੀਆਂ ਮੁੱਲ ਖਰੀਦ ਲੈਂਦੇ ਸੀ ਗਰੀਬ ਲੋਕਾਂ ਦੀਆਂ, ਔਰ ਨਾਲ ਇਸ ਕਰਕੇ ਲੋਕ ਉਹਨਾਂ ਨਾਲ ਘ੍ਰਿਣਾ ਕਰਨ ਲੱਗੇ। ਧਾਰਮਿਕ ਅਸਹਿਣਸ਼ੀਲਤਾ। ਚਰਚ ਦੇ ਬਾਦਸ਼ਾਹ। ਹੁਣ ਇਹਦੇ ਆਪਾਂ ਪੜਾਂਗੇ ਪ੍ਰਭਾਵ। ਪੇਜ ਨੰਬਰ 203 ਤੇ ਆ ਪ੍ਰਭਾਵ। ਜਦੋਂ ਫਰਾਂਸ ਨੇ ਕ੍ਰਾਂਤੀ ਕੀਤੀ ਤਾਂ ਕਿਹੜੇ ਪ੍ਰਭਾਵ ਪਏ। ਇਹਨਾਂ ਨੇ ਆਪਣੀ ਸਰਕਾਰ ਜਿਹੜੀ ਲੋਕਤੰਤਰੀ ਸਰਕਾਰ ਬਣਾ ਲਈ ਸੀਗੀ। 103 ਤੇ ਕਹਿੰਦਾ ਜਿਹੜੀ ਫਰਾਂਸ ਦੀ ਕ੍ਰਾਂਤੀ ਸੀ ਉਹਨੇ ਆਧੁਨਿਕ ਵਿਸ਼ਵ ਦੇ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਘਟਨਾ ਮਿਥੀ। ਇਸ ਕ੍ਰਾਂਤੀ ਨੇ ਮਨੁੱਖੀ ਜੀਵਨ ਉੱਤੇ ਬਹੁਤ ਡੂੰਘਾ ਪ੍ਰਭਾਵ ਪਾਇਆ। ਇਸ ਕ੍ਰਾਂਤੀ ਦੀ ਪਰਿਭਾਸ਼ਾ ਦਾ ਸਹੀ ਅਨੁਮਾਨ ਲਗਾਉਣ ਲਈ 1799 ਪਿੱਛੋਂ ਫਰਾਂਸ ਤੇ ਯੂਰਪ ਦੇ ਇਤਿਹਾਸ ਨੂੰ ਲੈਣਾ ਪਏਗਾ। ਉਹ ਲੋਕ ਜਿਹੜੇ ਸਦੀਆਂ ਤੋਂ ਪੈਰਾਂ ਵਿੱਚ ਕੁਚਲੇ ਹੋਏ ਸੀ ਉਹਨਾਂ ਨੇ ਇੱਕ ਸ਼ਕਤੀ ਹੋ ਕੇ ਇੱਕ ਸਾਂਝੀ ਸ਼ਕਤੀ ਸਮਾਨ ਕ੍ਰਾਂਤੀ ਕੀਤੀ ਔਰ ਆਪਣੇ ਰਾਜਿਆਂ ਤੋਂ ਛੁਟਕਾਰਾ ਪਾਇਆ। ਤਤਕਾਲੀਨ ਪ੍ਰਭਾਵ ਪਹਿਲਾਂ ਲਿਖਾਂਗੇ ਕਿ ਫਰਾਂਸ ਜਿਹੜਾ ਸੀ ਉਹਦੀ 1799 ਈਸਵੀ ਦੀ ਕ੍ਰਾਂਤੀ ਦਾ ਫਰਾਂਸ ਉੱਤੇ ਬਹੁਤ ਮਹੱਤਵਪੂਰਨ ਪ੍ਰਭਾਵ ਪਿਆ। ਜਿਹੜੇ ਫਰਾਂਸ ਦੇ ਲੋਕ ਸੀਗੇ ਉਹਨਾਂ ਦੇ ਜੀਵਨ ਵਿੱਚ ਬਹੁਤ ਸਾਰੇ ਪਰਿਵਰਤਨ ਆਏ ਜੋ ਕਿ ਫਰਾਂਸ ਵਾਸਤੇ ਬਹੁਤ ਲਾਭਕਾਰੀ ਸੀਗੇ। ਫਰਾਂਸ ਦੀ ਕ੍ਰਾਂਤੀ ਨੇ ਫਰਾਂਸ ਨੂੰ ਸ਼ਕਤੀਸ਼ਾਲੀ ਤੇ ਖੁਸ਼ਹਾਲ ਬਣਾ ਦਿੱਤਾ। ਕ੍ਰਾਂਤੀ ਦੇ 4 ਸਾਲਾਂ ਵਿੱਚ ਨਵੇਂ ਫਰਾਂਸ ਦਾ ਜਨਮ ਹੋਇਆ ਔਰ ਬਹੁਤ ਮਤਲਬ ਕਈ ਸਦੀਆਂ ਪਿੱਛੋਂ ਕਿਸਾਨਾਂ ਨੂੰ ਪੇਟ ਭਰ ਭੋਜਨ ਮਿਲਿਆ। ਉਹਨਾਂ ਨੇ ਆਪਣੀ ਪਿੱਠ ਸਿੱਧੀ ਕੀਤੀ ਅਤੇ ਉਹ ਬੋਲਣ ਯੋਗ ਹੋਏ। ਇੱਕ ਨਵੀਂ ਕੌਮ ਪੈਦਾ ਹੋਈ। ਨੈਕਸਟ, ਫਰਾਂਸ ਵਿੱਚ ਨਿਰਕੁੰਜ ਰਾਜ ਦੀ ਸਮਾਪਤੀ। ਕਹਿੰਦਾ ਫਰਾਂਸ ਵਿੱਚ ਜਿਹੜਾ ਲੂਈ 14ਵਾਂ 15ਵਾਂ 16ਵਾਂ ਇਹਨਾਂ ਦੀ ਸਮਾਪਤੀ ਕਰ ਦਿੱਤੀ ਗਈ। ਇਹਨਾਂ ਦੀ ਜਗ੍ਹਾ ਤੇ ਲੋਕਤੰਤਰੀ ਸਰਕਾਰ ਨੇ ਲੈ ਲਿਆ, ਭਾਰ ਸੰਭਾਲ ਲਿਆ ਔਰ ਰਾਜਤੰਤਰ ਜਿਹੜਾ ਉਹ ਹਮੇਸ਼ਾ ਲਈ ਖਤਮ ਹੋ ਗਿਆ।
ਕਿਉਂਕਿ ਲੋਕ ਪਹਿਲੋਂ ਰਾਜੇ ਨੂੰ ਆਪਣਾ ਦੇਵਤਾ ਮੰਨਦੇ ਸੀ। ਇਹ ਚੀਜ਼ ਉਹਦੇ ਮੂੰਹੋਂ ਨਿਕਲਿਆ ਹੋਇਆ ਹਰ ਸ਼ਬਦ ਜਨਤਾ ਨੂੰ ਕਾਨੂੰਨ ਬਣ ਜਾਂਦਾ ਸੀ ਜਨਤਾ ਵਾਸਤੇ। ਤੇ ਉਹ ਰਾਜੇ ਜਿਹੜੇ ਆਪਣੇ ਮਹਿਲਾਂ ਵਿੱਚ ਐਸ਼ਾਂ ਕਰਦੇ ਸੀ, ਮੌਜ ਭਰਿਆ ਜੀਵਨ ਬਤੀਤ ਕਰਦੇ ਸੀ, ਜਿਹਦੇ ਕਾਰਨ ਲੋਕਾਂ ਦੀ ਹਾਲਤ ਦਿਨ ਬ ਦਿਨ ਮਾੜੀ ਹੁੰਦੀ ਜਾਂਦੀ ਸੀ। ਸਾਮਤਵਾਦ ਦਾ ਅੰਤ ਕਹਿੰਦਾ ਕਿ ਰਾਜੇ ਦੇ ਸਮੇਂ ਵਿੱਚ ਬਹੁਤ ਸਾਰੇ ਸਾਮਤ ਸੀਗੇ, ਜਿਹੜੇ ਭੂਮੀਆਂ ਦੇ ਮਾਲਕ ਸੀ। ਉਹਨਾਂ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਜਾਂਦੇ ਸੀ। ਉਹ ਉਹਨਾਂ ਅਧਿਕਾਰਾਂ ਦੀ ਦੁਰਵਰਤੋਂ ਕਰਦੇ ਸੀ ਔਰ ਕਿਸਾਨਾਂ ਦਾ ਸ਼ੋਸ਼ਣ ਕਰਦੇ ਸੀ। ਕਿਸਾਨਾਂ ਪਾਸੋਂ ਧਨ ਲੁੱਟ ਲੈਂਦੇ ਸੀ ਔਰ ਉਹ ਵੀ ਆਪਣੇ ਮਹਿਲਾਂ ਦੇ ਵਿੱਚ ਐਸ਼ਪ੍ਰਸਤੀ ਕਰਦੇ ਸੀ। ਔਰ ਇਹਨਾਂ ਨੇ ਜਦੋਂ ਕ੍ਰਾਂਤੀ ਹੋਈ ਤੇ ਸਾਮਤਾ ਦੇ ਸਾਰੇ ਅਧਿਕਾਰ ਖੋਲੇ ਗਏ। ਉਹ ਸਾਰੇ ਅਧਿਕਾਰ ਨਾਗਰਿਕਾਂ ਨੂੰ ਦੇ ਦਿੱਤੇ ਗਏ ਔਰ ਇਸ ਤਰ੍ਹਾਂ ਫਰਾਂਸ ਦੀ ਉੱਨਤੀ ਹੋਈ। ਲਿਖਤੀ ਸੰਵਿਧਾਨ, ਜਦੋਂ ਫਰਾਂਸ ਨੇ ਕ੍ਰਾਂਤੀ ਤੋਂ ਬਾਅਦ ਇਹਨਾਂ ਨੇ ਇੱਕ ਆਪਣਾ ਲਿਖਤੀ ਸੰਵਿਧਾਨ ਬਣਾਇਆ। ਇਹਦੇ ਵਿੱਚ ਸੰਸਦ ਦੇ 3 ਅੰਗਾਂ ਦੀ ਸਰਕਾਰ ਬਣਾਈ, ਨਿਆਂਪਾਲਿਕਾ, ਕਾਰਜਪਾਲਿਕਾ, ਵਿਧਾਨਪਾਲਿਕਾ। ਔਰ ਪਹਿਲੋਂ ਇਹ ਤਿੰਨੇ ਸ਼ਕਤੀਆਂ ਰਾਜੇ ਕੋਲ ਹੁੰਦੀਆਂ ਸੀ, ਬਟ ਹੁਣ ਨਹੀਂ, ਹੁਣ ਸੰਵਿਧਾਨ ਵਿੱਚ ਸੀਗੀਆਂ, ਕਿਉਂਕਿ ਰਾਜੇ ਆਪ ਹੀ ਕਾਨੂੰਨ ਬਣਾਉਂਦੇ, ਆਪ ਹੀ ਲਾਗੂ ਕਰਦੇ ਤੇ ਆਪ ਹੀ ਤੋੜ ਦਿੰਦੇ ਸੀ ਔਰ ਤੋੜਨ ਵਾਲੇ ਨੂੰ ਸਖਤ ਸਜ਼ਾ ਦਿੰਦੇ ਸੀ। ਜਿਸ ਕਰਕੇ ਫਰਾਂਸ ਦੀ ਜਨਤਾ ਅਤਿਆਚਾਰਾਂ ਦਾ ਸ਼ਿਕਾਰ ਸੀ ਔਰ ਸੰਵਿਧਾਨ ਦੇ ਅਨੁਸਾਰ ਲੋਕਾਂ ਨੇ ਰਾਜਨੀਤੀ ਵਿੱਚ ਹਿੱਸਾ ਲੈਣ ਦਾ ਅਧਿਕਾਰ ਦਿੱਤਾ ਗਿਆ, ਜਿਵੇਂ ਵੋਟ ਦੇਣ ਦਾ ਅਧਿਕਾਰ। ਪ੍ਰਸ਼ਾਸਨਿਕ ਸੁਧਾਰ, ਬਹੁਤ ਸਾਰੇ ਪ੍ਰਸ਼ਾਸਨ ਵਿੱਚ ਸੁਧਾਰ ਕੀਤੇ ਗਏ। ਸਾਰੇ ਪ੍ਰਾਂਤਾਂ ਵਿੱਚ ਇੱਕੋ ਜਿਹੇ ਕਾਨੂੰਨ ਲਾਗੂ ਕੀਤੇ ਗਏ। ਬਹੁਤ ਸਾਰੇ ਵੱਡੀ ਹੋਰ ਅਧਿਕਾਰੀਆਂ ਦੀ ਛੁੱਟੀ ਕਰਕੇ ਇਮਾਨਦਾਰ ਅਧਿਕਾਰੀ ਜਿਹੜੇ ਪਦਵੀਆਂ ਤੇ ਲਗਾਏ ਗਏ। ਨੈਕਸਟ ਹੈਗਾ ਮੱਧ ਸ਼੍ਰੇਣੀ ਦਾ ਉਦੈ। ਪਹਿਲਾਂ ਅਮੀਰ ਤੇ ਗਰੀਬ ਲੋਕ ਹੀ ਫਰਾਂਸ ਵਿੱਚ, ਹੁਣ ਮੱਧ ਸ਼੍ਰੇਣੀ ਦੇ ਲੋਕਾਂ ਦਾ ਉਦੈ ਹੋ ਗਿਆ। ਫਰਾਂਸ ਰਾਸ਼ਟਰ ਵਿੱਚ ਬਦਲ ਗਿਆ, ਯਾਨੀ ਕਿ ਰਾਜਿਆਂ ਦੀ ਸ਼ਕਤੀ ਕਮਜ਼ੋਰ ਹੋ ਗਈ ਤੇ ਲੋਕਤੰਤਰੀ ਸਰਕਾਰ ਬਣ ਗਈ। ਮੌਲਿਕ ਅਧਿਕਾਰਾਂ ਦੀ ਘੋਸ਼ਣਾ, ਫਰਾਂਸ ਵਿੱਚ ਸਭ ਤੋਂ ਪਹਿਲਾਂ ਮੌਲਿਕ ਅਧਿਕਾਰ ਬਣਾਏ ਗਏ ਜਿਹੜੇ ਨਾਗਰਿਕਾਂ ਨੂੰ ਦਿੱਤੇ ਗਏ, ਜਿਵੇਂ ਜਾਇਦਾਦ ਦਾ ਅਧਿਕਾਰ, ਇੱਛਾ ਅਨੁਸਾਰ ਧੰਦਾ ਕਰਨ ਦਾ ਅਧਿਕਾਰ, ਯੋਗਤਾ ਦੇ ਆਧਾਰ ਤੇ ਪਦ ਪ੍ਰਾਪਤੀ ਦਾ ਅਧਿਕਾਰ, ਯਾਨੀ ਕਿ ਪੜ੍ਹਿਆ ਲਿਖਿਆ ਨੂੰ ਹੁਣ ਪਦ ਦਿੱਤੇ ਜਾਂਦੇ ਸੀ, ਰੈਂਕ ਦਿੱਤੇ ਜਾਂਦੇ। ਸੁਤੰਤਰਤਾ ਨਾਲ ਬੋਲਣ ਤੇ ਲਿਖਣ ਦਾ ਅਧਿਕਾਰ, ਫਰਾਂਸੀਸੀਆਂ ਨੂੰ ਸੰਗਠਨ ਬਣਾਉਣ ਦੀ ਸੁਤੰਤਰਤਾ ਔਰ ਕਾਨੂੰਨ ਦੇ ਸਾਹਮਣੇ ਸਾਰਿਆਂ ਨੂੰ ਬਰਾਬਰਤਾ। ਨਿਆਂ ਪ੍ਰਣਾਲੀ ਵਿੱਚ ਸੁਧਾਰ ਕੀਤਾ ਗਿਆ। ਪਹਿਲੋਂ ਜਿਹੜੇ ਅਨਪੜ੍ਹ ਲੋਕਾਂ ਨੂੰ ਜੱਜ ਲਗਾਇਆ ਜਾਂਦਾ ਸੀ, ਜਿਹੜੇ ਕਿ ਪੈਸੇ ਦੇ ਕੇ ਜੱਜ ਲੱਗਦੇ ਸੀ, ਉਹ ਚੀਜ਼ ਖਤਮ ਕਰ ਦਿੱਤੀ ਗਈ। ਚਰਚ ਦੇ ਪ੍ਰਭਾਵ ਵਿੱਚ ਕਮੀ ਆਈ। ਪਹਿਲਾਂ ਚਰਚ ਦਾ ਪ੍ਰਭਾਵ ਬਹੁਤ ਜ਼ਿਆਦਾ ਸੀ, ਸਾਰੀ ਸ਼ਕਤੀ ਚਰਚ ਕੋਲ ਹੁੰਦੀ ਸੀ, ਰਾਜਿਆਂ ਤੋਂ ਵੀ ਉੱਪਰ ਹੁੰਦੇ ਸੀ, ਉਹਨਾਂ ਦੀ ਸ਼ਕਤੀ ਖਤਮ ਕਰ ਦਿੱਤੀ ਗਈ। ਕਿਸਾਨਾਂ ਦੀ ਹਾਲਤ ਵਿੱਚ ਸੁਧਾਰ ਆਇਆ। ਫਰਾਂਸ ਵਿੱਚ ਸਿੱਖਿਆ ਤੇ ਸਾਹਿਤ ਦਾ ਵਿਕਾਸ, ਜਦੋਂ ਕ੍ਰਾਂਤੀ ਤੋਂ ਬਾਅਦ ਫਰਾਂਸ ਵਿੱਚ ਵੱਧ ਤੋਂ ਵੱਧ ਸਕੂਲ ਖੋਲ੍ਹੇ ਗਏ, ਸਿੱਖਿਆ ਵੱਲ ਜ਼ਿਆਦਾ ਧਿਆਨ ਦਿੱਤਾ ਗਿਆ। ਵਿਗਿਆਨਿਕ ਕਲਾ, ਬਹੁਤ ਸਾਰੀਆਂ ਸੰਸਥਾਵਾਂ ਖੋਲ੍ਹੀਆਂ ਗਈਆਂ ਜਿਹੜੀਆਂ ਵਿਗਿਆਨ, ਕਲਾ ਤੇ ਸਾਹਿਤ ਤੇ ਸਮਾਜਿਕ ਸਿੱਖਿਆ ਜਿਹੇ ਪੜ੍ਹਾਉਣ ਦਾ ਯਤਨ ਕਰਦੀਆਂ ਸੀ। ਸਰਕਾਰ ਨੇ ਤਕਨੀਕੀ ਸਿੱਖਿਆ ਦਾ ਵਿਸ਼ੇਸ਼ ਪ੍ਰਬੰਧ ਕੀਤਾ। ਪੈਰਿਸ ਵਿੱਚ ਇੱਕ ਯੂਨੀਵਰਸਿਟੀ ਵੀ ਸਥਾਪਿਤ ਕੀਤੀ। ਸਾਹਿਤਕਾਰਾਂ ਅਤੇ ਵਿਦਵਾਨਾਂ ਨੂੰ ਲਿਖਣ ਦੀ ਸੁਤੰਤਰਤਾ ਹੋ ਗਈ। ਹੁਣ ਜਿਹੜੇ ਕਲਮ ਦੇ ਲਿਖਾਰੀ ਸੀ, ਉਹਨਾਂ ਉੱਤੇ ਕਿਸੇ ਕਿਸਮ ਦੀ ਤਲਵਾਰ ਨਹੀਂ ਸੀ। ਉਹਨਾਂ ਦੇ ਮਨ ਵਿੱਚ ਵੀ ਉਹਨਾਂ ਨੇ ਇਸ ਤਰ੍ਹਾਂ ਦਾ ਸਾਹਿਤ ਲਿਖਿਆ ਜਿਹਦੇ ਵਿੱਚ ਫਰਾਂਸ ਦੇ ਪ੍ਰਤੀ ਪਿਆਰ ਵਿਖਾਇਆ। ਆਰਥਿਕ ਸੁਧਾਰ ਬਹੁਤ ਸਾਰੇ ਹੋਏ। ਕਿਸਾਨਾਂ ਨੂੰ ਭਰ ਪੇਟ ਰੋਟੀ ਮਿਲਣ ਲੱਗ ਗਈ। ਖੇਤੀਬਾੜੀ ਦਾ ਵਿਕਾਸ ਹੋਇਆ। ਲੋਕਾਂ ਦੇ ਭਲਾਈ ਦੇ ਕੰਮ ਹੋਣੇ ਸ਼ੁਰੂ ਹੋ ਗਏ। ਦਰਿਆਵਾਂ ਉੱਤੇ ਪੁਲ ਬਣ ਗਏ। ਸਸਤੇ ਭਾਅ ਤੇ ਗਰੀਬ ਕਿਸਾਨਾਂ ਪਾਸ ਜਿਹੜੀਆਂ ਸਮਤਾ ਦੀ ਭੂਮੀ ਸੀ ਵੇਚ ਦਿੱਤੀ ਗਈ। ਖੂਨ ਖਰਾਬਾ, ਜਦੋਂ ਕ੍ਰਾਂਤੀ ਹੋਈ ਉਸ ਤੋਂ ਪਹਿਲਾਂ ਕਾਫੀ ਖੂਨ ਖਰਾਬਾ ਵੀ ਹੋਇਆ। ਫਰਾਂਸ ਦੁਆਰਾ ਯੁੱਧ, ਫਰਾਂਸ ਨੂੰ ਕਹਿੰਦਾ ਜਦੋਂ ਫਰਾਂਸ ਦੀ ਕ੍ਰਾਂਤੀ ਉਸ ਤੋਂ ਬਾਅਦ ਫਰਾਂਸ ਨੂੰ ਕਈ ਦੇਸ਼ਾਂ ਨਾਲ ਯੁੱਧ ਕਰਨੇ ਪਏ, ਕਿਉਂਕਿ ਦੇਸ਼ ਵਿੱਚ ਨਿਰੰਕੁਸ਼ ਸ਼ਾਸਨ ਦਾ ਅੰਤ ਕਰਨ ਵਿੱਚ ਲੱਗੇ ਹੋਏ ਸੀ। ਇਸ ਨਾਲ ਅੰਤਰਰਾਸ਼ਟਰੀ ਨਿਯਮ ਭੰਗ ਹੋ ਗਏ। ਯੂਰਪ ਦੇ ਦੇਸ਼ ਫਰਾਂਸ ਵਿਰੁੱਧ ਹੋ ਗਏ, ਜੋ ਘਾਟ ਰਹਿ ਗਈ ਫਰਾਂਸ ਵਿੱਚ ਲੂਈ 16ਵੇਂ ਨੂੰ ਫਾਂਸੀ ਦੀ ਸਜ਼ਾ ਦੇਣ ਨਾਲ ਪੂਰੀ ਹੋ ਗਈ। ਇਹ ਸੀਗੇ ਪ੍ਰਭਾਵ।
ਜੇਕਰ ਕੁਐਸਚਨ ਇਵੇਂ ਆ ਜਾਏ ਕਿ ਇੰਗਲੈਂਡ ਉੱਤੇ ਫਰਾਂਸ ਦੀ ਕ੍ਰਾਂਤੀ ਦੇ ਪ੍ਰਭਾਵ ਦੱਸੋ, ਤੇ ਬਹੁਤ ਜ਼ਿਆਦਾ ਪ੍ਰਭਾਵ ਪਏ ਇੰਗਲੈਂਡ ਦੇ। ਫਰਾਂਸ ਦੀ ਕ੍ਰਾਂਤੀ ਦਾ ਸਵਾਗਤ ਕੀਤਾ ਇੰਗਲੈਂਡ ਨੇ। ਅੰਗਰੇਜ਼ਾਂ ਦਾ ਵਿਰੋਧ ਕੀਤਾ। ਰਾਜਨੀਤਿਕ ਦਲਾਂ ਦੇ ਪ੍ਰਭਾਵ, ਅੰਗਰੇਜ਼ੀ ਸਾਹਿਤ ਤੇ ਪ੍ਰਭਾਵ, ਪ੍ਰਤੀਕਿਰਿਆਵਾਦੀ ਨੀਤੀ, ਅੰਗਰੇਜ਼ੀ ਫਰਾਂਸੀਸੀ ਯੁੱਧ, ਫਰਾਂਸ ਨੂੰ ਇੰਗਲੈਂਡ ਨਾਲ ਬਹੁਤ ਸਾਰੇ ਯੁੱਧ ਕਰਨੇ ਪਏ। ਸਮਾਜਿਕ ਤੇ ਆਰਥਿਕ ਪ੍ਰਭਾਵ ਪਿਆ। ਆਇਰਲੈਂਡ ਉੱਤੇ ਪ੍ਰਭਾਵ। ਨੈਕਸਟ ਚੈਪਟਰ ਹੈਗਾ ਵਾ ਆਧੁਨਿਕ ਰਾਜਨੀਤੀ ਦਾ ਉਥਾਨ। ਇਹਦੇ ਵਿੱਚ 2 ਮਾਰਕਸ ਦੇ ਜ਼ਿਆਦਾ ਕੁਐਸਚਨ ਨੇ। ਸੰਤ ਸਾਈਮਨ ਕੌਣ ਸੀਗਾ? ਕਹਿੰਦਾ ਕਿ ਸੰਤ ਸਾਈਮਨ ਇੱਕ ਫ੍ਰੈਂਚ ਸੀਗਾ ਜਿਸ ਦਾ ਜਨਮ 1760 ਈਸਵੀ ਵਿੱਚ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਹੋਇਆ। ਉਸ ਦਾ ਸੰਬੰਧ ਇੱਕ ਮੰਨੇ ਪ੍ਰਮੰਨੇ ਕੁਲੀਨ ਪਰਿਵਾਰ ਨਾਲ ਸੀ। 18 ਸਾਲ ਦੀ ਉਮਰ ਵਿੱਚ ਫਰਾਂਸ ਦੀ ਸੈਨਾ ਵਿੱਚ ਭਰਤੀ ਹੋ ਗਿਆ। ਜਦੋਂ ਅਮਰੀਕਾ ਦਾ ਸੁਤੰਤਰਤਾ ਸੰਗਰਾਮ ਆਰੰਭ ਹੋਇਆ ਤਾਂ ਜਿਹੜੀ ਫਰਾਂਸੀਸੀ ਸੈਨਾ ਅਮਰੀਕਾ ਗਈ ਸੀ, ਉਸਦੇ ਨਾਲ ਸਾਈਮਨ ਨੂੰ ਵੀ ਉੱਥੇ ਜਾਣ ਦਾ ਮੌਕਾ ਪ੍ਰਾਪਤ ਹੋਇਆ। ਇਸ ਤੋਂ ਇਲਾਵਾ ਉਸਨੇ 1799 ਈਸਵੀ ਵਿੱਚ ਫਰਾਂਸ ਦੀ ਮਹਾਨ ਕ੍ਰਾਂਤੀ ਵਿੱਚ ਵੀ ਭਾਗ ਲਿਆ, ਜਿਸ ਦੇ ਸਿੱਟੇ ਵਜੋਂ ਉਹਨੂੰ ਕਾਫੀ ਵਾਰੀ ਜੇਲ੍ਹ ਜਾਣਾ ਪਿਆ। ਇਸ ਕ੍ਰਾਂਤੀ ਦੇ ਦੌਰਾਨ ਉਸਨੇ ਆਤਮ ਚਿੰਤਨ ਕਰਨਾ ਆਰੰਭ ਕਰਤਾ। ਬਸ ਇੰਨਾ ਹੀ ਇਹਦਾ ਕਰਾਂਗੇ ਆਪਾਂ। ਲੂਈ ਬਲਾ ਕੌਣ ਸੀ? ਲੂਈ ਬਲਾ 19ਵੀਂ ਸਦੀ ਦਾ ਇੱਕ ਹੋਰ ਸਮਾਜਵਾਦੀ ਚਿੰਤਕ ਸੀ ਜਿਸ ਨੇ ਸੰਤ ਸਾਈਮਨ ਦੁਆਰਾ ਸਥਾਪਿਤ ਕੀਤੇ ਗਏ ਸਮਾਜਵਾਦੀ ਸਿਧਾਂਤਾਂ ਨੂੰ ਪ੍ਰਚਾਰਿਆ, ਉਹਨਾਂ ਨੂੰ ਹਰਮਨ ਪਿਆਰਾ ਬਣਾਉਣ ਲਈ ਜ਼ਿੰਮੇਵਾਰੀ ਚੁੱਕੀ। ਇਹ ਸਪੇਨ ਦਾ ਰਹਿਣ ਵਾਲਾ ਸੀ, ਸਪੈਨਿਸ਼ ਸੀ। ਇਹਦਾ ਜਨਮ ਜਿਹੜਾ ਮੈਡਰਿਡ ਵਿਖੇ 28 ਅਕਤੂਬਰ 1823 ਈਸਵੀ ਵਿੱਚ ਹੋਇਆ। ਇਸ ਨੂੰ ਛੋਟੀ ਉਮਰ ਵਿੱਚ ਹੀ ਫਰਾਂਸ ਚਲਾ ਗਿਆ ਕਿਉਂਕਿ ਇਸ ਦਾ ਪਿਤਾ ਫਰਾਂਸ ਵਿੱਚ ਇੱਕ ਸਰਕਾਰੀ ਅਹੁਦੇ ਤੇ ਸੀ। ਇਸ ਲਈ ਲੂਈ ਬਲਾ ਦੀ ਸਿੱਖਿਆ ਫਰਾਂਸ ਵਿੱਚ ਹੀ ਪੂਰੀ ਹੋਈ। ਉਸਨੇ ਸਮਾਜਿਕ ਅਤੇ ਆਰਥਿਕ ਵਿਚਾਰਾਂ ਨੂੰ ਆਪਣੇ ਪ੍ਰਸਿੱਧ ਗ੍ਰੰਥ ਆਰਗੇਨਾਈਜੇਸ਼ਨ ਆਫ ਲੇਬਰ ਵਿੱਚ ਲਿਖਿਆ, ਯਾਨੀ ਕਿ ਕਲਮਬੱਧ ਕੀਤਾ, ਲਿਖਿਆ। ਉਸਨੇ ਇਹ ਗ੍ਰੰਥ 1841 ਵਿੱਚ ਪੂਰਾ ਕੀਤਾ, ਜਿਸ ਵਿੱਚ ਉਸਨੇ ਉਤਪਾਦਨ ਵਿਵਸਥਾ ਨੂੰ ਦੂਰ ਕਰਨ ਲਈ ਇੱਕ ਨਵੀਂ ਸਮਾਜਿਕ ਵਿਵਸਥਾ ਦੀ ਰੂਪਰੇਖਾ ਤਿਆਰ ਕੀਤੀ। ਉਹ ਰਾਜ ਨੂੰ ਗਰੀਬਾਂ ਦਾ ਬੈਂਕਰ ਮੰਨਦਾ ਸੀ ਅਤੇ ਉਸਦਾ ਕਹਿਣਾ ਸੀ ਕਿ ਮਜ਼ਦੂਰਾਂ ਦੇ ਲਈ ਉਤਪਾਦਨ ਦੇ ਸਾਰੇ ਸਾਧਨਾਂ ਦੀ ਵਿਵਸਥਾ ਕਰਨਾ ਰਾਜ ਦਾ ਮਹੱਤਵਪੂਰਨ ਕੰਮ ਹੈ। ਨੈਕਸਟ ਹੈਗਾ ਵਾ ਕਾਰਲ ਮਾਰਕਸ ਕੌਣ ਸੀ? ਕਾਰਲ ਮਾਰਕਸ ਜਰਮਨੀ ਦਾ ਰਹਿਣ ਵਾਲਾ ਸੀ। ਉਸਦਾ ਜਨਮ 1818 ਈਸਵੀ ਵਿੱਚ ਰਾਈਨ ਨਦੀ ਦੇ ਤੱਟ ਉੱਤੇ ਟਾਬਰ ਨਾਮੀ ਸਥਾਨ ਤੇ ਹੋਇਆ। ਉਹਨੇ ਬਰਲਿਨ ਤੇ ਹੋਰ ਵਿਸ਼ਵ ਵਿਦਿਆਲਿਆਂ ਤੋਂ ਉੱਚੀ ਸਿੱਖਿਆ ਪ੍ਰਾਪਤ ਕੀਤੀ ਔਰ ਉਹਦੀ ਅਰਥ ਸ਼ਾਸਤਰ ਵਿੱਚ ਵਿਸ਼ੇਸ਼ ਰੁਚੀ ਸੀ। ਕਹਿੰਦਾ ਜਦੋਂ ਆਪਣੀ ਉੱਚੀ ਸਿੱਖਿਆ ਪ੍ਰਾਪਤ ਕਰ ਲਿਆ ਸੀ ਤਾਂ ਉਸ ਸਮੇਂ ਯੂਰਪ ਵਿੱਚ ਕ੍ਰਾਂਤੀਕਾਰੀ ਭਾਵਨਾਵਾਂ ਤੋਂ ਪ੍ਰੇਰਿਤ ਹੋਇਆ। ਬਸ ਇੰਨਾ ਹੀ ਇਹਦੇ 'ਚ ਕਰਾਂਗੇ। ਇਹ ਸਮਾਜਵਾਦੀ ਵਿਚਾਰਧਾਰਾ ਦਾ ਸੀ ਔਰ ਇਹਨੇ ਹਮੇਸ਼ਾ ਹੀ ਸੰਸਾਰ ਵਿੱਚ ਮਜ਼ਦੂਰਾਂ ਦੇ ਹਿੱਤ ਦੀ ਗੱਲ ਕੀਤੀ। ਇਹਦਾ ਕਹਿਣਾ ਇਹ ਆ ਕਿ ਜਿਹੜੇ ਪੂੰਜੀਪਤੀ ਨੇ ਉਹ ਮਜ਼ਦੂਰਾਂ ਦਾ ਸ਼ੋਸ਼ਣ ਕਰਦੇ। ਨੈਕਸਟ ਆ ਗਿਆ ਉਦਯੋਗੀਕਰਨ। ਵੈਰੀ ਇੰਪੋਰਟੈਂਟ ਕੁਐਸਚਨ ਆ। ਇਹਦੇ ਵਿੱਚ ਕੁਐਸਚਨ ਆਉਣਾ 10 ਮਾਰਕਸ ਦਾ ਕਿ ਉਦਯੋਗਿਕ ਕ੍ਰਾਂਤੀ ਦਾ ਕੀ ਭਾਵ, ਇਹਦੇ ਕਾਰਨ ਦੱਸੋ। ਉਦਯੋਗਿਕ ਕ੍ਰਾਂਤੀ ਤੋਂ ਭਾਵ ਉਹ ਪਰਿਵਰਤਨ ਉਹਨਾਂ ਪ੍ਰਕਿਰਿਆਵਾਂ ਤੋਂ ਜਿਨ੍ਹਾਂ ਦੀ ਅਵਸਥਾ ਦੇ ਨਿਰਮਾਣ ਕਰਨ ਦੇ ਤਰੀਕਿਆਂ ਵਿੱਚ ਬਹੁਤ ਸਾਰੇ ਪਰਿਵਰਤਨ ਆਏ। ਯਾਨੀ ਕਿ ਜਿਹੜਾ ਪਹਿਲੋਂ ਘਰਾਂ ਵਿੱਚ ਹੱਥਾਂ ਨਾਲ ਮਾਲ ਤਿਆਰ ਕੀਤਾ ਜਾਂਦਾ ਸੀ, ਹੁਣ ਫੈਕਟਰੀਆਂ ਦੇ ਵਿੱਚ ਕਾਰਖਾਨੇ ਮਸ਼ੀਨਾਂ ਨਾਲ ਤਿਆਰ ਕੀਤਾ ਜਾਂਦਾ ਮਾਲ। ਔਰ ਇਹ ਮਸ਼ੀਨਾਂ ਭਾਵ ਸ਼ਕਤੀ ਨਾਲ ਚੱਲਦੀਆਂ ਸੀ ਔਰ ਮਾਲ ਜਿਹੜਾ ਵੱਡੇ ਪੈਮਾਨੇ ਤੇ ਤਿਆਰ ਹੁੰਦਾ ਸੀ। ਉਦਯੋਗਿਕ ਕ੍ਰਾਂਤੀ ਦਾ ਜੇਕਰ ਦੀ ਪਰਿਭਾਸ਼ਾ ਲਿਖੀਏ ਤਾਂ ਆਪਾਂ ਇਸ ਤਰ੍ਹਾਂ ਲਿਖਣੀ ਹੈ, ਉਦਯੋਗਿਕ ਕ੍ਰਾਂਤੀ ਦਾ ਅਰਥ ਘਰੇਲੂ ਸਿਸਟਮ ਦਾ
ਫੈਕਟਰੀ ਸਿਸਟਮ ਵਿੱਚ ਅਤੇ ਦਸਤੀ ਕੰਮ ਦਾ ਮਸ਼ੀਨਾਂ ਰਾਹੀਂ ਕੰਮ ਵਿੱਚ ਪਰਿਵਰਤਨ ਹੈ। ਇਹ ਇਹਦੀ ਪਰਿਭਾਸ਼ਾ। ਇਹ ਜਿਹੜਾ ਸੀ ਉਦਯੋਗਿਕ ਕ੍ਰਾਂਤੀ ਜਿਹੜੀ ਸੀ 1820 ਈਸਵੀ ਵਿੱਚ ਹੋਈ। ਸਭ ਤੋਂ ਪਹਿਲਾਂ ਉਦਯੋਗਿਕ ਕ੍ਰਾਂਤੀ ਜਿਹੜੀ ਇੰਗਲੈਂਡ ਵਿੱਚ ਹੋਈ ਔਰ ਮਾਲ ਘਰਾਂ ਦੀ ਥਾਂ ਕਾਰਖਾਨਿਆਂ ਵਿੱਚ ਬਣਨ ਲੱਗ ਗਿਆ। ਇਹ ਮਾਲ ਜਿਹੜਾ ਸੀ ਮਸ਼ੀਨਾਂ ਨਾਲ ਤਿਆਰ ਹੁੰਦਾ ਸੀ ਔਰ ਇਹ ਮਸ਼ੀਨਾਂ ਭਾਵ ਸ਼ਕਤੀ ਨਾਲ ਚੱਲਦੀਆਂ ਸੀ। ਇਸ ਤੋਂ ਬਾਅਦ ਬਾਕੀ ਸਾਰੇ ਦੇਸ਼ਾਂ ਵਿੱਚ ਮਸ਼ੀਨਾਂ ਲੱਗਣੀਆਂ ਸ਼ੁਰੂ ਹੋ ਗਈਆਂ, ਉਦਯੋਗ ਸਥਾਪਿਤ ਹੋਣੇ ਸ਼ੁਰੂ ਹੋ ਗਏ ਔਰ ਇਹਦੇ ਕਾਰਨ ਹੋਰਨਾਂ ਖੇਤਰਾਂ ਵਿੱਚ ਉੱਨਤੀ ਨਾਲ ਉਦਯੋਗਿਕ ਕ੍ਰਾਂਤੀ ਜ਼ਰੂਰੀ ਸੀ। ਕਹਿੰਦਾ ਬਾਕੀ ਸਾਰੇ ਖੇਤਰਾਂ ਵਿੱਚ ਕ੍ਰਾਂਤੀ ਹੋਣ ਦੇ ਨਾਲ ਉਦਯੋਗਿਕ ਕ੍ਰਾਂਤੀ ਵੀ ਜ਼ਰੂਰੀ ਸੀ। ਉਦਯੋਗ ਖੁੱਲ੍ਹਣੇ ਜ਼ਰੂਰੀ ਸੀ ਤਾਂ ਕਿ ਜਿਹੜੀ ਡਿਮਾਂਡ ਨੂੰ ਪੂਰਾ ਕੀਤਾ ਜਾ ਸਕੇ। ਆਵਾਜਾਈ ਵਿੱਚ ਉੱਨਤੀ। ਉਦਯੋਗਿਕ ਕ੍ਰਾਂਤੀ ਦਾ ਇੱਕ ਹੋਰ ਕਾਰਨ ਹੈ ਕਿ ਆਵਾਜਾਈ ਵਿੱਚ ਉੱਨਤੀ ਹੋ ਗਈ। ਆਵਾਜਾਈ ਦੇ ਸਾਧਨਾਂ ਦੇ ਨਾਲ ਕਾਰਖਾਨਿਆਂ ਦੀ ਲੋੜ ਜਿਹੜੀ ਮਹਿਸੂਸ ਹੋਈ ਔਰ ਕਾਰਖਾਨੇ ਤੋਂ ਬਣਿਆ ਮਾਲ ਦੂਜੇ ਦੇਸ਼ਾਂ ਵਿੱਚ ਆਸਾਨੀ ਨਾਲ ਪਹੁੰਚਾਇਆ ਜਾਣ ਲੱਗ ਪਿਆ। ਨਹਿਰਾਂ ਦਾ ਨਿਰਮਾਣ ਹੋਇਆ ਜਿਹਦੇ ਕਰਕੇ ਪੁਲ ਬਣੇ। ਧਾਤਾਂ ਦੇ ਉਪਜ ਅਤੇ ਵਰਤੋਂ। ਬਹੁਤ ਸਾਰੀਆਂ ਧਾਤਾਂ ਹੋਂਦ ਵਿੱਚ ਆਈਆਂ ਜਿਨ੍ਹਾਂ ਦੀ ਵਰਤੋਂ ਨਾਲ ਮਸ਼ੀਨਾਂ ਬਣਦੀਆਂ ਸੀ। ਇਸਪਾਤ ਅਤੇ ਲੋਹਾ। ਵੱਡੀਆਂ ਵੱਡੀਆਂ ਮਸ਼ੀਨਾਂ ਲੋਹੇ ਨਾਲ ਬਣਦੀਆਂ ਸਨ। ਵਿਗਿਆਨ ਦੀ ਵਰਤੋਂ ਤੇ ਉੱਨਤੀ। ਵਿਗਿਆਨਿਕ ਕਾਢ ਦੇ ਨਾਲ ਹੀ ਇਹ ਮਸ਼ੀਨਾਂ ਹੋਂਦ ਵਿੱਚ ਆਈਆਂ। ਵਿਗਿਆਨ ਨੇ ਹਵਾ, ਪਾਣੀ ਤੇ ਭਾਫ ਜਿਹੀਆਂ ਅਣਮਨੁੱਖੀ ਸ਼ਕਤੀਆਂ ਤੋਂ ਕੰਮ ਲੈਣਾ ਸ਼ੁਰੂ ਕੀਤਾ। ਇਹ ਮਸ਼ੀਨਾਂ ਭਾਫ ਨਾਲ ਚੱਲਦੀਆਂ ਸੀ। ਵਿਦੇਸ਼ੀ ਵਪਾਰ। ਉਦਯੋਗਿਕ ਕ੍ਰਾਂਤੀ ਨਾਲ ਵਿਦੇਸ਼ਾਂ ਵਿੱਚ ਵਪਾਰ ਵਧਣ ਲੱਗ ਗਿਆ। ਹੁਣ ਬਹੁਤ ਵੱਡੇ ਪੱਧਰ ਤੇ ਮਾਲ ਤਿਆਰ ਹੁੰਦਾ ਸੀ ਜਿਹੜਾ ਵਿਦੇਸ਼ਾਂ ਵਿੱਚ ਵੀ ਭੇਜਿਆ ਜਾ ਸਕਦਾ ਸੀ। ਉਪਨਿਵੇਸ਼ਾਂ ਦੀ ਸਥਾਪਨਾ। ਇੰਗਲੈਂਡ, ਹਾਲੈਂਡ, ਸਪੇਨ ਤੇ ਫਰਾਂਸ ਨੇ ਕਈ ਉਪਨਿਵੇਸ਼ ਵਸਾਏ। ਸਸਤੀ ਮਜ਼ਦੂਰੀ। ਖੇਤੀਬਾੜੀ ਦੇ ਵਿਕਾਸ ਲਈ ਬਹੁਤ ਸਾਰੀਆਂ ਮਸ਼ੀਨਾਂ ਬਣ ਗਈਆਂ ਜਿਹਦੇ ਵਾਸਤੇ ਮਜ਼ਦੂਰ ਵਿਹਲੇ ਹੋ ਗਏ ਤੇ ਫੈਕਟਰੀਆਂ ਵਿੱਚ ਸਸਤੀ ਮਜ਼ਦੂਰੀ ਦੇ ਮਜ਼ਦੂਰ ਮਿਲਣੇ ਸ਼ੁਰੂ ਹੋ ਗਏ। ਲਗਾਤਾਰ ਯੁੱਧ। ਇਸ ਕਾਲ ਵਿੱਚ ਯੂਰਪ ਵਿੱਚ ਲਗਾਤਾਰ ਯੁੱਧ ਸ਼ੁਰੂ ਹੋ ਗਏ ਜਿਹਦੇ ਕਰਕੇ ਉਹਨਾਂ ਜ਼ਰੂਰਤਾਂ ਦੀ ਪੂਰਤੀ ਲਈ ਜਿਹੜਾ ਬਰੂਦ ਸੀ ਉਹ ਫੈਕਟਰੀਆਂ 'ਚ ਬਣਦਾ ਸੀ। ਸਾਮੰਤਵਾਦ ਦਾ ਅੰਤ। ਯੂਰਪ ਵਿੱਚ ਸਾਮੰਤਵਾਦ ਦਾ ਅੰਤ ਹੋ ਗਿਆ। ਸਾਮੰਤਾਂ ਨੇ ਆਪਣੀ ਸਾਰੀ ਕਮਾਈ ਜਿਹੜੀ ਸੀ ਫੈਕਟਰੀਆਂ ਲਗਾਉਣ ਵਿੱਚ ਲਾ ਲਈ। ਰਾਸ਼ਟਰੀ ਭਾਵਨਾ ਦਾ ਵਿਕਾਸ। ਧਨ ਦੀ ਦਿੱਕਤ। ਯੂਰਪ ਵਿੱਚ ਇੰਨਾ ਜ਼ਿਆਦਾ ਧਨ ਹੋ ਗਿਆ ਕਿ ਲੋਕਾਂ ਨੇ ਫੈਕਟਰੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਚੀਜ਼ਾਂ ਦੀ ਮੰਗ ਵਿੱਚ ਵਾਧਾ। ਜਦੋਂ ਡਿਮਾਂਡ ਵਧੇ ਤੇ ਚੀਜ਼ਾਂ ਜ਼ਿਆਦਾ ਬਣਦੀਆਂ ਇਸ ਕਰਕੇ ਮਸ਼ੀਨਾਂ ਨਾਲ ਚੀਜ਼ਾਂ ਵੱਡੇ ਪੱਧਰ ਤੇ ਤਿਆਰ ਕਰਨੀਆਂ ਸੀ। ਉਸ ਤੋਂ ਬਾਅਦ ਇਹਦੇ ਆਪਾਂ ਕਰਾਂਗੇ ਪ੍ਰਭਾਵ। ਇਹ ਕਾਰਨ। One 45 ਤੇ ਉਦਯੋਗਿਕ ਕ੍ਰਾਂਤੀ ਦੇ ਪ੍ਰਭਾਵ। ਕਹਿੰਦਾ ਉਦਯੋਗਿਕ ਕ੍ਰਾਂਤੀ ਕੋਈ ਸਧਾਰਨ ਕ੍ਰਾਂਤੀ ਨਹੀਂ ਸੀ। ਇਹ ਬਹੁਤ ਵੱਡੀ ਇੱਕ ਉਥਲ ਪੁਥਲ ਸੀ। ਉਦਯੋਗਿਕ ਨੀਤੀ ਅਪਣਾਉਣ ਵਾਲੇ ਸਾਰੇ ਦੇਸ਼ਾਂ ਨੇ ਇੱਕ ਸਮਾਨ ਪ੍ਰਭਾਵਿਤ ਕੀਤਾ। ਇਸ ਦਾ ਯੂਰਪ ਵਿੱਚ ਸਾਰੇ ਦੇਸ਼ਾਂ ਵਿੱਚ ਇੱਕੋ ਜਿਹਾ ਸਰੂਪ ਸਾਰੇ ਦੇਸ਼ਾਂ ਵਿੱਚ ਇੱਕੋ ਜਿਹਾ ਸੀ। ਇਹਦੇ ਨਾਲ ਸਮਾਜਿਕ ਪ੍ਰਭਾਵ ਇਹ ਪਿਆ ਕਿ ਜਨਸੰਖਿਆ ਵਿੱਚ ਵਾਧਾ ਹੋ ਗਿਆ ਕਿਉਂਕਿ ਜਨਸੰਖਿਆ ਬਹੁਤ ਵੱਧ ਗਈ। ਇਹਦਾ ਕਾਰਨ ਇਹ ਸੀ ਕਿ ਲੋਕਾਂ ਦਾ ਜੀਵਨ ਪਹਿਲੋਂ ਨਾਲੋਂ ਚੰਗਾ ਹੋ ਗਿਆ। ਦਵਾਈਆਂ ਹੋਂਦ ਵਿੱਚ ਆ ਗਈਆਂ। ਮੌਤ ਦਰ ਘਟਣੀ ਸ਼ੁਰੂ ਹੋ ਗਈ। ਜਨਮ ਦਰ ਵਧਣੀ ਸ਼ੁਰੂ ਹੋ ਗਈ। ਇਸਤਰੀਆਂ ਦੇ ਬੱਚਿਆਂ ਦਾ ਸ਼ੋਸ਼ਣ। ਫੈਕਟਰੀਆਂ ਵਿੱਚ ਇਸਤਰੀਆਂ ਦੇ ਬੱਚਿਆਂ ਕੋਲੋਂ ਜ਼ਿਆਦਾ ਕੰਮ ਕਰਵਾਇਆ ਜਾਂਦਾ ਸੀ। ਪੈਸੇ ਘੱਟ ਦਿੱਤੇ ਜਾਂਦੇ ਸੀ। ਕੰਮ 14 ਤੋਂ 16 ਘੰਟੇ ਕਰਾਇਆ ਜਾਂਦਾ ਸੀ। ਛੋਟੇ ਕਿਸਾਨਾਂ ਦਾ ਅੰਤ। ਕਹਿੰਦਾ ਇਹਨੇ ਛੋਟੇ ਕਿਸਾਨਾਂ ਦਾ ਅੰਤ ਕਰਤਾ। ਛੋਟੇ ਕਿਸਾਨ ਘਰਾਂ ਵਿੱਚ ਘਰੇਲੂ ਸਿਸਟਮ ਨਾਲ ਚੀਜ਼ਾਂ ਤਿਆਰ ਕਰਦੇ ਸੀ ਜਿਹੜੀਆਂ ਕਿ ਚੀਜ਼ਾਂ ਹੁਣ ਫੈਕਟਰੀਆਂ ਵਿੱਚ ਤਿਆਰ ਹੋਣ ਲੱਗ ਗਿਆ ਤੇ ਇਹ ਲੋਕ ਜਿਹੜੇ ਵਿਹਲੇ ਹੋ ਗਏ ਤੇ ਇਹਨਾਂ ਨੂੰ ਸਸਤੀ ਮਜ਼ਦੂਰੀ ਮਿਲ ਗਈ। ਕਾਰਖਾਨਿਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਬੁਰੀ ਹਾਲਤ। ਕਹਿੰਦਾ ਕਾਰਖਾਨਿਆਂ ਵਿੱਚ ਜਿਹੜੇ ਮਜ਼ਦੂਰ ਕੰਮ ਕਰਦੇ ਸੀ ਉਹਨਾਂ ਦੀ ਹਾਲਤ ਬਹੁਤ ਬੁਰੀ ਹੋ ਗਈ। ਇਸਤਰੀਆਂ ਤੋਂ ਜ਼ਿਆਦਾ ਕੰਮ ਲਿਆ ਜਾਂਦਾ ਸੀ। ਬੱਚਿਆਂ ਤੋਂ ਲਿਆ ਜਾਂਦਾ ਸੀ। ਤਨਖਾਹ ਥੋੜ੍ਹੀ ਦਿੱਤੀ ਜਾਂਦੀ ਸੀ। ਇਹਦੇ ਨਾਲ ਇਸਤਰੀਆਂ ਤੇ ਬੱਚਿਆਂ ਦੀ ਸਿਹਤ ਉੱਤੇ ਭੈੜਾ ਅਸਰ ਪਿਆ। ਨੈਕਸਟ ਹੈਗਾ ਨਵੇਂ ਉਦਯੋਗਿਕ ਨਗਰਾਂ ਦੀ ਸਫਾਈ ਦੀ ਘਾਟ। ਹੁਣ ਜਿੰਨੇ ਉਦਯੋਗਿਕ ਨਗਰ ਜਿੱਥੇ ਜਿੱਥੇ ਵੀ ਕਾਰਖਾਨੇ ਲੱਗਦੇ ਸੀ ਉਹ ਸ਼ਹਿਰ ਬਣ ਜਾਂਦੇ ਸੀ। ਉਹਨਾਂ ਦੀ ਜਨਸੰਖਿਆ ਵੱਧ ਜਾਂਦੀ ਸੀ ਔਰ ਉਹਨਾਂ ਕਾਰਖਾਨਿਆਂ 'ਚ ਰੋਸ਼ਨੀ ਦਾ ਕੋਈ ਹਵਾ ਨਿਕਲਣ ਦਾ ਕੋਈ ਪ੍ਰਬੰਧ ਨਹੀਂ ਸੀ। ਲਾਗੇ ਗੰਦੀਆਂ ਨਾਲੀਆਂ ਸੀ ਜਿੱਥੇ ਫੈਕਟਰੀਆਂ ਦਾ ਪਾਣੀ ਜਾਂਦਾ ਸੀ ਔਰ ਧੂਏ ਕਾਰਨ ਲੋਕਾਂ ਦੀ ਸਿਹਤ ਤੇ ਵੀ ਅਸਰ ਪਿਆ। ਰਹਿਣ ਸਹਿਣ ਦਾ ਪੱਧਰ ਵਿੱਚ ਉੱਨਤੀ। ਲੋਕਾਂ ਦਾ ਰਹਿਣ ਸਹਿਣ ਵਧੀਆ ਹੋ ਗਿਆ। ਹੁਣ ਲੋਕ ਜਿਹੜੇ ਸੀ
ਸ਼ਹਿਰਾਂ ਵਿੱਚ ਰਹਿੰਦੇ ਸੀ। ਉਹਨਾਂ ਦੇ ਮਕਾਨ ਚੰਗੇ ਬਣ ਗਏ, ਬਿਜਲੀ ਦੀ ਪ੍ਰਾਪਤੀ ਹੋ ਗਈ, ਉਹਨਾਂ ਨੂੰ ਸਾਫ ਸੁਥਰਾ ਜੀਵਨ ਹੋ ਗਿਆ। ਸਮਾਜ ਦੀਆਂ ਮੁੱਖ ਸ਼੍ਰੇਣੀਆਂ ਪੂੰਜੀਪਤੀ ਅਤੇ ਮਜ਼ਦੂਰ। ਸਮਾਜ ਵਿੱਚ ਦੋ ਸ਼੍ਰੇਣੀਆਂ ਉੱਭਰ ਕੇ ਆਈਆਂ, ਇੱਕ ਪੂੰਜੀਪਤੀ ਜਿਨ੍ਹਾਂ ਨੇ ਫੈਕਟਰੀਆਂ ਲਗਾਈਆਂ ਸੀ, ਇੱਕ ਮਜ਼ਦੂਰ ਜਿਹੜੇ ਫੈਕਟਰੀਆਂ 'ਚ ਕੰਮ ਕਰਦੇ ਸੀ। ਆਚਰਣ ਵਿੱਚ ਗਿਰਾਵਟ ਹੋਣ, ਲੋਕਾਂ ਦੇ ਨੈਤਿਕ ਪਤਨ ਹੋ ਗਿਆ, ਉਹਨਾਂ ਦੇ ਅੰਦਰ ਲਾਲਚ ਭਰ ਗਿਆ ਪੈਸਾ ਕਮਾਉਣ ਦਾ, ਪਦਾਰਥਵਾਦੀ ਹੋ ਗਏ ਲੋਕ। ਛੁੱਟੀ ਤੇ ਮਨੋਰੰਜਨ ਦੇ ਨਵੇਂ ਸਾਧਨ। ਮਜ਼ਦੂਰਾਂ ਨੂੰ ਛੁੱਟੀਆਂ ਮਜ਼ਦੂਰੀ ਦਾ ਸਮਾਂ ਘਟਾ ਦਿੱਤਾ ਗਿਆ, ਛੁੱਟੀਆਂ ਵਧਾ ਦਿੱਤੀਆਂ ਗਈਆਂ। ਮਜ਼ਦੂਰ ਹੁਣ ਆਨੰਦ ਮਾਣਨ ਲਈ ਤਾਸ਼ ਖੇਡਦੇ, ਰੇਡੀਓ ਤੇ ਸਿਨੇਮਾ ਵੀ ਜਾਂਦੇ। ਆਰਥਿਕ ਪ੍ਰਭਾਵ। ਰਾਸ਼ਟਰੀ ਆਮਦਨ ਵਿੱਚ ਵਾਧਾ, ਨਵੇਂ ਉਦਯੋਗਿਕ ਨਗਰਾਂ ਦੀ ਸਥਾਪਨਾ। ਉਦਯੋਗਿਕ ਕ੍ਰਾਂਤੀ ਦੇ ਕਾਰਨ ਵੱਡੇ ਵੱਡੇ ਕਾਰਖਾਨੇ ਲਗਾਏ ਗਏ ਤੇ ਭਾਰੀ ਮਾਤਰਾ ਵਿੱਚ ਚੀਜ਼ਾਂ ਦਾ ਉਤਪਾਦਨ ਹੋਇਆ। ਇਸ ਨਾਲ ਵੱਖ-ਵੱਖ ਦੇਸ਼ਾਂ ਦੀ ਰਾਸ਼ਟਰੀ ਆਮਦਨ ਕਾਫੀ ਵੱਧ ਗਈ। ਇਸ ਦਾ ਕਾਰਨ ਇਹ ਸੀ ਕਿ ਵਪਾਰ ਕਰਕੇ ਬਰਾਮਦ ਕੀਤੇ ਗਏ ਮਾਲ ਉੱਤੇ ਸੀਮਾ ਕਰਨ ਨਾਲ ਰਾਸ਼ਟਰ ਨੂੰ ਕਾਫੀ ਆਮਦਨ ਹੋਈ, ਕਿਉਂਕਿ ਜਿੰਨਾ ਮਾਲ ਵਿਕਦਾ ਉਹਦੇ ਤੇ ਸਰਕਾਰ ਦਾ ਇੱਕ ਟੈਕਸ ਹੁੰਦਾ। ਕਹਿੰਦਾ ਕਿ ਇੰਗਲੈਂਡ ਦੇ ਵਿੱਚ ਉਦਯੋਗਿਕ ਕ੍ਰਾਂਤੀ ਕਾਰਨ ਬਹੁਤ ਸਾਰਾ ਧਨ ਪੈਦਾ ਹੋਇਆ, ਜਿਹੜਾ ਕਿ ਇੰਗਲੈਂਡ ਨੇ ਜਦੋਂ ਨੈਪੋਲੀਅਨ ਦੇ ਖਿਲਾਫ ਲੜਾਈ ਕੀਤੀ ਉੱਥੇ ਕੰਮ ਆਇਆ। ਨਵੇਂ ਉਦਯੋਗਿਕ ਨਗਰਾਂ ਦੀ ਸਥਾਪਨਾ। ਉਦਯੋਗਿਕ ਕ੍ਰਾਂਤੀ ਤੋਂ ਪਹਿਲਾਂ ਲੋਕ ਪਿੰਡਾਂ ਵਿੱਚ ਰਹਿੰਦੇ ਸੀ, ਬਟ ਜਦੋਂ ਉਦਯੋਗਿਕ ਕ੍ਰਾਂਤੀ ਹੋਈ ਤੇ ਸ਼ਹਿਰ ਹੋਂਦ ਵਿੱਚ ਆਏ। ਜਿਵੇਂ ਮੈਨਚੈਸਟਰ, ਬਰਮਿੰਗਮ, ਸ਼ੈਫੀਲਡ, ਲੀਡਸ, ਲੰਕਾਸ਼ਾਇਰ, ਲਿਵਰਪੂਲ। ਅੱਗੇ ਕਾਰਖਾਨਿਆਂ ਦੀ ਸਥਾਪਨਾ। ਕਹਿੰਦਾ ਉਦਯੋਗਿਕ ਕ੍ਰਾਂਤੀ ਦੇ ਕਾਰਨ ਮਨੁੱਖਾਂ ਦੀ ਥਾਂ ਮਸ਼ੀਨਾਂ ਨੇ ਲੈ ਲਈ ਤੇ ਮਨੁੱਖਾਂ ਦੇ ਕੰਮ ਜਿਹੜੇ ਮਸ਼ੀਨਾਂ ਕਰਨ ਲੱਗ ਗਈਆਂ। ਇਸ ਕਰਕੇ ਵੱਡੇ ਵੱਡੇ ਕਾਰਖਾਨੇ ਦੇ ਵਿੱਚ ਚੀਜ਼ਾਂ ਤਿਆਰ ਹੋਣ ਲੱਗੀਆਂ। ਜਿਉਂ ਜਿਉਂ ਚੀਜ਼ਾਂ ਦੀ ਡਿਮਾਂਡ ਵਧੀ, ਤਿਉਂ ਨਵੇਂ ਤੋਂ ਨਵੇਂ ਕਾਰਖਾਨੇ ਲਗਾਏ ਜਾਂਦੇ। ਘਰੇਲੂ ਉਦਯੋਗ ਦਾ ਅੰਤ। ਲੋਕ ਜਿਹੜੇ ਘਰਾਂ ਵਿੱਚ ਛੋਟੇ ਛੋਟੇ ਕੰਮ ਕਰਦੇ ਸੀ, ਆਪਣੇ ਹੱਥਾਂ ਨਾਲ ਚੀਜ਼ਾਂ ਬਣਾਉਂਦੇ ਸੀ, ਉਹ ਚੀਜ਼ ਖਤਮ ਹੋ ਗਈ। ਸਾਰੇ ਮਜ਼ਦੂਰ ਵਿਹਲੇ ਹੋ ਗਏ ਔਰ ਉਹਨਾਂ ਨੂੰ ਮਜਬੂਰਨ ਕਾਰਖਾਨਿਆਂ ਵਿੱਚ ਸਸਤੀ ਮਜ਼ਦੂਰੀ ਤੇ ਕੰਮ ਕਰਨਾ ਪਿਆ। ਬੇਕਾਰੀ। ਉਦਯੋਗਿਕ ਕ੍ਰਾਂਤੀ ਨਾਲ ਦੇਸ਼ ਵਿੱਚ ਬੇਕਾਰੀ ਵੀ ਫੈਲ ਗਈ। ਮਸ਼ੀਨਾਂ ਕਈ ਆਦਮੀਆਂ ਦਾ ਕੰਮ ਕਰ ਲੈਂਦੀਆਂ ਸੀ, ਇਸ ਕਰਕੇ ਜਿਹੜੇ ਲੋਕ ਕੰਮ ਕਰਦੇ ਸੀ ਉਹ ਵਿਹਲੇ ਹੋ ਗਏ। ਘਰੇਲੂ ਦਸਤਕਾਰੀ ਕਰਨ ਵਾਲੇ ਵੀ ਬੇਕਾਰ ਹੋ ਗਏ, ਕਿਉਂਕਿ ਮਸ਼ੀਨ ਦੇ ਮਾਲ ਦਾ ਮੁਕਾਬਲਾ ਨਹੀਂ ਸੀ ਉਹ ਕਰ ਸਕਦੇ। ਖੇਤੀਬਾੜੀ ਮਸ਼ੀਨਾਂ ਨਾਲ, ਜਿਹੜੀ ਖੇਤੀਬਾੜੀ ਉਹ ਮਸ਼ੀਨਾਂ ਨਾਲ ਹੋਣ ਲੱਗ ਪਈ, ਜਿਸ ਨਾਲ ਖੇਤਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਵੀ ਵਿਹਲੇ ਹੋ ਗਏ। ਬੇਕਾਰ, ਗਰੀਬ ਤੇ ਮੰਗਤਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ। ਜੇਕਰ ਇੱਕ ਪਾਸੇ ਲੋਕਾਂ ਦੇ ਪੱਕੇ ਮਕਾਨ ਬਣੇ ਤੇ ਦੂਜੇ ਪਾਸੇ ਲੋਕ ਗਰੀਬ ਵੀ ਹੋਏ। ਆਰਥਿਕ ਪ੍ਰਭਾਵ। ਰਾਸ਼ਟਰੀ ਆਮਦਨ ਵਿੱਚ ਵਾਧਾ, ਨਵੇਂ ਉਦਯੋਗਿਕ ਨਗਰਾਂ ਦੀ ਸਥਾਪਨਾ, ਕਾਰਖਾਨਿਆਂ ਦੀ ਸਥਾਪਨਾ, ਅਧਿਕ ਤੇ ਸਸਤਾ ਮਾਲ, ਘਰੇਲੂ ਉਦਯੋਗਾਂ ਦਾ ਅੰਤ, ਬੇਕਾਰੀ, ਇੰਗਲੈਂਡ ਦੇ ਭੋਜਨ ਲਈ ਦੂਜਿਆਂ ਤੇ ਨਿਰਭਰ, ਖੇਤੀਬਾੜੀ ਤੇ ਵਪਾਰ ਵਿੱਚ ਉੱਨਤੀ, ਜੀਵਨ ਦੀ ਪੱਧਰ ਉੱਚੀ ਹੋ ਗਈ, ਭੌਤਿਕਵਾਦ ਦਾ ਕਾਲ, ਪੂੰਜੀਵਾਦ ਦਾ ਜਨਮ, ਆਰਥਿਕ ਨਿਰਭਰਤਾ, ਆਰਥਿਕ ਸਾਮਰਾਜਵਾਦ ਦਾ ਉਦਮ। ਰਾਜਨੀਤਿਕ ਪ੍ਰਭਾਵ। ਪਾਰਲੀਮੈਂਟ ਵਿੱਚ ਸੁਧਾਰ ਦੀ ਜ਼ਰੂਰਤ। ਕਹਿੰਦਾ ਇਹ ਉਦਯੋਗਿਕ ਕ੍ਰਾਂਤੀ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਇਹ ਪਿਆ ਕਿ ਪਾਰਲੀਮੈਂਟ ਵਿੱਚ ਸੁਧਾਰ ਹੋਇਆ। ਇੰਗਲੈਂਡ ਵਿੱਚ ਯੂਰਪ ਇੱਕ ਸ਼ਕਤੀਸ਼ਾਲੀ ਦੇਸ਼ ਬਣ ਗਿਆ। ਯੂਰਪ ਵਿੱਚ ਇੱਕ ਸ਼ਕਤੀਸ਼ਾਲੀ ਦੇਸ਼ ਬਣ ਗਿਆ, ਕਿਉਂਕਿ ਸਭ ਤੋਂ ਪਹਿਲੇ ਉਦਯੋਗਿਕ ਵਿਕਾਸ ਇੱਥੇ ਹੋਇਆ ਸੀ। ਹੁਣ ਇੰਗਲੈਂਡ ਦੇ ਕਾਰਖਾਨਿਆਂ 'ਚ ਤਿਆਰ ਮਾਲ ਸਾਰੇ ਦੇਸ਼ਾਂ ਵਿੱਚ ਜਾਂਦਾ ਸੀ, ਇਸ ਕਰਕੇ ਉਹਦੀ ਰਾਸ਼ਟਰੀ ਆਮਦਨ ਵਿੱਚ ਵਾਧਾ ਹੋਇਆ ਔਰ ਇਹਦੀਆਂ ਬਸਤੀਆਂ ਵਿੱਚ ਵੀ ਵਾਧਾ ਹੋਇਆ। ਇਸ ਕਰਕੇ ਸਾਰੇ ਸੰਸਾਰ ਵਿੱਚ ਇੰਗਲੈਂਡ ਜਿਹੜਾ ਇੱਕ ਸ਼ਕਤੀਸ਼ਾਲੀ ਦੇਸ਼ ਬਣ ਗਿਆ। ਕਾਰਖਾਨਿਆਂ ਵਿੱਚ ਸੁਧਾਰ ਦੀ ਜ਼ਰੂਰਤ। ਉਦਯੋਗਿਕ ਕ੍ਰਾਂਤੀ ਨਾਲ ਕਾਰਖਾਨੇ ਬਹੁਤ ਜ਼ਿਆਦਾ ਖੁੱਲ੍ਹ ਗਏ, ਪਰ ਇਹਨਾਂ ਵਿੱਚ ਮਜ਼ਦੂਰਾਂ ਦੀ ਹਾਲਤ ਤਰਸਯੋਗ ਸੀ। ਇਸ ਲਈ ਇਹਨਾਂ ਦੇ ਸੁਧਾਰ ਵਾਸਤੇ ਟ੍ਰੇਡ ਯੂਨੀਅਨ ਬਣ ਗਈਆਂ। ਇਸ ਤੋਂ ਬਿਨਾਂ ਸਰਕਾਰ ਨੂੰ ਮਜ਼ਦੂਰਾਂ ਦੀ ਹਾਲਤ ਸੁਧਾਰਨ ਦੇ ਲਈ ਕਈ ਫੈਕਟਰੀ ਐਕਟ ਵੀ ਪਾਸ ਕੀਤੇ। ਨਵੇਂ ਰਾਜਨੀਤਿਕ ਸਿਧਾਂਤਾਂ ਦਾ ਜਨਮ। ਬਹੁਤ ਸਾਰੇ ਰਾਜਨੀਤਿਕ ਸਿਧਾਂਤ ਨਵੇਂ ਬਣਾਏ ਗਏ।
ਨਵੀਆਂ ਬਸਤੀਆਂ ਦੀ ਖੋਜ, ਆਪਣਾ ਮਾਲ ਬਹੁਤਾ ਬਣਾਉਣ ਵਾਸਤੇ ਅਤੇ ਮੰਡੀਆਂ ਦੀ ਜ਼ਰੂਰਤ ਪਈ ਜਿਹੜੀਆਂ ਕਿ ਏਸ਼ੀਆ ਵਿੱਚ ਖੋਲ੍ਹੀਆਂ ਗਈਆਂ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਏਕਤਾ, ਉਦਯੋਗਿਕ ਕ੍ਰਾਂਤੀਕਾਰਨ ਯਾਤਾਯਾਤ ਦੇ ਸਾਧਨਾਂ ਵਿੱਚ ਬਹੁਤ ਜ਼ਿਆਦਾ ਉੱਨਤੀ ਹੋਈ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਏਕਤਾ ਕਾਇਮ ਹੋਈ। ਇੱਕ ਦੇਸ਼ ਤੋਂ ਦੂਜੇ ਦੇਸ਼ਾਂ ਵਿੱਚ ਜਾਣਾ ਸੌਖਾ ਹੋ ਗਿਆ। ਮੱਧ ਵਰਗ ਦਾ ਉਥਾਨ, ਕਹਿੰਦਾ ਇਹਦੇ ਨਾਲ ਵਪਾਰੀ, ਖਾਨਾਂ ਦੇ ਮਾਲਕ, ਠੇਕੇਦਾਰ ਚੰਗਾ ਧਨ ਕਮਾਉਣ ਲੱਗ ਪਏ। ਧਨ ਦੀ ਬਹੁਲਤਾ ਹੋ ਗਈ ਔਰ ਇੱਕ ਮੱਧ ਯੁੱਗ ਦਾ ਉਥਾਨ ਹੋਇਆ। ਭਵਿੱਖ ਦੀਆਂ ਲੜਾਈਆਂ ਦਾ ਕਾਰਨ, ਜਦੋਂ ਉਦਯੋਗਿਕ ਕ੍ਰਾਂਤੀ ਦੇ ਨਾਲ ਬਹੁਤ ਸਾਰੇ ਜਿਹੜੇ ਲੜਾਈਆਂ ਲੜਨ ਵਾਲੇ ਹਥਿਆਰ ਸੀ ਉਹ ਮੰਡੀਆਂ ਵਿੱਚ ਤਿਆਰ ਹੋਣੇ ਸ਼ੁਰੂ ਹੋ ਗਏ ਅਤੇ ਵਿੱਚ ਕਾਰਖਾਨਿਆਂ 'ਚ, ਤੇ ਉਹਦੇ ਨਾਲ ਲੜਾਈਆਂ ਹੋਈਆਂ। ਨਪੋਲੀਅਨ ਨਾਲ ਲੜਾਈਆਂ 'ਚ ਜਿੱਤ, ਇੰਗਲੈਂਡ ਨੇ ਜਦੋਂ ਨਪੋਲੀਅਨ ਨਾਲ ਲੜਾਈ ਹੋਈ ਤਾਂ ਇੰਗਲੈਂਡ ਜਿੱਤ ਗਿਆ। ਵਿਨਾਸ਼ਕਾਰੀ ਹਥਿਆਰ, ਉਦਯੋਗਿਕ ਕ੍ਰਾਂਤੀ ਦੇ ਨਾਲ ਕਾਰਖਾਨਿਆਂ ਵਿੱਚ ਬਹੁਤ ਸਾਰੇ ਵਿਨਾਸ਼ਕਾਰੀ ਹਥਿਆਰ ਬਣਨੇ ਸ਼ੁਰੂ ਹੋ ਗਏ, ਜਿਵੇਂ ਕਿ ਪਰਮਾਣੂ ਬੰਬ। ਅੱਗੇ ਆ ਗਿਆ ਸੱਭਿਆਚਾਰਕ ਪ੍ਰਭਾਵ, ਲੋਕਾਂ ਦਾ ਦ੍ਰਿਸ਼ਟੀਕੋਣ ਤੇ ਪ੍ਰਭਾਵ, ਲੋਕਾਂ ਦੀ ਸੋਚ ਜਿਹੜੀ ਸੀ ਉਹ ਹੁਣ ਚੇਂਜ ਹੋ ਗਈ। ਸਦਾ ਮਸ਼ੀਨਾਂ ਦੇ ਕੰਮ ਕਰਨ ਵਾਲੇ ਲੋਕ ਮਸ਼ੀਨ ਬਣ ਗਏ, ਉਹਨਾਂ ਦੇ ਅੰਦਰ ਧਨ ਕਮਾਉਣ ਦੀ ਲਾਲਸਾ ਵੱਧ ਗਈ, ਉਹ ਭੌਤਿਕਵਾਦੀ ਬਣ ਗਏ ਤੇ ਧਰਮ ਨਾਲ ਤੋਂ ਉਹਨਾਂ ਦੀ ਰੁਚੀ ਖਤਮ ਹੋ ਗਈ। ਵਿਗਿਆਨ ਨੂੰ ਲੋਕ ਜ਼ਿਆਦਾ ਵਿਸ਼ਵਾਸ ਕਰਨ ਲੱਗੇ ਕਿਉਂਕਿ ਵਿਗਿਆਨ ਦੇ ਕਰਕੇ ਮਸ਼ੀਨਾਂ ਹੋਂਦ ਵਿੱਚ ਆਈਆਂ ਸੀ। ਬੌਧਿਕ ਵਿਕਾਸ, ਲੋਕਾਂ ਦਾ ਬਹੁਤ ਜ਼ਿਆਦਾ ਬੌਧਿਕ ਵਿਕਾਸ ਹੋਇਆ। ਪੁਰਾਣੇ ਰੀਤੀ ਰਿਵਾਜਾਂ ਨੂੰ ਛੱਡ ਕੇ ਲੋਕ ਹੁਣ ਨਵੇਂ ਸੋਚਦੇ ਹੋ ਗਏ। ਨਵੀਂ ਵਿਚਾਰਧਾਰਾ ਦਾ ਜਨਮ, ਮਸ਼ੀਨੀ ਯੁੱਗ ਦੇ ਨਾਲ ਬਹੁਤ ਸਾਰੀਆਂ ਵਿਚਾਰਧਾਰਾਵਾਂ ਦਾ ਜਨਮ ਹੋਇਆ, ਜਿਵੇਂ ਵਿਅਕਤੀਵਾਦ, ਸਮਾਜਵਾਦ। ਸਾਹਿਤ ਦਾ ਵਿਕਾਸ, ਉਦਯੋਗਿਕ ਕ੍ਰਾਂਤੀ ਨੇ ਸਾਹਿਤ ਦੇ ਵਿਕਾਸ ਉੱਤੇ ਬਹੁਤ ਪ੍ਰਭਾਵ ਪਾਇਆ। ਇਸ ਕ੍ਰਾਂਤੀ ਤੋਂ ਜਨਮੀਆਂ ਮਨੁੱਖੀ ਸਮੱਸਿਆਵਾਂ ਨੇ ਲੇਖਕਾਂ, ਵਿਦਵਾਨਾਂ ਤੇ ਵਿਚਾਰਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਕਾਰਖਾਨਿਆਂ ਵਿੱਚ ਕੰਮ ਕਰਨ ਵਾਲੇ ਬੱਚਿਆਂ ਤੇ ਇਸਤਰੀਆਂ ਦੀ ਦੁਰਦਸ਼ਾ, ਕਾਰਖਾਨਿਆਂ ਵਿੱਚ ਗੰਦਾ ਵਾਤਾਵਰਨ, ਸਿੱਖਿਆ, ਕਾਰਖਾਨੇ ਦੇ ਮਾਲਕਾਂ ਦੀ ਅਧਿਕ ਧਨ ਕਮਾਉਣ ਦੀ ਲਾਲਸਾ ਦੀ ਲੇਖਕਾਂ ਨੂੰ ਲਿਖਣ ਲਈ ਨਵੇਂ ਵਿਸ਼ੇ ਮਿਲ ਗਏ। ਲੋਕ ਭੌਤਿਕਵਾਦੀ ਹੋ ਗਏ। ਲੋਕ ਜਿਹੜੇ ਸੀ ਮਟੀਰੀਅਲਿਸਟਿਕ ਹੋ ਗਏ। ਉਹਨਾਂ ਨੇ ਹੁਣ ਧਰਮ ਤੋਂ ਮੂੰਹ ਮੋੜਿਆ ਤੇ ਪੈਸੇ ਵੱਲ ਜ਼ਿਆਦਾ ਧਿਆਨ ਕੀਤਾ। ਅੰਧ ਵਿਸ਼ਵਾਸਾਂ ਦਾ, ਉਦਯੋਗਿਕ ਕ੍ਰਾਂਤੀ ਨੇ ਅੰਧ ਵਿਸ਼ਵਾਸਾਂ ਨੂੰ ਦੂਰ ਕਰ ਦਿੱਤਾ। ਇੱਧਰ ਉੱਧਰ ਜਾਣ ਵਾਸਤੇ ਮੋਟਰ ਗੱਡੀਆਂ, ਰੇਲਾਂ ਬਣ ਗਈਆਂ। ਸੰਚਾਰ ਦੇ ਸਾਧਨ ਵਿਕਸਿਤ ਹੋਏ, ਤਾਰਾਂ ਤੇ ਟੈਲੀਫੋਨਾਂ ਦਾ ਵਿਕਾਸ ਹੋਇਆ। ਲੋਕਾਂ ਦੀ ਜਿਹੜੀ ਸੋਚ ਚੇਂਜ ਹੋ ਗਈ ਤੇ ਅੰਧ ਵਿਸ਼ਵਾਸ ਜਿਹੜੇ ਖਤਮ ਹੋ ਗਏ। ਖੇਤੀਬਾੜੀ ਵਿੱਚ ਕ੍ਰਾਂਤੀ, ਖੇਤੀ ਦਾ ਚੰਗਾ ਸੁਧਾਰ, ਬਸ ਖੇਤੀਬਾੜੀ ਵਿੱਚ ਬਹੁਤ ਜ਼ਿਆਦਾ ਸੁਧਾਰ ਰਹੇ, ਇਹੀ ਆਪਾਂ ਇਹਦਾ ਕਰਾਂਗੇ। ਇੰਗਲੈਂਡ ਦੀ ਸੰਪੱਤੀ ਦੇ ਧਨ ਵਿੱਚ ਵਾਧਾ, ਭੂਮੀ ਦੀ ਮੰਗ ਵਿੱਚ ਵਾਧਾ, ਛੋਟੇ ਛੋਟੇ ਕਿਸਾਨਾਂ ਦੀ ਬਰਬਾਦੀ, ਗਰੀਬੀ 'ਚ ਵਾਧਾ, ਖੇਤੀ ਦੇ ਖੇਤਰ ਵਿੱਚ ਪੂੰਜੀਪਤੀਆਂ ਦਾ ਉਦੈ। ਇਹ ਸੀਗੇ ਸਾਡੇ ਇਹਦਾ ਉਦਯੋਗਿਕ ਕ੍ਰਾਂਤੀ ਦੇ ਪ੍ਰਭਾਵ। ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਆ, 10 ਮਾਰਕਸ ਦਾ ਜ਼ਰੂਰ ਆਉਂਦਾ ਵਾ। ਉਦਯੋਗਿਕ ਕ੍ਰਾਂਤੀ ਦੇ ਪ੍ਰਭਾਵ ਦੱਸੋ। ਹਰ ਇੱਕ ਚੈਪਟਰ 'ਚੋਂ ਇੱਕ ਹੀ ਕੁਐਸਚਨ ਆ, ਸਾਰਿਆਂ ਵਿੱਚ ਇੱਕ ਇੱਕ ਹੀ ਕੁਐਸਚਨ ਆ ਕਿ ਕਾਰਨ ਤੇ ਪ੍ਰਭਾਵ। ਜੇਕਰ ਅਮਰੀਕਾ ਦੀ ਕ੍ਰਾਂਤੀ ਹੀ, ਕਾਰਨ ਤੇ ਪ੍ਰਭਾਵ। ਫਰਾਂਸ ਦੀ ਕ੍ਰਾਂਤੀ, ਕਾਰਨ ਤੇ ਪ੍ਰਭਾਵ। ਪੁਨਰ ਜਾਗਰਣ, ਕਾਰਨ ਤੇ ਪ੍ਰਭਾਵ। ਔਰ ਧਰਮ ਸੁਧਾਰ ਅੰਦੋਲਨ, ਕਾਰਨ ਤੇ ਪ੍ਰਭਾਵ।